ਜਿਹੜੇ ਸਾਡੇ ਅੱਜ ਦੇ ਸਪੀਕਰ ਨੇ ਕਨੂਪ੍ਰਿਆ ਪੰਜਾਬ ਯੂਨੀਵਰਸਿਟੀ ਕਾਉਂਸਲ ਪ੍ਰੈਜ਼ੀਡੈਂਟ, ਉਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦੀ ਹਾਂ। नारी मुक्ति सबकी मुक्ति सबकी मुक्ति जिंदाबाद 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 जिंदाबाद। नारी मुक्ति सबकी मुक्ति जिंदाबाद 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 जिंदाबाद। पितर सत्ता की कब्र खुदेगी बीयूपी की धरती पे, पितर सत्ता की कब्र खुदेगी बीयूपी की धरती पे। दोस्तों सब तो पहला तो मैं बहुत ज़्यादा तुहानू सारिਆਂ ਨੂੰ ਮੁਬਾਰਕਬਾਦ ਕਹੂੰਗੀ, ਸਾਰੀਆਂ ਆਰਗੇਨਾਈਜੇਸ਼ਨਸ ਨੂੰ, ਸਾਰੇ ਸਟੂਡੈਂਟਸ ਨੂੰ, ਸਪੈਸ਼ਲੀ ਇੱਥੋਂ ਦੇ ਗਰਲ ਸਟੂਡੈਂਟਸ ਨੂੰ ਜਿਹੜੇ ਇੱਥੇ ਅੱਜ ਇਕੱਠੇ ਹੋਏ ਆ ਐਜੂਕੇਸ਼ਨਲ ਇੰਸਟੀਟਿਊਸ਼ਨ ਵਿੱਚ ਪੈਟਰੀਆਰਕੀ ਨੂੰ ਕੁਐਸਚਨ ਕਰਨ ਲਈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜਿਹੜਾ ਇੱਥੇ ਸਟੇਟ ਪੂਰਾ ਹੋਲਡ ਬਣਾਈ ਰੱਖਿਆ ਹੋਇਆ ਆ, ਜਿਹੜਾ ਇੱਥੇ ਐਜੂਕੇਸ਼ਨਲ ਇੰਸਟੀਟਿਊਟ ਤੇ ਪੂਰਾ ਪੈਰ ਜਮਾਈ ਬੈਠਿਆ ਆ, ਤੇ ਆਪਾਂ ਸਾਰੇ ਉਹਦੇ ਮੂੰਹ ਤੇ ਚਪੇੜ ਮਾਰਨ ਇੱਥੇ ਬੈਠੇ ਆ। ਕੁੜੀਆਂ ਨੂੰ ਵੀ ਕੈਂਪਸ ਦੇ ਅੰਦਰ 24 ਘੰਟੇ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਅਗਰ ਉੱਪਰ ਰਾਤ ਹੈ ਤੇ ਮੇਰੇ ਲਈ ਥੱਲੇ ਕਿਹੜਾ ਖਤਰਾ ਹੈ ਮੈਨੂੰ ਉਹ ਦੱਸਿਆ ਜਾਵੇ। ਉਹ ਐਜੂਕੇਸ਼ਨਲ ਇੰਸਟੀਟਿਊਟ ਵਿੱਚ ਵੀ ਇੰਨਾ ਕਾਇਮ ਖਤਰਾ ਆ, ਤਾਂ ਫਿਰ ਇੱਥੋਂ ਦੀਆਂ ਅਥਾਰਟੀਜ਼ ਕੀ ਬੋਲੀਆਂ ਨੇ? ਇੱਥੋਂ ਦੀਆਂ ਅਥਾਰਟੀਜ਼ ਕੀ ਸਿਰਫ ਉਹ ਗਲਿਆ ਸਲਿਆ ਸਿਲੇਬਸ ਜਿਹੜਾ ਆ ਇੰਜੀਨੀਅਰਿੰਗ ਦਾ, ਸੋਸ਼ੀਓਲੋਜੀ ਦਾ, ਫਿਲਾਸਫੀ ਦਾ ਉਹੀ ਪੜ੍ਹਾਉਣ ਆਏ ਨੇ? ਕਿ ਇੱਥੇ ਜਿਹੜਾ ਇੱਕ ਸਮਾਜ ਸਿਰਜਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ, ਸਾਰੇ ਸਟੂਡੈਂਟਸ ਕਰ ਰਹੇ ਹਾਂ, ਉਹਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਹੋਏਗਾ, ਉਹਦੇ ਵਿੱਚ ਅਥਾਰਟੀਜ਼ ਦਾ ਕੋਈ ਰੋਲ ਨਹੀਂ ਹੋਏਗਾ। ਤਾਂ ਯੂਨੀਵਰਸਿਟੀ ਕੈਂਪਸਿਸ ਵਿੱਚ ਕਿੱਦਾਂ ਅਸੀਂ ਆਪਣੀ ਸਪੇਸ ਰੀਕਲੇਮ ਕਰਨੀ ਹੈ, ਕਿੱਦਾਂ ਯੂਨੀਵਰਸਿਟੀ ਵਿੱਚ ਹੀ ਪੈਟਰੀਆਰਕੀ ਨੂੰ ਕੁਐਸਚਨ ਕਰਕੇ ਅਸੀਂ ਸੁਸਾਇਟੀ ਵਿੱਚ ਅਸਰਸ਼ਨ ਲੈ ਕੇ ਆਣੀ ਹੈ। ਇਹ ਤੋਂ ਬਹੁਤ ਕੱਬ ਰਹੀਆਂ ਅਥਾਰਟੀਜ਼, ਇਹ ਤੋਂ ਬਹੁਤ ਕੱਬ ਰਹੀ ਹੈ ਇੱਥੋਂ ਦੀ ਸਟੇਟ, ਤੇ ਇਸੇ ਨੂੰ ਇੱਥੇ ਵਿਰੋਧ ਵਿੱਚ ਇਹੋ ਇੱਥੇ ਜਿਹੜੀਆਂ ਇੱਕ ਫਿਊਡਲ ਜੀਆਂ ਆਰਗੇਨਾਈਜੇਸ਼ਨ ਸੈਪ ਵਰਗੀਆਂ ਨੇ ਉਹ ਵੀ ਇੱਥੇ ਪੂਰਾ ਦਿਖਾਉਂਦੀਆਂ ਨੇ। ਤਾਂ ਕਿੱਦਾਂ ਯੂਨੀਵਰਸਿਟੀ ਵਿੱਚ ਨਾ ਇੱਕ ਆਹ ਚੀਜ਼ ਹੁੰਦੀ ਹੈ ਕਿ 18 ਸਾਲ ਤੋਂ ਬਾਅਦ ਕੁੜੀ ਆਉਂਦੀ ਹੈ ਤੇ ਉਹ ਇਮੈਚਿਓਰ ਹੈ, ਮੁੰਡਾ ਇੰਨਾ ਕੁ ਮੈਚਿਓਰ ਹੈ ਕਿ ਉਹ ਡਿਸਾਈਡ ਕਰ ਸਕਦਾ ਹੈ ਉਹਨੂੰ ਬਾਹਰ ਨਿਕਲਣਾ ਹੈ ਕਿ ਨਹੀਂ ਨਿਕਲਣਾ ਹੈ। ਕਿਉਂ 18 ਸਾਲ ਤੋਂ ਬਾਅਦ ਜਿਹੜੀ ਕੁੜੀ ਆਉਂਦੀ ਹੈ ਉਹਦਾ ਵਿਆਹ ਵੀ ਕੀਤਾ ਜਾ ਸਕਦਾ ਹੈ, ਉਹ ਇੱਥੇ ਆਪਣਾ ਪ੍ਰਾਈਮ ਮਿਨਿਸਟਰ ਇਲੈਕਟ ਕਰੀ ਜਾ ਰਹੀ ਹੈ, ਪਰ ਉਹ ਇੰਨੀ ਬੇਵਕੂਫ ਹੈ ਕਿ ਉਹ ਡਿਸਾਈਡ ਨਹੀਂ ਕਰ ਸਕਦੀ ਕਿ ਉਹ 8 ਵਜੇ ਤੋਂ ਬਾਅਦ ਬਾਹਰ ਜਾ ਸਕਦੀ ਹੈ ਕਿ ਨਹੀਂ। ਇਹ ਕੈਂਪਸ ਹੋ ਰਿਹਾ ਆ ਜਿਹਦੇ ਅੰਦਰ ਕੁੜੀ ਦੇ ਨਿਕਲਣ ਤੇ ਅੰਦਰ ਜਾਣ ਦੀ ਟਾਈਮਿੰਗ ਸੂਰਜ ਦੇ ਹਿਸਾਬ ਨਾਲ ਡਿਸਾਈਡ ਹੁੰਦੀ ਸੀ, ਉਹ ਵੀ ਇੱਥੇ ਇੱਕ ਅਸਰਸ਼ਨ, ਇੱਕ ਪ੍ਰੋਟੈਸਟ ਦੇ ਥਰੂ ਹੀ 8 ਵਜੇ ਤੱਕ ਕਰਾਈ ਗਈ। ਤੇ ਅੱਗੇ ਵੀ ਜਿਹੜਾ ਇਹਦਾ ਮੋਸ਼ਨ ਹੈ ਉਹ ਵੀ ਇੱਥੋਂ ਦੇ ਪ੍ਰੋਟੈਸਟ, ਇੱਥੋਂ ਦੀਆਂ ਸਟਰਗਲਸ ਡਿਸਾਈਡ ਕਰੂਗੀ, ਉਹ ਆਪਣੇ ਸਾਰਿਆਂ ਦੀ ਸਟਰਗਲ ਡਿਸਾਈਡ ਕਰਨ ਵਾਲੀ ਹੈ। ਇਹ ਜਿਹੜਾ ਪੈਟਰੀਆਰਕੀ ਦਾ ਨੋਸ਼ਨ ਹੈ ਨਾ, ਬੜਾ ਮਿੱਠਾ ਮਿੱਠਾ ਘਰੇ ਖਵਾ ਦਿੱਤਾ ਜਾਂਦਾ ਪਹਿਲਾਂ ਤਾਂ, ਔਰ ਅਸੀਂ ਐਕਸੈਪਟ ਵੀ ਕਰ ਜਾਂਦੇ ਹਾਂ ਉਹਨੂੰ। ਉਹ ਕੈਂਪਸਿਸ ਵਿੱਚ ਇੱਥੋਂ ਅਥਾਰਟੀਜ਼ ਲੈ ਕੇ ਆਉਂਦੀਆਂ ਨੇ ਤੇ ਸਾਡੇ ਵੀਰੇ ਸਾਹਿਬ ਵਾਲੇ ਲੈ ਕੇ ਆਉਂਦੇ ਨੇ। ਮਤਲਬ ਇਹ ਕਿਹੜੀ ਰਾਖੀ ਹੈ ਜਿਹੜੀ ਤੁਸੀਂ ਬੁਲਟਾਂ ਤੇ ਸਾਡੀ ਰੈਲੀਆਂ ਵਿੱਚ ਆ ਕੇ ਕਰੋਗੇ, ਤੇ ਉੱਥੇ ਪਟਾਕੇ ਪਾ ਕੇ ਕਿਹੜੇ ਨਾਅਰੇ ਲਾ ਰਹੇ ਹੋ ਤੁਸੀਂ ਕੁੜੀਆਂ ਦੇ ਹੱਕਾਂ 'ਚ? ਇਹ ਬਹੁਤ ਹੀ ਫਨੀ ਚੀਜ਼ ਮੈਨੂੰ ਲੱਗੀ ਕਿ ਹੁਣ ਇਹਨਾਂ ਵੀਰਿਆਂ ਦੇ ਹੱਥ ਸਾਡੀ ਜਿਹੜੀ ਸਿਕਿਉਰਿਟੀ ਉਹ ਹੈਗੀ ਹੈ। ਹੁਣ ਇਹ ਅਥਾਰਟੀਜ਼ ਸਾਨੂੰ ਦੇਖਣਗੀਆਂ ਕਿ ਅਸੀਂ ਕਿਵੇਂ ਸੇਫ ਹਾਂ, ਜਿੰਦਰਾ ਲਾ ਕੇ ਅਸੀਂ ਸੇਫ ਹਾਂ, ਕੁੰਡੀਆਂ ਲਾ ਕੇ ਅਸੀਂ ਸੇਫ ਹਾਂ। ਔਰ ਇਹ ਜਿਹੜਾ ਦੌਰ ਹੈ, ਇੱਕ ਮਤਲਬ ਜਿਹੜਾ ਪ੍ਰੈਜ਼ੈਂਟ ਦੌਰ ਹੈ ਜਿਹਦੇ ਅੰਦਰ ਗਊ ਜ਼ਿਆਦਾ ਇੰਪੋਰਟੈਂਟ ਹੈ ਕੁੜੀਆਂ ਨਾਲੋਂ, ਜਿਹਦੇ ਅੰਦਰ ਰੇਪਿਸਟ ਦੇ ਹੱਕ ਵਿੱਚ ਰੈਲੀਆਂ ਕੱਢੀਆਂ ਜਾ ਸਕਦੀਆਂ ਨੇ, ਜਿਹਦੇ ਅੰਦਰ ਇੱਥੇ ਕੁੜੀਆਂ ਨੂੰ ਉਹਨਾਂ ਦੀ ਆਈਡੀਓਲੋਜੀ ਸਮਝਦੀ ਹੈ ਕਿ ਬਹੁਤ ਹੀ ਸੌਫਟ ਨੇ, ਬਹੁਤ ਹੀ ਡੈਲੀਕੇਟ ਨੇ, ਤੇ ਉਹਨਾਂ ਦਾ ਕੰਮ ਕੋਈ ਨਹੀਂ ਹੈਗਾ 8 ਵਜੇ ਤੋਂ ਬਾਅਦ ਸੜਕਾਂ ਤੇ ਆਉਣਾ, ਉਹਨਾਂ ਦਾ ਕੰਮ ਸਿਰਫ ਰਸੋਈਆਂ 'ਚ, ਆਪਣੇ ਕਮਰਿਆਂ 'ਚ, ਦੈਟਸ ਇਟ। ਇਹੋ ਜਿਹੀ ਆਈਡੀਓਲੋਜੀ ਨੂੰ ਕੁਐਸਚਨ ਕਰਨਾ ਅੱਜ ਦੇ ਟਾਈਮ 'ਤੇ ਸਾਡੀ ਜ਼ਰੂਰਤ ਹੈ, ਇਹ ਸਾਡੀ ਜ਼ਿੰਮੇਵਾਰੀ ਹੈ, ਤੇ ਉਹਨੂੰ ਅਸੀਂ ਇੱਥੇ ਸਟੂਡੈਂਟ ਸਟਰਗਲਸ ਦੇ ਥਰੂ ਲੈ ਕੇ ਆਈਏ। ਯੂਨੀਵਰਸਿਟੀ ਦਾ ਜਿਹੜਾ ਗਲਿਆ ਸਲਿਆ ਸਿਲੇਬਸ ਹੈ, ਸਿਰਫ ਉਹੀ ਪੜ੍ਹਨ ਨਹੀਂ ਅਸੀਂ ਆਏ, ਸਿਰਫ ਉਹ ਕਲਾਸਾਂ ਲਾ ਕੇ 9 ਤੋਂ 5 ਜਿਹੜੀਆਂ ਹੈਗੀਆਂ ਆਪਾਂ ਇੱਥੇ ਕੁਝ ਬਣਨ ਨਹੀਂ ਆਏ। ਇਹਨਾਂ ਨੂੰ ਪਤਾ ਹੈ ਕਿ ਅੱਜ ਜਿਹੜੀਆਂ ਕੁੜੀਆਂ ਇੱਥੇ ਇਕੱਠੀਆਂ ਹੋ ਗਈਆਂ, ਇੱਥੇ ਬਹਿ ਗਈਆਂ, ਮਾਪਿਆਂ ਤੋਂ ਨਹੀਂ ਡਰ ਰਹੀਆਂ, ਅਥਾਰਟੀਆਂ ਤੋਂ ਨਹੀਂ ਡਰ ਰਹੀਆਂ, ਪਰਚਿਆਂ ਤੋਂ ਨਹੀਂ ਡਰ ਰਹੀਆਂ, ਜਿਹੜੀਆਂ ਇੱਥੇ ਬੈਠ ਗਈਆਂ ਨੇ, ਕੱਲ੍ਹ ਨੂੰ ਇਹਨਾਂ ਦੇ ਘਰੇ ਆ ਕੇ ਇਹੋ ਜਿਹੇ ਵੀਰਾਂ ਦੀਆਂ ਜਦੋਂ ਪ੍ਰਾਪਰਟੀਆਂ ਮੰਗਣ ਲੱਗ ਗਈਆਂ ਤੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਣੀਆਂ। मतलब कैंपसिस ਵਿੱਚ अगर एग्जाम्पल देखी जाए, PIU ਦਾ ਵੀ ਇਹੀ ਹਾਲ ਹੈ, GNDU ਦਾ ਵੀ ਇਹੀ ਹਾਲ ਹੈ, ਪੰਜਾਬ ਯੂਨੀਵਰਸਿਟੀ ਵਿੱਚ ਵੀ ਇਹੀ ਲੜਾਈ ਚੱਲਦੀ ਰਹਿੰਦੀ ਹੈ ਕਿ 24 ਘੰਟੇ ਕੀਤਾ ਜਾਵੇ, 24 ਘੰਟੇ ਕੀਤਾ ਜਾਵੇ। ਹੁਣ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਅਸੀਂ ਇਹਦੀ ਕੋਈ ਪ੍ਰੋਡਕਟਿਵਿਟੀ ਲੈਣੀ ਹੈ, ਉਹਦੇ ਵਿੱਚ ਇਹ ਨਹੀਂ ਹੈਗਾ ਕਿ ਉਹ ਜਿਹੜੇ 8 ਤੋਂ ਬਾਅਦ ਵਾਲੇ ਘੰਟੇ ਆ ਉਹ ਅਸੀਂ ਕਿਵੇਂ ਵਰਤਣ ਵਾਲੇ ਆ।
ਜਾਂ ਉਹਦੇ ਵਿੱਚ ਅਸੀਂ ਕੀ ਕਰਨ ਵਾਲੇ ਹਾਂ, ਅਸੀਂ ਤੁਹਾਨੂੰ ਉਹਦਾ ਪਹਿਲਾਂ ਇੱਕ ਮੰਗ ਪੱਤਰ ਦਈਏ, ਉਹਦੇ ਬਾਰੇ ਤੁਹਾਨੂੰ ਦੱਸੀਏ ਕਿ ਅਸੀਂ ਕੀ ਕਰਨ ਵਾਲੇ ਹਾਂ। ਸਾਨੂੰ ਬਸ ਇਹ ਹੈ ਕਿ ਅਗਰ 2% ਵੀ ਕੁੜੀਆਂ ਚਾਹੁੰਦੀਆਂ, ਅਗਰ ਇੱਕ ਕੁੜੀ ਵੀ ਚਾਹੁੰਦੀ ਹੈ, ਉਹਨੂੰ ਰੋਕਿਆ ਕਿਉਂ ਜਾ ਰਿਹਾ? ਇਹੋ ਜਿਹੇ ਮਾਹੌਲ ਵਿੱਚ ਕਿਹੜਾ ਡਰ ਹੈ ਇੱਥੋਂ ਦੇ ਇੰਟੈਲੈਕਚੁਅਲਸ ਦਾ, ਇੱਥੋਂ ਦੇ ਇੰਟੈਲੀਜੈਂਟ ਕੌਨਸ਼ੀਅਸ ਸਟੂਡੈਂਟਸ ਦਾ ਕਿਹੜਾ ਡਰ ਹੈ ਜਿਹਦੇ ਵਜ੍ਹਾ ਤੋਂ ਇੱਥੋਂ ਦੀ ਨਾਰਮਲ ਕੁੜੀ ਬਾਹਰ ਨਹੀਂ ਨਿਕਲ ਸਕਦੀ? ਤਾਂ ਇੱਥੋਂ ਦੇ ਕੈਂਪਸ 'ਚ ਇੱਕ ਜਿਹੜਾ ਹਿਸਟਰੀ ਰਿਹਾ ਆ ਇੱਕ ਸਟਰਗਲਸ ਨੂੰ ਲੈ ਕੇ, ਉਹ ਇਸ ਪ੍ਰੋਟੈਸਟ ਤੋਂ ਵੀ ਸਾਫ਼ ਦਿਖ ਰਿਹਾ ਆ। ਤੇ ਜਿੰਨੀ ਵੀ ਆਰਗੇਨਾਈਜੇਸ਼ਨ ਇਹਦੇ ਨਾਲ ਪਾਰਟ ਬਣ ਰਹੇ ਨੇ, ਉਹ ਮਤਲਬ ਬਹੁਤ ਹੀ ਇੱਕ ਪ੍ਰੋਗਰੈਸਿਵ ਮੂਵਮੈਂਟ ਵੱਲ ਵੱਧ ਰਹੇ ਨੇ, ਕਿਉਂਕਿ ਜਿਹੜੀ ਅਸੀਂ ਬਰਾਬਰਤਾ ਦੇਖਦੇ ਹਾਂ ਉਹ ਸਿਰਫ ਔਰ ਸਿਰਫ ਬਾਹਰ ਦੀ ਸਟਰਗਲਸ ਨਾਲ ਨਹੀਂ ਆਉਣੀ, ਉਹ ਇੱਥੋਂ ਸ਼ੁਰੂ ਹੋਣੀ ਹੈ, ਉਹ ਇੱਥੋਂ ਦੇ ਸਟੂਡੈਂਟਸ ਤੋਂ ਸ਼ੁਰੂ ਹੋਣੀ ਹੈ। ਤਾਂ ਯੂਨੀਵਰਸਿਟੀ ਵਿੱਚ ਬਹੁਤ ਇੰਪੋਰਟੈਂਟ ਹੈ ਸਾਡਾ ਇਹਨਾਂ ਸਭ ਸਟਰਗਲਸ 'ਚ ਪਾਰਟਿਸਿਪੇਟ ਕਰਨਾ, ਨਾ ਕਿ ਸਿਰਫ ਆਪਣੀ ਕਲਾਸਾਂ 'ਚ ਬੈਠੇ ਰਹਿਣਾ। ਗਾਣੇ ਜੇ ਬੰਦ ਕਰ ਦੇਣਾ, ਕਿੱਧਰ ਵੱਜ ਜਾਵੇ ਕਿਸੇ ਦੇ ਬੈਗ 'ਚ ਫੋਨ ਆਇਆ ਹੋਇਆ ਤੇ ਕਦੋਂ ਦੇ ਅੱਛਾ ਆ ਰਹੇ ਨੇ ਯਾਰ ਰੇਡੀਓ ਬੰਦ ਕਰ ਰੇਡੀਓ ਚੱਲਣਾ ਅਮਨ ਦੇਖ सर अभी बाइट अभी ये इन लोगों का टाइम है। ਬਾਈਟ ਬਾਅਦ ਚ ਲੈ ਲਓ, ਕੁਝ ਮੀਡੀਆ ਵਾਲੇ ਬਾਈਟ ਲੈਣ ਨੂੰ ਕਹਿੰਦੇ, ਪਰ ਲੈਕਚਰ ਪੂਰਾ ਹੋ ਜਾਂਦਾ ਪਲੀਜ਼, ਹੈ ਨਾ, ਉਸ ਤੋਂ ਬਾਅਦ ਬਾਈਟ ਲੈ ਸਾਰੇ। ਤਾਂ ਆਪਾਂ ਗੱਲ ਕਰ ਰਹੇ ਹਾਂ ਪੈਟਰੀਆਰਕੀ ਦੀ, ਜਿਹੜੀ ਕਿ ਸਿਰਫ ਔਰਤ ਮਰਦ ਦੀ ਲੜਾਈ ਤੱਕ ਨਹੀਂ ਸੀਮਿਤ ਹੈਗੀ। ਮਤਲਬ ਔਰਤ ਮਰਦ ਦੀ ਲੜਾਈ ਹੋਈ ਨਹੀਂ ਹੈਗੀ। ਪਹਿਲੀ ਗੱਲ, ਪੈਟਰੀਆਰਕੀ ਇੱਕ ਮੁੰਡੇ ਕੁੜੀ ਦੀ ਲੜਾਈ ਨਹੀਂ ਹੈਗੀ, ਔਰਤ ਮਰਦ ਦੀ ਲੜਾਈ ਨਹੀਂ ਹੈਗੀ। ਇਹ ਕਾਇਮ ਰੱਖੀ ਜਾ ਰਹੀ ਹੈ ਕਿਉਂਕਿ ਬਹੁਤ ਹੀ ਮੁਨਾਫਾ ਹੈ ਪੈਟਰੀਆਰਕੀ ਤੋਂ, ਬਹੁਤ ਹੀ ਫਾਇਦਾ ਹੈ ਸਟੇਟ ਨੂੰ ਪੈਟਰੀਆਰਕੀ ਤੋਂ। ਅਗਰ ਇਹਨੂੰ ਕੁਐਸਚਨ ਕਰਨ ਲੱਗ ਪਈਆਂ ਔਰਤਾਂ, ਅਗਰ ਇਹਨੂੰ ਕੁਐਸਚਨ ਕਰਨ ਲੱਗ ਪਏ ਇੱਕ ਕੌਨਸ਼ੀਅਸ ਸਟੂਡੈਂਟਸ ਯੂਨੀਵਰਸਿਟੀਜ਼ ਦੇ, ਤਾਂ ਜਿਹੜਾ ਅਨਰਿਕੋਗਨਾਈਜ਼ਡ ਲੇਬਰ ਔਰਤਾਂ ਕਰਦੀਆਂ ਆ ਰਹੀਆਂ ਨੇ, ਉਹਨਾਂ 'ਚੋਂ ਮੁਨਾਫਾ ਕੌਣ ਕੱਢੇਗਾ? ਤਾਂ ਫਿਰ ਇੰਨੇ ਸਾਰੇ ਜਿਹੜੇ ਕੰਮ ਨੇ ਜਿਹੜੇ ਸਿਰਫ ਔਰ ਸਿਰਫ ਔਰਤਾਂ ਨੇ ਹੀ ਕਰਨੇ ਨੇ ਅੱਜ ਤੱਕ ਤੇ, ਜਿਹੜੇ ਸਿਰਫ ਔਰਤਾਂ ਦੇ ਝੋਲੀ ਹੀ ਨੇ, ਉਹਨਾਂ ਨੇ ਹੀ ਕਰਨੇ ਨੇ ਘਰਾਂ ਵਿੱਚ, ਉਹਨੂੰ ਸਟੇਟ ਕਿਵੇਂ ਰਿਸਪੌਂਸਿਬਿਲਿਟੀ ਲੈ ਲੇਗੀ ਕਰਚ ਖੋਲ ਕੇ ਜਾਂ ਫਿਰ ਇੱਥੇ ਮੈਸ ਖੋਲ ਕੇ? ਉਹ ਸਾਰਾ ਜਿਹੜਾ ਇੱਕ ਰਿਸਪੌਂਸਿਬਿਲਿਟੀ ਹੈ ਜਦੋਂ ਸਟੇਟ ਲੈਣ ਨੂੰ ਤਿਆਰ ਨਹੀਂ। ਇੱਥੋਂ ਦੀ ਜਿਹੜੀ ਸਟੇਟ ਹੈ ਜਿਹੜੀ ਕਿ ਆਪਣਾ ਮੁਨਾਫਿਆਂ ਤੇ ਚੱਲਦੀ ਹੈ, ਜਿਹੜੀ ਠੱਗੇ ਠੋਰੀਆਂ ਤੋਂ ਚੱਲਦੀ ਹੈ, ਉਹ ਅਗਰ ਔਰਤਾਂ ਉਹਨੂੰ ਖੁੱਲ੍ਹ ਕੇ ਆਵਾਜ਼ ਚੁੱਕ ਲਈ ਤਾਂ ਉਹ ਕਿੱਦਾਂ ਸਰਵਾਈਵ ਕਰੂਗੀ? ਤਾਂ ਇਸ ਲਈ ਅਥਾਰਟੀਜ਼ ਦਾ ਵੀ ਰਵੱਈਆ ਜਿਹੜਾ ਹੈਗਾ ਆ ਉਹ ਸਾਡੇ 24 ਘੰਟੇ ਨੂੰ ਲੈ ਕੇ ਨਹੀਂ, ਉਹ ਸੈਂਟਰ ਸਟੇਟ ਦੀਆਂ ਸਰਕਾਰਾਂ ਦੇ ਦੁਆਰਾ ਜਿਹੜਾ ਇੰਪੋਜ਼ਡ ਪੈਟਰੀਆਰਕੀ ਆਪਣੇ ਮੁਨਾਫਿਆਂ ਨੂੰ ਹੁੰਦਾ ਆ, ਉਹਦਾ ਹੀ ਇੱਕ ਰੂਪ ਇੱਥੋਂ ਦੀਆਂ ਅਥਾਰਟੀਜ਼ 'ਚ ਦਿਖਦਾ ਹੈ, ਉਹਦਾ ਹੀ ਰੂਪ ਸਾਨੂੰ ਇੱਥੇ ਸੈਪ ਵਰਗੀਆਂ ਆਰਗੇਨਾਈਜੇਸ਼ਨਸ 'ਚ ਦਿਖਦਾ ਹੈ। ਤਾਂ ਫਿਰ ਆਪਾਂ ਗੱਲ ਕਰੀਏ ਕਿ ਇਹਦਾ ਸੋਲੂਸ਼ਨ ਕਿਹੜੀ ਸਾਈਡ ਨੂੰ ਹੋਊਗਾ? ਅਸੀਂ ਸਾਰੇ ਜਿਹੜਾ ਇਕੱਠੇ ਹੋ ਰਹੇ ਹਾਂ, ਇਹਨੂੰ ਆਪਾਂ ਕਿਹੜੀ ਸਾਈਡ ਨੂੰ ਲੈ ਕੇ ਜਾ ਰਹੇ ਹਾਂ? ਪੈਟਰੀਆਰਕੀ ਨੂੰ ਕੁਐਸਚਨ ਯੂਨੀਵਰਸਿਟੀ ਕੈਂਪਸਿਸ ਤੋਂ ਕਰਦੇ ਹੋਏ ਇੱਕ ਜਿਹੜਾ ਆਰਗੇਨਾਈਜ਼ਡ ਹੋਣ ਦੀ ਲੋੜ ਹੈ, ਇੱਕ ਜਿਹੜਾ ਆਰਗੇਨਾਈਜ਼ ਤਰੀਕੇ ਦੇ ਨਾਲ ਸਾਨੂੰ ਸਭ ਨੂੰ ਇੱਕ ਮੂਵਮੈਂਟ, ਇੱਕ ਸਟਰਗਲ ਬਿਲਡ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਟਰਗਲਸ ਤੋਂ ਬਿਨਾਂ ਕੁਝ ਨਹੀਂ ਮਿਲਿਆ। 8 ਵਜੇ ਤੱਕ ਦਾ ਵੀ ਜਿਹੜਾ ਬਾਹਰ ਨਿਕਲਣ ਦਾ ਇਹ ਵੀ ਸਟਰਗਲਸ ਨਾਲ ਮਿਲਦਾ ਹੈ। ਅਗਰ ਪੰਜਾਬ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਪਰਫਾਰਮੇ ਵਰਗਾ ਇੱਕ ਪਰਚਾ ਜਿਹਦੇ ਤੇ 5-6 ਸਾਈਨ ਕਰਾ ਕੇ ਫਿਰ ਤੁਸੀਂ ਆਪਣੇ ਹੋਸਟਲ ਵੜਦੇ ਹੋ, ਉਹ ਵੀ ਮਿਲਿਆ ਆ, ਤਾਂ ਉਹ ਵੀ ਦਿਨ ਰਾਤ ਪ੍ਰੋਟੈਸਟਾਂ ਤੋਂ ਮਿਲਿਆ ਆ। ਉੱਥੇ ਨਾ ਇੱਕ ਬੜਾ ਹੀ ਫਨੀ ਆਰਗੂਮੈਂਟ ਇਦਾਂ ਦਾ ਹੁੰਦਾ ਹੈ ਕਿ ਲਾਇਬ੍ਰੇਰੀ ਪਰਫਾਰਮਾ ਤਾਂ ਹੈਗਾ ਆ, ਫਿਰ ਕੀ ਕਰਨਾ ਹੈ ਤੁਸੀਂ? ਮਤਲਬ ਫਿਰ ਬਾਹਰ ਨਿਕਲ ਕੇ ਕੀ ਕਰਨਾ ਹੈ? ਕੀ ਕੰਮ ਹੈ? ਕੀ ਲੋੜ ਹੈ ਤੁਹਾਡੀ ਬਾਹਰ ਨਿਕਲਣ ਦੀ? ਤੇ ਮੁੰਡਿਆਂ ਦੀ ਕੀ ਲੋੜ ਹੈ ਬਾਹਰ ਨਿਕਲਣ ਦੀ? ਜਿਹੜਾ ਇੱਕ ਕੈਂਪਸ ਹੈ, ਯੂਨੀਵਰਸਿਟੀ ਦਾ ਮਾਡਲ ਹੈ, ਇਹ ਇੱਕ ਐਗਜ਼ਾਮਪਲ ਹੁੰਦਾ ਆ ਕਿ ਸਮਾਜ ਕਿਹੋ ਜਿਹਾ ਹੋਊਗਾ, ਉਹ ਕਿਹੋ ਜਿਹੇ ਲੋਕਾਂ ਨੂੰ ਸਪੇਸ ਦਊਗਾ, ਉਹ ਕਿੱਦਾਂ ਦੋਨਾਂ ਦੇ ਰਾਈਟਸ ਨੂੰ ਸਪੇਸ ਦਊਗਾ। ਤੇ ਸਾਡੇ ਕੈਂਪਸਿਸ ਵਿੱਚ ਤਾਂ ਖੁੱਲ੍ਹ ਕੇ ਮਸ਼ਹੂਰੀ ਕੀਤੀ ਜਾਂਦੀ ਹੈ ਕਿ ਕੁੜੀਆਂ ਨੂੰ ਤਾਂ ਅਸੀਂ ਇੰਨੇ ਟਾਈਮ ਤੇ ਜੰਦਰਾ ਲਾ ਦਿੱਤਾ, ਤਾਂ ਮੁੰਡੇ ਇੰਨੇ ਟਾਈਮ ਤੇ ਸਾਰੇ ਟਾਈਮ ਤੱਕ ਬਾਹਰ ਰਹਿੰਦੇ ਨੇ। ਤਾਂ ਕੀ ਅਸੀਂ ਇਸ ਐਜੂਕੇਸ਼ਨ ਸਿਸਟਮ ਨੂੰ ਸੋਚ ਰਹੇ ਹਾਂ ਕਿ ਇਹ ਕੋਈ ਮਾਡਲ ਖੜਾ ਕਰ ਰਿਹਾ ਹੈ ਉਹ ਪਿੰਡਾਂ ਸ਼ਹਿਰਾਂ ਲਈ, ਇਹ ਕੋਈ ਮਾਡਲ ਖੜਾ ਕਰ ਰਿਹਾ ਹੈ ਉਹ ਸੁਸਾਇਟੀ ਲਈ ਜਿਹੜੇ ਅਸੀਂ ਸਾਰੇ ਚਾਹੁੰਦੇ ਹਾਂ? ਤਾਂ ਉਹ ਮਾਡਲ ਦੀ ਸ਼ੁਰੂਆਤ ਅਸੀਂ ਕਰਨੀ ਹੈ। ਇਹ ਕੋਈ ਹਵਾ ਵਿੱਚ ਕਨਸੈਪਟ ਨਹੀਂ ਹੈਗਾ। ਇਹ ਜਿਹੜੀ ਸਪੇਸਿਸ ਅਸੀਂ ਰੀਕਲੇਮ ਕਰ ਰਹੇ ਹਾਂ, ਉਹਦਾ ਪਰਪਸ ਇੱਕ ਪ੍ਰੋਗਰੈਸਿਵ ਸੁਸਾਇਟੀ ਵੱਲ ਹੈ, ਤੇ ਉਹ ਇਹਨਾਂ ਦੇ ਫਿਊਡਲ ਮਾਈਂਡਸ ਤੱਕ ਵੀ ਭੇਜਣ ਦੀ ਲੋੜ ਹੈਗੀ ਹੈ ਕਿ ਜਿਹੜੇ ਅਸੀਂ ਇੱਥੇ ਸਟੈਪਸ ਲੈ ਰਹੇ ਹਾਂ, ਇਹ ਅੱਗੇ ਬਹੁਤ ਹੀ ਸੋਹਣੇ ਔਰ ਇਕੁਅਲ ਸਪੇਸਿਸ ਵਾਲੇ ਸਮਾਜ ਵਾਸਤੇ ਹੈ। ਉਹਦੇ ਇਲਾਵਾ ਗੱਲ ਕਰਾਂ ਤਾਂ ਇੱਕ ਜਿਹੜਾ ਇਕਨੋਮਿਕ ਆਪਾਂ ਡਿਪੈਂਡੈਂਟ ਹੁੰਦੇ ਆ, ਕੁੜੀਆਂ ਬਹੁਤ ਹੀ ਇਕਨੋਮਿਕਲੀ ਡਿਪੈਂਡੈਂਟ ਹੁੰਦੀਆਂ ਨੇ ਆਪਣੇ ਪੇਰੈਂਟਸ ਤੇ, ਜਿਹਦੀ ਵਜ੍ਹਾ ਤੋਂ
ਉਹ ਆਪਣੇ ਦਾਇਰੇ ਤੋਂ ਵੱਧ ਨਹੀਂ ਸੋਚ ਪਾਉਂਦੀਆਂ, ਕਿਉਂਕਿ ਕੁਝ ਵੀ ਕਰ ਲਓ ਫਿਰ ਘਰੋਂ ਫੋਨ ਆ ਜਾਣਾ ਕਿ ਵਾਪਸ ਆ ਜਾਓ, ਕੋਈ ਲੋੜ ਨਹੀਂ ਪੜ੍ਹਨ ਦੀ। ਇਹ ਚੀਜ਼ ਮੁੰਡਿਆਂ ਵਿੱਚ ਨਹੀਂ ਦਿਖਦੀ, ਇਹ ਵਾਲਾ ਇਕਨੋਮਿਕ ਡਿਪੈਂਡੈਂਸੀ। ਤਾਂ ਕਿਤੇ ਵੀ ਜਿੱਥੇ ਵੀ ਔਰਤਾਂ ਆਪਣੀ ਇਕਨੋਮਿਕਲੀ ਇੰਡੀਪੈਂਡੈਂਟਲੀ ਚੱਲਦੀਆਂ ਨੇ, ਉੱਥੇ ਉਹਨਾਂ ਦੀ ਅਸੈਸ਼ਨ ਦਿਖਦੀ ਹੈ। ਚਾਹੇ ਉਹ ਬਸਤੀਆਂ ਵਿੱਚ, ਚਾਹੇ ਉਹ ਸ਼ਹਿਰਾਂ ਵਿੱਚ ਕੰਮ ਕਰਦੀਆਂ ਔਰਤਾਂ ਨੇ, ਉਹ ਆਪਣੇ ਹੱਕ ਲੈਣ ਅੱਗੇ ਆਉਂਦੀਆਂ ਨੇ। ਤੇ ਇੱਥੇ ਯੂਨੀਵਰਸਿਟੀਆਂ ਵਿੱਚ ਵੀ ਜਿਹੜਾ ਇੱਕ ਕੌਨਸ਼ੀਅਸ ਸੈਕਸ਼ਨ ਹੈ, ਜਿਹੜਾ ਪੜ੍ਹਿਆ ਲਿਖਿਆ ਸੈਕਸ਼ਨ ਹੈ, ਜਦੋਂ ਇਹੋ ਜਿਹੇ ਕੁਐਸਚਨ ਕਰਨ ਲੱਗ ਜਾਂਦਾ ਹੈ, ਆਪਣੇ ਸਬਜੈਕਟ ਤੋਂ ਬਾਹਰ ਆ ਕੇ ਪਿੱਤਰ ਸੱਤਾ ਵਰਗੀਆਂ ਗੱਲਾਂ ਕਰਨ ਲੱਗ ਜਾਂਦਾ ਹੈ, ਤਾਂ ਫਿਰ ਉਹ ਸਹੀ ਰਾਏ ਜਦੋਂ ਪੈਂਦਾ ਹੈ, ਉਦੋਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਇਹ ਜਰ ਨਹੀਂ ਸਕਦੇ ਉਹ ਚੀਜ਼ਾਂ ਨੂੰ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਅਗਰ ਇੱਥੋਂ ਬਾਹਰ ਨਿਕਲੇ ਤੇ ਸਾਡੀਆਂ ਡਿਮਾਂਡਸ 24 ਘੰਟੇ ਤੋਂ ਵੱਧ ਕੇ ਕਈ ਗੁਣਾ ਵੱਧ ਇਹਨਾਂ ਦੇ ਪਹਿਲਾਂ ਗਲੇ ਨੱਪਣ ਤੇ ਜਾਣੀਆਂ ਨੇ। ਤਾਂ ਬਹੁਤ ਜ਼ਰੂਰਤ ਹੈ ਸਾਡਾ ਇਹੋ ਜਿਹੇ ਸਟਰਗਲਸ ਨੂੰ ਬਿਲਡ ਕਰਦੇ ਰਹਿਣ ਦੀ, ਤੇ ਸਾਡੇ ਇਹੋ ਜਿਹੇ ਸਟਰਗਲ ਨੂੰ ਅੱਗੇ ਲੈ ਕੇ ਜਾ ਕੇ ਆਪਣਾ ਜਿਹੜਾ 24 ਆਵਰ ਦਾ ਡਿਮਾਂਡ ਹੈ ਉਹਨੂੰ ਫੁਲਫਿਲ ਕਰਾਉਣ ਦੀ। ਉਹਦੇ ਇਲਾਵਾ ਮੈਂ ਗੱਲ ਕਰੂੰਗੀ ਕਿ ਜਿਹੜਾ ਘਰਾਂ ਤੋਂ ਅਸੀਂ ਜਿਹੜਾ ਇੱਕ ਬਹੁਤ ਹੀ ਜ਼ਿਆਦਾ ਬੋਲਿਆ ਜਾਂਦਾ ਹੈ ਕਿ ਪਰਮਿਸ਼ਨ ਲੈ ਲੈਂਦੇ ਆ, ਇੱਥੇ ਰੈਫਰੈਂਡਮ ਕਰਾ ਲੈਂਦੇ ਆ। ਕਿਉਂ ਨਾ ਘਰਦਿਆਂ ਤੋਂ ਪੁੱਛਿਆ ਜਾਏ ਕਿ ਕੁੜੀਆਂ ਨੂੰ ਅਲਾਉਡ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ ਅਲਾਉਡ ਹੋਣਾ ਚਾਹੀਦਾ। ਇਹੋ ਜਿਹੀਆਂ ਅਥਾਰਟੀਜ਼ ਨੂੰ, ਇਹੋ ਜਿਹੀਆਂ ਆਰਗੇਨਾਈਜੇਸ਼ਨਸ ਨੂੰ ਇੱਕ ਸਵਾਲ ਕੀਤਾ ਜਾਵੇ ਕਿ ਜਦੋਂ ਸਾਡੀ ਫੀ ਹਾਈਕ ਹੁੰਦੀ ਹੈ, ਜਦੋਂ ਡਾਇਰੈਕਟਲੀ ਸਾਡੇ ਪੇਰੈਂਟਸ ਦਾ ਬਜਟ ਹਿੱਲਣ ਵਾਲਾ ਹੈ, ਜਦੋਂ ਉਹਨਾਂ ਦੀ ਜੇਬਾਂ 'ਚੋਂ ਖਰਚਾ ਜਾਣ ਵਾਲਾ ਹੈ, ਕਿ ਉਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਫੀਸ ਵਧਾਈਏ ਕਿ ਨਾ ਵਧਾਈਏ। ਜਦੋਂ ਉਸ ਟਾਈਮ ਤੇ ਸਵਾਲ ਨਹੀਂ ਕੀਤਾ ਜਾਂਦਾ, ਤੇ ਅੱਜ ਜਦੋਂ ਸਾਡੀ ਆਜ਼ਾਦੀ ਦਾ ਸਵਾਲ ਹੈ, ਅੱਜ ਜਦੋਂ ਸਵਾਲ ਹੈ ਕਿ ਅਸੀਂ ਬਾਹਰ ਨਿਕਲ ਸਕਦੇ ਹਾਂ ਜਾਂ ਨਹੀਂ, ਉਦੋਂ ਬਹੁਤ ਜ਼ਿਆਦਾ ਸਾਡੇ ਪੇਰੈਂਟਸ ਦਾ ਕੰਸਰਨ ਲੈ ਕੇ ਆਇਆ ਜਾਂਦਾ ਹੈ ਅੱਗੇ। ਤਾਂ ਕਿੱਦਾਂ ਸ਼ੁਰੂ ਤੋਂ ਸਾਡੀਆਂ ਪੈਟਰੀਆਰਕਲ ਚੇਨਸ ਬਦਲਦੀਆਂ ਰਹੀਆਂ ਨੇ। ਘਰ ਵਿੱਚ ਪਹਿਲਾਂ ਉਹ ਪੇਰੈਂਟਸ ਤੋਂ ਸ਼ੁਰੂ ਹੁੰਦੀ ਹੈ, ਛੋਟਾ ਭਰਾ ਵੀ ਹੁੰਦਾ ਹੈ ਤੇ ਉਹਦੇ ਨਾਲ ਜਾਣਾ ਹੈ, ਉਹਦੀ ਗੱਲ ਸੁਣਨੀ ਹੈ, ਔਰ ਇੱਥੇ ਆ ਕੇ ਇਹਨਾਂ ਅਥਾਰਟੀਜ਼ ਨੂੰ ਦੇਖ ਕੇ, ਔਰ ਇੱਥੇ ਜਿਹੜੇ ਵੀਰ ਜੀ ਫਿਰਦੇ ਨੇ ਉਹਨਾਂ ਨੂੰ ਦੇਖ ਕੇ ਉਹ ਡਿਸਾਈਡ ਕਰਨਗੇ ਕਿ ਅਸੀਂ ਕਿੰਨੇ ਵਜੇ ਤੱਕ ਬਾਹਰ ਨਿਕਲ ਸਕਦੇ ਜਾਂ ਕਿੰਨੇ ਵਜੇ ਤੱਕ। ਔਰ ਇੰਨੀ ਨਾ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ। ਇੰਨੀ ਫਿਕਰ ਹੁੰਦੀ ਤੇ ਅੱਜ ਇਹ ਇੱਥੇ ਬੈਠੇ ਹੁੰਦੇ। ਜੇ ਇੰਨੀ ਫਿਕਰ ਹੁੰਦੀ ਤੇ ਅੱਜ ਇਹ ਇੱਥੇ ਸਾਡੇ ਰਾਈਟਸ ਲਈ ਬੈਠੇ ਹੁੰਦੇ, ਨਾ ਕਿ ਇੱਥੇ ਗੇੜੀਆਂ ਲਾਉਣ ਵਾਲੇ ਕਲਚਰ ਨੂੰ ਪ੍ਰਮੋਟ ਕਰਦੇ, ਨਾ ਕਿ ਇੱਥੇ ਇੱਕ ਗੁੰਡਾਗਰਦੀ ਵਾਲਾ ਕਲਚਰ ਨੂੰ ਪ੍ਰਮੋਟ ਕਰਦੇ। ਜਦੋਂ ਯੂਨੀਵਰਸਿਟੀ ਕੈਂਪਸਿਸ ਵਿੱਚ ਜਦੋਂ ਬਾਹਰੋਂ ਆਪਣੇ ਗੁੰਡੇ ਲੈ ਕੇ ਆਉਂਦੇ ਨੇ, ਤਾਂ ਕੀ ਉਦੋਂ ਆਪਣੀਆਂ ਭੈਣਾਂ ਲਈ ਬਹੁਤ ਸੇਫ এনवायरमेंट ਲੈ ਕੇ ਆ ਰਹੇ ਨੇ? ਕੀ ਉਦੋਂ ਆਪਣੀਆਂ ਭੈਣਾਂ ਲਈ ਇੱਥੇ ਬਹੁਤ ਜ਼ਿਆਦਾ ਇੱਕ ਜਿਹਨੂੰ ਕਹਿੰਦੇ ਨੇ ਪ੍ਰੋਗਰੈਸਿਵ এনवायरमेंट ਲੈ ਕੇ ਆ ਰਹੇ ਨੇ? ਤਾਂ ਇਹੋ ਜਿਹੀ ਆਰਗੇਨਾਈਜੇਸ਼ਨ ਚਾਹੇ ਜਿੰਨੀਆਂ ਵੀ ਹੋਣ, ਇਹਨਾਂ ਨੂੰ ਜਵਾਬ ਦੇਣ ਵਾਲੀਆਂ ਪ੍ਰੋਗਰੈਸਿਵ ਆਰਗੇਨਾਈਜੇਸ਼ਨ, ਆਪਣੇ ਵਰਗੀਆਂ ਆਰਗੇਨਾਈਜੇਸ਼ਨਸ ਉੱਥੇ ਖੜੀਆਂ ਰਹੀਆਂ ਨੇ, ਤੇ ਆਪਾਂ ਅੱਗੇ ਵੀ ਕੰਮ ਕਰਦੇ ਰਵਾਂਗੇ ਇਹਨੂੰ ਲੈ ਕੇ। ਯੂਨੀਵਰਸਿਟੀਜ਼ ਵਿੱਚ ਜਿੱਥੇ ਵੀ ਕੋਈ ਇਹੋ ਜਿਹਾ ਕੁਐਸਚਨ ਆਉਂਦਾ ਆ, ਉਹਦੇ ਵਿੱਚ ਬਹੁਤ ਹੀ ਵਧੀਆ ਰੋਲ ਰਹਿੰਦਾ ਹੈ ਜਦੋਂ ਟੀਚਰਸ ਵੀ ਉਹਦੇ ਵਿੱਚ ਆਉਂਦੇ ਨੇ, ਜਦੋਂ ਟੀਚਰਸ ਵੀ ਤਾਂ ਉਹਦੇ ਲਈ ਬਹੁਤ ਹੀ ਜ਼ਿਆਦਾ ਇੱਕ ਪੋਜ਼ਿਟਿਵ ਮੈਸੇਜ ਅੱਗੇ ਭੇਜਦੇ ਨੇ। ਤਾਂ ਫਿਰ ਉਹ ਕਹਿ ਦਿੱਤੇ ਜਾਂਦੇ ਨੇ ਕਿ ਕੀ ਭੜਕਾਊ ਮੈਸੇਜ ਪਾ ਰਹੇ ਨੇ, ਕੀ ਫੇਸਬੁੱਕ ਤੇ ਭੜਕਾਊ ਚੀਜ਼ਾਂ ਪਾ ਰਹੇ ਨੇ, ਕਿਉਂਕਿ ਪ੍ਰੋਗਰੈਸਿਵ ਗੱਲਾਂ ਅੱਜ ਦੇ ਟਾਈਮ ਤੇ ਕਿਸੇ ਤੋਂ ਵੀ ਜਰੀਆਂ ਨਹੀਂ ਜਾ ਰਹੀਆਂ। ਉਹ ਜਾਂ ਤਾਂ ਉਹਨਾਂ ਦੇ ਘਰੇ ਜਾ ਕੇ ਗੌਰੀ ਲੰਕੇਸ਼ ਵਾਂਗੂ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ, ਜਾਂ ਫਿਰ ਕਿਤੇ ਨਾ ਕਿਤੇ ਮੌਬ ਲਿੰਚਿੰਗ ਵਰਗੀ ਚੀਜ਼ਾਂ ਨੂੰ ਪ੍ਰੋਪਗੇਟ ਕੀਤਾ ਜਾਂਦਾ ਹੈ। ਤਾਂ ਇੱਥੇ ਅਸੀਂ ਸਟੂਡੈਂਟਸ ਜਿਹੜੇ ਇਕੱਠੇ ਹੋਏ ਆ, ਤੇ ਜਿਹੜੇ ਟੀਚਰਸ ਦੀ ਸੋਲੀਡੈਰਿਟੀ ਸਾਡੇ ਨਾਲ ਸਟੈਂਡ ਕਰਦੀ ਹੈ, ਜਿਹੜੇ ਸਟਾਫ ਦੀ ਸੋਲੀਡੈਰਿਟੀ ਸਾਡੇ ਨਾਲ ਸਟੈਂਡ ਕਰਦੀ ਹੈ, ਜਿਹੜੇ ਪੰਜਾਬ ਦੀਆਂ ਤਮਾਮ ਆਰਗੇਨਾਈਜੇਸ਼ਨਸ ਦੀ ਸੋਲੀਡੈਰਿਟੀ ਸਾਡੇ ਨਾਲ ਸਟੈਂਡ ਕਰਦੀ ਹੈ, ਉਹਦੀ ਅੱਜ ਦੇ ਟਾਈਮ ਤੇ ਅਹਿਮੀਅਤ ਬਹੁਤ ਜ਼ਿਆਦਾ ਹੈ, ਜ਼ਰੂਰਤ ਬਹੁਤ ਜ਼ਿਆਦਾ ਹੈ, ਔਰ ਇਸ ਨੂੰ ਅੱਗੇ ਸਟਰਗਲਸ ਦੀ ਫਾਰਮ ਵਿੱਚ ਬਿਲਡ ਕਰਨ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਤਾਂ ਮੈਂ ਦੋਸਤਾਂ ਨੂੰ ਇਹੀ ਕਹੂੰਗੀ ਕਿ ਕੋਈ ਵੀ ਚੀਜ਼ ਕਿਸੇ ਵੀ ਆਈਸੋਲੇਸ਼ਨ 'ਚ ਨਹੀਂ ਚੱਲਦੀ। ਅਗਰ ਆਪਾਂ ਔਰਤਾਂ ਦੀ ਆਜ਼ਾਦੀ ਚਾਹੁੰਦੇ ਹਾਂ, ਆਪਾਂ ਅਗਰ ਇੱਕ ਇਕੁਅਲ ਸਮਾਜ ਚਾਹੁੰਦੇ ਹਾਂ ਔਰਤਾਂ ਤੇ ਮਰਦਾਂ ਲਈ, ਤਾਂ ਉਹ ਇਕੱਲੇ ਵਿੱਚ ਕੁਝ ਨਹੀਂ ਚੱਲੇਗਾ। ਇਹ ਬਹੁਤ ਹੀ ਸਿਸਟਮੈਟਿਕਲੀ ਇੱਕ ਸਟੇਟ ਦਾ ਢਾਂਚੇ ਨੂੰ ਕੁਐਸਚਨ ਕਰੇਗਾ, ਇੱਕ ਸਿਸਟਮ ਨੂੰ ਕੁਐਸਚਨ ਕਰੇਗਾ। ਆ ਇੰਸਟੀਟਿਊਸ਼ਨ ਜਿਹੜੀ ਆਪਾਂ ਅੱਜ ਜਿਹਨੂੰ ਆਪਾਂ ਕੁਐਸਚਨ ਕਰਨ ਇੱਥੇ ਬੈਠੇ ਆ, ਉਹ ਇੰਨੀ ਹਲਕੀ ਫੁਲਕੀ ਨਹੀਂ ਹੈ। ਉਹ ਜੜ੍ਹਾਂ 'ਚ ਫੈਲੀ ਹੋਈ ਹੈ, ਕੁੜੀਆਂ ਦੇ ਵੀ, ਮੁੰਡਿਆਂ ਦੇ ਵੀ, ਅਥਾਰਟੀਜ਼ ਦੇ ਵੀ, ਸਟੇਟਸ ਦੇ ਵੀ। ਤਾਂ ਇਹਨੂੰ ਜਿਹੜਾ ਜਵਾਬ ਹੈ ਉਹ ਵੀ ਬਹੁਤ ਹੀ ਤਿੱਖਾ, ਉਹ ਬਹੁਤ ਹੀ ਮਜ਼ਬੂਤ, ਬਹੁਤ ਹੀ ਆਰਗੇਨਾਈਜ਼ਡ। ਉਹ ਕੱਲਾ ਆਪਣਾ ਇੰਡੀਵਿਜੂਅਲ ਫਰੀडम ਲੱਭਣ ਵਿੱਚ ਨਹੀਂ ਹੋਊਗੀ ਕਿ ਮੈਨੂੰ 9 ਵਜੇ ਤੱਕ ਦਾ ਚਾਹੀਦਾ ਆ, ਮੈਨੂੰ ਫਲਾਣੇ ਚੀਜ਼ ਤੱਕ ਦਾ ਚਾਹੀਦਾ ਆ, 8 ਤੋਂ 10 ਤੱਕ ਦਾ ਚਾਹੀਦਾ ਆ। ਉਹ ਇੱਥੋਂ ਤੱਕ ਹੀ ਸੀਮਿਤ ਰਹੂਗੀ, ਉਹ ਅੱਗੇ ਜਾਊਗੀ, ਉਹ ਆਪਣੇ ਰਾਈਟਸ ਨੂੰ ਕਲੇਮ ਕਰਨ ਜਾਊਗੀ। ਤਾਂ ਮੈਂ ਅਖੀਰ ਵਿੱਚ ਇਹੀ ਕਹੂੰਗੀ ਕਿ ਆਪਾਂ ਸਾਰੇ ਇਸ ਆਰਗੇਨਾਈਜ਼ਡ ਪਲੇਟਫਾਰਮ ਨੂੰ ਅੱਗੇ ਹੋਰ ਵੀ ਵੱਧ ਲੈ ਕੇ ਚੱਲੀਏ। ਇਸ ਆਰਗੇਨਾਈਜ਼ਡ ਪਲੇਟਫਾਰਮ ਨੂੰ ਆਪਾਂ ਆਪਣੇ ਡਿਮਾਂਡਸ ਨੂੰ ਹੋਰ ਵੀ ਜਿਹੜੇ ਓਪਰੈਸਡ ਸੈਕਸ਼ਨਸ ਨੇ ਉਹਨਾਂ ਦੇ ਨਾਲ ਜੋੜਦੇ ਹੋਏ ਅੱਗੇ ਲੈ ਕੇ ਜਾਈਏ, ਤੇ ਆਪਣੀ ਸਟਰਗਲਸ ਵਿੱਚ ਪਾਰਟਿਸਿਪੇਟ ਕਰੀਏ ਐਜੂਕੇਸ਼ਨ ਸਿਸਟਮ ਦੇ ਥਰੂ ਹੀ। ਇਹ ਜਿਹੜੇ ਐਜੂਕੇਸ਼ਨਲ ਸਪੇਸ ਆ, ਇਹਨੂੰ ਜਿਹੜਾ ਆਪਾਂ ਬਹੁਤ ਹੀ ਪ੍ਰੋਗਰੈਸਿਵਲੀ ਯੂਜ਼ ਕਰ ਰਹੇ ਹਾਂ, ਇਹਨੂੰ ਆਪਾਂ ਬਾਹਰ ਦੇ ਸਮਾਜ ਵਿੱਚ ਵੀ ਲੈ ਕੇ ਜਾਈਏ, ਇਹਨੂੰ ਆਪਾਂ
ਥਰੂ ਆਊਟ ਦ ਯੂਨੀਵਰਸਿਟੀਜ਼ ਜਿਹੜੀਆਂ ਬਾਕੀ ਯੂਨੀਵਰਸਿਟੀਜ਼ ਨੇ ਉਹਨਾਂ ਨਾਲ ਵੀ ਕੋਲੈਬੋਰੇਸ਼ਨ 'ਚ ਲੈ ਕੇ ਜਾਈਏ ਤੇ ਇਸ ਆਰਗੇਨਾਈਜ਼ ਸਟਰਗਲ ਨੂੰ ਆਪਾਂ ਜਿਹੜਾ ਇੱਕ ਸਟੇਟ ਦਾ ਏਜੰਡਾ ਆ ਉਹਨੂੰ ਇੱਥੋਂ ਕੁਐਸਚਨ ਕਰੀਏ। ਤਾਂ ਦੋਸਤੋ ਨਾਰੇ ਨਾਲ ਹੀ ਕੰਕਲੂਡ ਕਰਾਂਗੇ। पितर सता की कब्र खुदेगी बीयूपी की धरती पे, पितर सता की कब्र खुदेगी बीयूपी की धरती पे, इनकलाब जिंदाबाद जिंदाबाद जिंदाबाद, इनकलाबो 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 इनकलाब जिंदाबाद 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 जिंदाबाद, इनकलाबो 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 इनकलाब जिंदाबाद 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 जिंदाबाद। ਪਹਿਲਾਂ ਤਾਂ ਮੈਂ ਕਨੂ ਪ੍ਰਿਆ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਹੁਣ ਮੈਂ ਇੱਕ ਦੋ ਨਾ ਅਨਾਉਂਸਮੈਂਟਸ ਕਰਨੀ। ਇੱਕ ਤਾਂ ਆਪਾਂ ਡਿਸਕਸ਼ਨ ਰੱਖੀ ਹੈ ਇਹਦੇ ਲਈ, ਕੋਈ ਜਾਇਓ ਨਾ, ਡਿਸਕਸ਼ਨ ਹੋਊਗੀ। ਡਿਸਕਸ਼ਨ ਲਈ 4 ਲੜਕੀਆਂ ਦਾ ਪੈਨਲ ਤੁਹਾਡੇ ਅੱਗੇ ਖੜੇਗਾ। ਉਹ 'ਚ ਕਨੂ ਪ੍ਰਿਆ ਹੋਣਗੇ, ਜਸਪ੍ਰੀਤ ਡੀਐਸਓ, ਗਗਨਦੀਪ ਡੀਐਸਓ ਤੇ ਗੁਰਵਿੰਦਰ ਡੀਐਸਓ। ਇਹ 4 ਲੜਕੀਆਂ ਉਸ ਡਿਸਕਸ਼ਨ ਨੂੰ ਮਤਲਬ ਕੋਆਰਡੀਨੇਟ ਕਰਨਗੀਆਂ। ਤੇ ਮੈਂ ਇੱਕ ਦੋ ਗੱਲਾਂ ਕਹਿਣੀਆਂ ਸੀ ਕਿ ਜਿਵੇਂ ਮੈਂ ਸੁਣ ਰਹੀ ਸੀ ਕਿ ਉਹਨਾਂ ਨੇ ਇੱਕ ਗੱਲ ਬੋਲੀ ਕਿ ਕਿਵੇਂ ਜਿਹੜੀ ਪੈਟਰੀਆਰਕੀ ਹੈ, ਜਿਹੜਾ ਸਟੇਟ ਨੂੰ ਜਾਂ ਸਾਡੀ ਸੁਸਾਇਟੀ ਨੂੰ ਤੋਂ ਮੁਨਾਫਾ ਹੋ ਰਿਹਾ, ਉਹ ਕਿਵੇਂ ਰੁਕ ਜੂਗਾ। ਇਹ ਮੈਨੂੰ ਬਹੁਤ ਸੋਹਣੀ ਗੱਲ ਲੱਗੀ ਕਿ ਸੱਚੀ 'ਚ ਬਹੁਤ ਵੱਡਾ ਘਾਟਾ ਪਊਗਾ, ਜਿਹੜਾ ਕਿ ਜਰਨਾ ਸੱਚੀ ਮੁੱਚੀ 'ਚ ਬਹੁਤ ਜ਼ਿਆਦਾ ਔਖਾ ਹੈ। ਉਹਦੇ ਲਈ ਦਿਲ ਤੇ ਹੱਥ ਰੱਖਣਾ ਹੀ ਪਊਗਾ ਤੇ ਜੇ ਹੁਣੇ ਰੱਖ ਲਾਂਗੇ ਤਾਂ ਚੰਗੇ ਰਵਾਂਗੇ, ਨਹੀਂ ਫਿਰ ਔਖੇ ਹੋਵਾਂਗੇ। ਤੇ ਦੂਸਰੀ ਗੱਲ ਕਿ ਜਿਹੜਾ ਮਤਲਬ ਬॉयਜ਼ ਜਿਹੜੇ ਸਾਡੇ ਉਹ ਵੀਰੇ ਨੇ, ਮੈਨੂੰ ਲੱਗਦਾ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਉਹ ਕੌਣ ਹੁੰਦੇ ਨੇ ਸਾਨੂੰ ਦੇਣ ਵਾਲੇ ਆਜ਼ਾਦੀ, ਉਹਨਾਂ ਆਪਦੇ ਆਪ ਨੂੰ ਦਾਨੀ ਸਮਝਦੇ ਨੇ। ਦਾਨੀ ਕਿ ਅਸੀਂ ਦਾਨੀ ਹਾਂ, ਅਸੀਂ ਡਿਸਾਈਡ ਕਰਾਂਗੇ ਕਿ ਕਿਹਨੂੰ ਕਿੰਨੀ ਕੁ ਚੀਜ਼ ਦੇਣੀ ਹੈ, ਕੁੜੀਆਂ ਨੂੰ ਕਿੰਨੀ ਕੁ ਆਜ਼ਾਦੀ ਦੇਣੀ ਹੈ, ਕਿੱਥੋਂ ਤੱਕ ਦੇਣੀ ਹੈ, ਟਾਈਮ ਕਿੰਨਾ ਉਹ ਬਾਹਰ ਆ ਸਕਦੀਆਂ ਨੇ, ਕਿੱਥੇ ਉਹ ਜਾ ਸਕਦੀਆਂ ਨੇ, ਕੀ ਉਹ ਪਹਿਨ ਸਕਦੀਆਂ ਨੇ। ਇਹ ਉਹ ਨਹੀਂ ਡਿਸਾਈਡ ਕਰਨਗੇ, ਇਹ ਅਸੀਂ ਖੁਦ ਡਿਸਾਈਡ ਕਰਾਂਗੇ ਕਿਉਂਕਿ ਅਸੀਂ ਇੰਨੇ ਕੁ ਕੈਪੇਬਲ ਹੈਗੇ ਹਾਂ ਤੇ ਸਾਡੀ ਇੰਨੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਹੁਣ ਡਿਸਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਕਨੂ ਪ੍ਰਿਆ ਐਸਐਫਐਸ ਨੂੰ ਬਿਲੋਂਗ ਕਰਦੇ ਨੇ, ਸਭ ਨੂੰ ਪਤਾ ਹੋਊਗਾ। ਐਸਐਫਐਸ ਤੋਂ ਉਹਨਾਂ ਦੇ ਨਾਲ ਕੁਝ ਵਿਦਿਆਰਥੀ ਸਾਥੀ ਆਏ ਨੇ, ਉਹਨਾਂ ਵਿੱਚੋਂ ਨਿੱਕੀ ਨੂੰ ਮੈਂ ਰਿਕੁਐਸਟ ਕਰਦੀ ਹਾਂ ਕਿਉਂਕਿ ਉਹਨਾਂ ਦਾ ਵੀ ਇੱਕ ਕਲਚਰਲ ਫਰੰਟ ਹੈ, ਉਹ ਵੀ ਇੱਕ ਅਲਟਰਨੇਟਿਵ ਕਲਚਰ ਦੇਣ ਦੀ ਕੋਸ਼ਿਸ਼ ਕਰਦੇ ਆ, ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਇੱਕ Song ਉਹ ਆਪਣੇ ਵੱਲੋਂ ਜ਼ਰੂਰ ਪੇਸ਼ ਕਰਨ। ਨਿੱਕੀ ਸਾਥੀਓ, ਗੱਲਾਂ ਤਾਂ ਸਾਰੇ ਸਾਥੀਆਂ ਨੇ ਰੱਖ ਦਿੱਤੀਆਂ। ਜਿਵੇਂ ਆਮ ਪਹਿਲਾਂ ਕੁੜੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀਗੀ, ਬਾਹਰ ਜਾ ਕੇ ਉੱਚੀ ਨਹੀਂ ਹੱਸਣਾ, ਉੱਚੀ ਨਹੀਂ ਬੋਲਣਾ ਤੇ ਕਿਸੇ ਨਾਲ ਬਾਹਲੀ ਗੱਲ ਨਹੀਂ ਕਰਨੀ, ਹੋਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਿਖਾਈਆਂ ਜਾਂਦੀਆਂ ਸੀ। ਤੂੰ ਐਵੇਂ ਰਹਿਣਾ, ਜੇ ਕੋਈ ਕੁਝ ਕਹਿ ਦੇਣਾ ਅੱਖਾਂ ਨੀਚੇ ਕਰਕੇ ਲੰਘ ਜੀ, ਬਸ ਉੱਚੀ ਨਹੀਂ ਬੋਲਣਾ, ਐਵੇਂ ਲੜਨਗੇ ਮੁੰਡੇ, ਕੁਝ ਕਹਿ ਦੇਣ, ਮੁੰਡਿਆਂ ਦਾ ਕੀ ਜਾਂਦਾ ਹੈ ਨਾ। ਮੈਨੂੰ ਲੱਗਦਾ ਅੱਜ ਦੇ ਟਾਈਮ 'ਚੋਂ ਸਿੱਖਿਆ ਬਦਲ ਕੇ ਕੁਝ ਹੋਰ ਹੋ ਜਾਣੀ ਚਾਹੀਦੀ ਹੈ। ਉਹ ਇਸ ਗੀਤ ਦੇ ਰੂਪ 'ਚ ਮੈਂ ਤੁਹਾਡੇ ਸਾਹਮਣੇ ਰੱਖੂੰਗੀ। मैं कमजोर हाँ ना हर वार करे, मैं कमजोर हाँ ना हर वार करे, जे औरत तलवार है ता तरले ना करे वार करे। कुड़िए मेरे देश दी तकदीर बना ले तू, कुड़िए मेरे देश दी तकदीर बना ले तू, तेरे पे कोई जुल्म करे तलवार उठा ले तू।
ਪਰ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਜਿਹੜੀ ਗਲਤ ਚੀਜ਼ ਹੈ, ਜਿਹੜੀ ਆਪਣੀ ਬਾਡੀ ਨੂੰ ਨੁਕਸਾਨ ਕਰਦੀ ਹੈ, ਆਪਣੀ ਸਰੀਰ ਨੂੰ ਨੁਕਸਾਨ ਕਰਦੀ ਹੈ, ਤੇ ਉਹੀ ਆਪਣੀ ਆਜ਼ਾਦੀ ਨਾਲ ਰਹੇ। ਜਿਹੜੀ ਚੀਜ਼ ਗਲਤ ਹੈ ਉਹਨਾਂ ਲਈ ਵੀ ਸਾਡੇ ਲਈ ਹੈ, ਇਹ ਆਪਾਂ ਧਿਆਨ ਰੱਖਣਾ ਹੈ। ਤੇਰੀ ਆਜ਼ਾਦੀ ਪੱਪਾ ਕਲਪਨ ਨਸ਼ਿਆਂ ਤੱਕ ਲੈ ਜਾਏਗਾ, ਤੇਰੀ ਆਜ਼ਾਦੀ ਪੱਪਾ ਕਲਪਨ ਨਸ਼ਿਆਂ ਤੱਕ ਲੈ ਜਾਏਗਾ, ਜਕੜ ਕੇ ਪੂੰਜੀਵਾਦ ਵਿੱਚ ਕੋਈ ਤੇਰੀ ਸੋਚ ਨੂੰ ਲੈ ਜਾਏਗਾ, ਜਕੜ ਕੇ ਪੂੰਜੀਵਾਦ ਵਿੱਚ ਕੋਈ ਤੇਰੀ ਸੋਚ ਨੂੰ ਲੈ ਜਾਏਗਾ, ਹੱਕ ਆਪਣੇ ਤੂੰ ਆਪ ਪਛਾਣੇ ਨੀ ਸਮਝ ਬਣਾ ਲੈ ਤੂੰ, ਹੱਕ ਆਪਣੇ ਤੂੰ ਆਪ ਪਛਾਣੇ ਨੀ ਸਮਝ ਬਣਾ ਲੈ ਤੂੰ, ਤੇਰੇ ਤੇ ਕੋਈ ਜ਼ੁਲਮ ਕਰੇ ਤਲਵਾਰ ਉਠਾ ਲੈ ਤੂੰ, ਕੁੜੀਏ ਮੇਰੇ ਦੇਸ਼ੀਏ ਲੱਗੇ ਸੁਰੱਖਿਆ ਨਾ ਤੇ ਸਾਰੇ ਤਾਲੇ ਬੰਨੀ ਤੂੰ, ਲੱਗੇ ਸੁਰੱਖਿਆ ਨਾ ਤੇ ਸਾਰੇ ਤਾਲੇ ਬੰਨੀ ਤੂੰ, ਹੱਕ ਤੇ ਅਧਿਕਾਰ ਆਪਣੇ ਲੈ ਕੇ ਮੰਨੀ ਤੂੰ, ਹੱਕ ਤੇ ਅਧਿਕਾਰ ਆਪਣੇ ਲੈ ਕੇ ਮੰਨੀ ਤੂੰ, ਅੱਧਾ ਅੰਬਰ ਤੇਰਾ ਏ, ਅੱਧਾ ਅੰਬਰ ਤੇਰਾ ਏ, ਅਧਿਕਾਰ ਜਮਾ ਲੈ ਤੂੰ, ਅੱਧਾ ਅੰਬਰ ਤੇਰਾ ਏ, ਅਧਿਕਾਰ ਜਮਾ ਲੈ ਤੂੰ, ਤੇਰੇ ਤੇ ਕੋਈ ਜ਼ੁਲਮ ਕਰੇ ਤਲਵਾਰ ਉਠਾ ਲੈ ਤੂੰ, ਕੁੜੀਏ ਮੇਰੇ ਦੇਸ਼ ਦੀ ਤਕਦੀਰ ਬਣਾ ਲੈ ਤੂੰ, ਤੇਰੇ ਤੇ ਤਕਦੀਰ ਬਣਾ ਲੈ ਤੂੰ, ਤੇਰੇ ਤੇ ਕੋਈ ਜ਼ੁਲਮ ਕਰੇ ਤਲਵਾਰ ਉਠਾ ਲੈ ਤੂੰ, ਕੁੜੀਏ ਮੇਰੇ ਦੇਸ਼ ਦੀਏ। ਥੈਂਕ ਯੂ ਨਿੱਕੀ। ਕੁਛ ਅੱਗੇ ਆ ਵਿੱਚ ਨੂੰ ਬੁਲਾ ਲਓ ਕੁੜੀ ਅੱਗੇ ਆ ਜਾਓ। ਥੋੜਾ ਅੱਗੇ ਵੀ ਆ ਸਕਦਾ ਮੈਂ ਨਾਟਕ ਵੇਲੇ ਉੱਠ ਜਾਵਾਂਗੇ। ਨਾਲੇ ਕੋਲ ਪਿੱਛੇ ਅੱਗੇ ਬਸ ਥੋੜਾ ਥੋੜਾ ਹੋਏ ਨਾਟਕ ਟਾਈਮ ਆਪਾਂ ਸੈੱਟ ਕਰ ਲਾਂਗੇ, ਕੋਈ ਗੱਲ ਨਹੀਂ। ਹੋ ਜਾਊਗਾ ਨਾਟਕ ਤਾਂ। ਨਿੱਕੀ ਨੇ ਜੋ ਗੀਤ ਸੁਣਾਇਆ ਉਹਦੇ ਵਿੱਚ ਮੈਨੂੰ ਇੱਕ ਚੀਜ਼ ਜਿਹੜੀ ਉਹਦੇ ਤੇ ਮੈਂ ਥੋੜੀ ਜਿਹੀ ਉਹ ਕਰਨਾ ਚਾਹੁੰਦੀ ਹਾਂ। ਇੱਕ ਤਾਂ ਹੈਗਾ ਸੀ ਕਿ ਦਿਲ ਆਪਣੇ ਚੋਂ ਡਰਦੇ ਵਰ ਕੇ ਪਾੜ ਕੇ ਸੁੱਟ ਜਿੱਦਾ, ਦੂਸਰਾ ਨੇ ਸਿਕਿਉਰਿਟੀ ਜਿਹੜੀ ਕਿ ਬਹੁਤ ਮਤਲਬ ਰੌਲਾ ਪਾਇਆ ਜਾ ਰਿਹਾ ਕਿ ਇਹਨਾਂ ਦੀ ਸਿਕਿਉਰਿਟੀ ਨੂੰ ਖਤਰਾ ਹੋ ਜਾਊਗਾ। ਮੈਂ ਇੱਕ ਚੀਜ਼ ਬੋਲਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਕਿਉਰਿਟੀ ਨੂੰ ਖਤਰਾ ਹੋ ਜਾਊਗਾ, ਮੈਨੂੰ ਲੱਗਦਾ ਕਿ ਇਹ ਉਦੋਂ ਤੱਕ ਖਤਰਾ ਉਵੇਂ ਹੀ ਬਰਕਰਾਰ ਰਹੂਗਾ ਜਦੋਂ ਤੱਕ ਪਹਿਲੇ ਤਾਂ ਇਹ ਜਿਹੜਾ ਇਹ ਖਤਰਾ ਹੈ ਇਹ ਉਹਨਾਂ ਟਾਈਮ ਇਹ ਖਤਰਾ ਕਹਿ ਕੇ ਉਹਨਾਂ ਨੂੰ ਅੰਦਰ ਭੇਜਣਾ, ਇਹ ਜਿਹੜਾ ਖਤਰਾ ਜਿਹਦੇ ਤੋਂ ਹੈ ਉਹਨੂੰ ਹੋਰ ਸ਼ਹਿ ਦੇਣ ਦੀ ਗੱਲ ਹੈ, ਉਹਨੂੰ ਹੋਰ ਸ਼ਹਿ ਦਿੱਤੀ ਜਾ ਰਹੀ ਹੈ ਕਹਿ ਕੇ ਕਿ ਤੁਹਾਨੂੰ ਖਤਰਾ ਹੈ। ਦੂਸਰੀ ਗੱਲ ਕਿ ਜਿਹੜਾ ਇਹ ਖਤਰਾ ਹੈ ਇਹ ਉਹਨਾਂ ਟਾਈਮ ਨਹੀਂ ਟੁੱਟੂਗਾ ਜਿੰਨਾ ਟਾਈਮ ਕੁੜੀਆਂ ਬਾਹਰ ਆ ਕੇ ਆਮਣੋ ਸਾਹਮਣੇ ਹੋ ਕੇ ਉਹਦਾ ਸਾਹਮਣਾ ਨਹੀਂ ਕਰਦੀਆਂ, ਤੇ ਉਹਦਾ ਸਬੂਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਕੁੜੀਆਂ ਨੇ ਦਿੱਤਾ ਉਸ ਰਾਤ ਜਦੋਂ ਉਹਨਾਂ ਨੇ ਉਹ ਜਿਹੜੀ ਗੁੰਡਾਗਰਦੀ ਵਾਲੇ ਕਾਕੇ ਆਏ ਸੀ ਨਾ ਉਹਨਾਂ ਨੂੰ ਥਪੇੜੇ ਮਾਰ ਕੇ ਉਹਨਾਂ ਦਾ ਬੁਰਾ ਹਾਲ ਕੀਤਾ ਗਿਆ। ਇਹ ਉਹੀ ਸਬੂਤ ਸੀ, ਇੱਕ ਪਹਿਲ ਸੀ। ਤੇ ਮੈਂ ਮੇਰੀਆਂ ਗਰਲਸ ਫਰੈਂਡਸ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ, ਰਿਕੁਐਸਟ ਮੰਨ ਲਓ ਜਾਂ ਕੁਛ ਮਰਜ਼ੀ ਮੰਨ ਲਓ ਕਿ ਅੱਗੇ ਤੋਂ ਜਦੋਂ ਵੀ ਕੋਈ ਐਵੇਂ ਦੀ ਘਟਨਾ ਹੁੰਦੀ ਆ ਅੱਗਾ ਨਾ ਦੇਖਿਓ ਪਿੱਛਾ ਨਾ ਦੇਖਿਓ, ਜੜ ਦੇ ਚਪੇੜ। ਜੇ ਇਸ ਨੂੰ ਤੁਹਾਡੇ ਮਗਰ ਹਰ ਵੇਲੇ ਖੜੀ ਆ, ਪਹਿਲਾਂ ਵੀ ਖੜੀ ਸੀ, ਅੱਜ ਵੀ ਖੜੀ ਆ ਤੇ ਅੱਗੇ ਵੀ ਖੜੂਗੀ। ਪਹਿਲੀ ਗੱਲ ਤਾਂ ਤੁਸੀਂ ਆਪ ਹੀ ਬਹੁਤ ਹੋ, ਮੈਨੂੰ ਲੱਗਦਾ ਕਿ ਲੋੜ ਨਹੀਂ ਕਿਉਂਕਿ ਮੈਂ ਤਾਂ ਆਪ ਬਥੇਰੀਆਂ ਲਾਈਆਂ ਉੱਥੇ, ਠੀਕ ਹੈ। ਦੂਸਰੀ ਗੱਲ ਹੁਣ ਮੈਂ ਸਾਡੇ ਚ ਡਾਕਟਰ ਸੁਰਜੀਤ ਪੰਜਾਬੀ ਡਿਪਾਰਟਮੈਂਟ ਤੋਂ ਨੇ ਜੋ ਉਹ ਸਾਡੇ ਨਾਲ ਉਸੇ ਦਿਨ ਤੋਂ ਪ੍ਰੋਟੈਸਟ ਦਾ ਹਿੱਸਾ ਨੇ, ਉਹ ਸਾਡੇ ਨਾਲ 2-2 ਘੰਟੇ 3-3 ਘੰਟੇ ਡੇਲੀ ਬੈਠਦੇ ਨੇ ਆ ਕੇ। ਉਹਨਾਂ ਨੂੰ ਮੈਂ ਰਿਕੁਐਸਟ ਕਰਦੀ ਹਾਂ ਕਿ ਉਹ 5 ਤੋਂ 10 ਮਿੰਟ ਤੱਕ ਆਪਦੀ ਗੱਲ ਜ਼ਰੂਰ ਵਿਦਿਆਰਥੀਆਂ ਨਾਲ ਸਾਂਝੀ ਕਰਨ। ਸੁਰਜੀਤ ਸਰ। ਇੱਥੋਂ ਲਗਾ ਦਿਓ ਪਲੀਜ਼, ਜਗ੍ਹਾ ਛੱਡ ਦਿਓ। ਲਿਪਿਆ
ਸਾਥੀਓ, ਜਦੋਂ ਵੀ ਕਿਤੇ ਯੂਨੀਵਰਸਿਟੀ ਦੇ ਵਿੱਚ ਸਾਂਝੇ ਤੌਰ ਤੇ ਵਿਦਿਆਰਥੀ ਕੁਝ ਬਿਹਤਰ ਕਰਨ ਲਈ, ਯੂਨੀਵਰਸਿਟੀ ਨੂੰ ਕੋਈ ਨਵੀਂ ਦਿਸ਼ਾ ਵੱਲ ਲੈ ਕੇ ਜਾਣ ਲਈ, ਮਨੁੱਖਾਂ ਦੇ ਅਧਿਕਾਰਾਂ ਦੇ ਵਾਸਤੇ ਕੋਈ ਲੜਾਈ ਸ਼ੁਰੂ ਕਰਦੇ ਨੇ, ਤਾਂ ਉਹ ਸਭ ਤੋਂ ਵੱਡੇ ਦਿਨ ਹੁੰਦੇ ਨੇ ਯੂਨੀਵਰਸਿਟੀ ਵਾਸਤੇ। ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨਾਲੋਂ ਵੀ ਵੱਡੇ ਦਿਨ ਉਹ ਹੁੰਦੇ ਨੇ ਜਦੋਂ ਅਸੀਂ ਅਹਿਦ ਕਰਦੇ ਹਾਂ ਕਿ ਅਸੀਂ ਯੂਨੀਵਰਸਿਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਜੋ ਮੰਗਾਂ ਇਸ ਮੰਚ ਦੇ ਉੱਪਰ ਉਠਾਈਆਂ ਗਈਆਂ ਨੇ, ਉਹਨਾਂ ਮੰਗਾਂ ਦੇ ਨਾਲ, ਉਹਨਾਂ ਮੰਗਾਂ ਦੀ ਪੂਰਤੀ ਦੇ ਨਾਲ, ਪਹਿਲੀ ਗੱਲ ਤਾਂ ਉਹ ਮੰਗਾਂ ਆਪਣੇ ਆਪ ਤੇ ਦੱਸਦੀਆਂ ਨੇ ਕਿ ਸਾਡੇ ਵਿਦਿਆਰਥੀ, ਕੁੜੀਆਂ ਮੁੰਡੇ ਸਾਰੇ ਹੀ ਸਮਾਜਿਕ ਤੌਰ ਤੇ, ਵਿਚਾਰਧਾਰਕ ਤੌਰ ਤੇ ਕਿੰਨੇ ਅੱਗੇ ਜਾ ਚੁੱਕੇ ਨੇ, ਕਿੰਨੀ ਉਹ ਤਰੱਕੀ ਕਰ ਚੁੱਕੇ ਨੇ। ਇਹ ਸਵਾਲ ਉਸ ਤਰੱਕੀ ਦੇ ਵਿੱਚੋਂ ਇਤਿਹਾਸਕ ਤੌਰ ਤੇ ਇਵੋਲਵ ਹੋਏ ਸਵਾਲ ਨੇ। ਜਿਹੜੀ ਕੁੜੀਆਂ ਦੀ ਮੰਗ ਉੱਠੀ ਅੱਜ ਤੋਂ 20 ਸਾਲ ਪਹਿਲਾਂ ਨਹੀਂ ਉੱਠੀ, 10 ਸਾਲ ਪਹਿਲਾਂ ਨਹੀਂ ਉੱਠੀ, ਅੱਜ ਉੱਠੀ ਹੈ, ਕਿਉਂਕਿ ਅੱਜ ਇਤਿਹਾਸਕ ਸਥਿਤੀਆਂ ਮੰਗ ਕਰਦੀਆਂ ਨੇ ਕਿ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਅਕਾਦਮਿਕ ਅਦਾਰਿਆਂ 'ਚ ਜਿਸ ਕਿਸਮ ਦੀ ਵੀ ਬੇਇਨਸਾਫੀ ਹੁੰਦੀ ਹੈ ਉਹ ਖਤਮ ਕੀਤੀ ਜਾਵੇ। ਇਹ ਮੰਗ ਉਸ ਬੇਇਨਸਾਫੀ ਦੇ ਖਾਤਮੇ ਦੀ ਮੰਗ ਹੈ। ਮੈਂ ਇਸ ਨੂੰ 24 ਘੰਟੇ ਦੀ ਖੁੱਲ੍ਹ ਦੀ ਮੰਗ ਨਹੀਂ ਕਹਿ ਰਿਹਾ, ਕਿਉਂਕਿ ਹੁਣ ਜਦੋਂ ਮੈਂ ਫੇਸਬੁੱਕ ਦੇ ਉੱਪਰ ਲਿਖ ਰਿਹਾ, ਮੈਂ ਕਹਿ ਰਿਹਾ ਕਿ ਸਮਾਂਬੰਦੀ ਬਾਰੇ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਬਰਾਬਰੀ, ਜੋ ਵੀ ਸਮੇਂ ਦੇ ਨਾਲ ਸੰਬੰਧਿਤ ਅਨੁਸ਼ਾਸਨ ਹੈ, ਉਸ ਮਾਮਲੇ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਬਰਾਬਰੀ ਹੋਣੀ ਚਾਹੀਦੀ ਹੈ। ਕੁੜੀਆਂ ਇਸ ਯੂਨੀਵਰਸਿਟੀ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਨੇ, ਤਾਂ ਜੇ ਉਹ ਬਹੁ ਗਿਣਤੀ 'ਚ ਨਾ ਵੀ ਹੋਣ ਤਾਂ ਵੀ ਉਹ ਬਰਾਬਰ ਦੀ ਫੀਸ ਤਾਰਦੀਆਂ ਨੇ, ਬਰਾਬਰ ਦਾ ਮੁਕਾਬਲਾ ਜਿਹੜਾ ਹੈਗਾ ਉਹ ਕਰਦੀਆਂ ਨੇ। ਜੋ ਇੱਕ ਵਿਦਿਆਰਥੀ ਤੋਂ ਉਮੀਦਾਂ ਕੀਤੀਆਂ ਜਾਂਦੀਆਂ ਨੇ, ਸਾਰੀਆਂ ਉਮੀਦਾਂ ਉਹਨਾਂ ਕੁੜੀਆਂ ਤੋਂ ਕੀਤੀਆਂ ਜਾਂਦੀਆਂ ਨੇ। ਉਹ ਭਾਵੇਂ ਵਿਗਿਆਨ ਪ੍ਰਯੋਗਸ਼ਾਲਾ ਦੇ ਵਿੱਚ ਹੋਣ ਵਾਲੇ ਐਕਸਪੈਰੀਮੈਂਟ ਹੋਣ, ਉਹ ਭਾਵੇਂ ਲਾਇਬ੍ਰੇਰੀ ਦੇ ਵਿੱਚ ਪੜ੍ਹਨਾ ਹੋਵੇ, ਉਹ ਭਾਵੇਂ ਜਨਤਕ ਜਥੇਬੰਦੀਆਂ ਦੇ ਵਿੱਚ ਹਿੱਸਾ ਲੈਣਾ ਹੋਵੇ, ਉਹ ਭਾਵੇਂ ਇਸ ਕਲਾ ਭਵਨ ਦੇ ਵਿੱਚ ਹੋਣ ਵਾਲੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣੀ ਹੋਵੇ, ਹਰ ਚੀਜ਼ ਦੇ ਵਿੱਚ ਉਹਨਾਂ ਦਾ ਬਰਾਬਰ ਦਾ ਅਧਿਕਾਰ ਹੈ। ਸਾਨੂੰ ਇਹ ਸਮਝਣਾ ਚਾਹੀਦਾ। ਇਸ ਦਾ ਟੁੱਟ ਕੇ ਖੜੀ ਹੋਈ ਹੈ। ਮੈਂ ਇਹ ਨਹੀਂ ਸਮਝਦਾ ਕਿ ਸਿਰਫ ਪੜ੍ਹਨ ਲਿਖਣ ਵਾਸਤੇ, ਸਿਰਫ ਲਾਇਬ੍ਰੇਰੀ ਵਾਸਤੇ, ਸਿਰਫ ਚੰਗੀਆਂ ਜਿਹੜੀਆਂ ਅਸੀਂ ਵਿਦਿਆਰਥੀ ਦੇ ਹੋਣ ਦੇ ਨਾਤੇ ਜ਼ਿੰਮੇਵਾਰੀਆਂ ਬਣਦੀਆਂ ਨੇ, ਸਿਰਫ ਉਹਦੇ ਵਾਸਤੇ ਹੀ ਸਾਨੂੰ 24 ਘੰਟਿਆਂ ਦੀ ਸਾਡੀਆਂ ਬੱਚੀਆਂ ਨੂੰ ਖੁੱਲ੍ਹ ਨਹੀਂ ਚਾਹੀਦੀ, ਸਗੋਂ ਉਹਨਾਂ ਨੂੰ ਇਸ ਯੂਨੀਵਰਸਿਟੀ ਦੀ ਰਾਤ ਨੂੰ, ਖੂਬਸੂਰਤੀ ਨੂੰ ਦੇਖਣ ਵਾਸਤੇ ਵੀ ਉਹਨਾਂ ਨੂੰ ਆਜ਼ਾਦੀ ਚਾਹੀਦੀ। ਉਹਨਾਂ ਦਾ ਹੱਕ ਬਣਦਾ ਕਿ ਉਹ ਇਸ ਯੂਨੀਵਰਸਿਟੀ ਦੇ ਖੂਬਸੂਰਤ ਜਿਹੜੇ ਲੌਨ ਨੇ, ਇਹਨਾਂ ਦੀਆਂ ਜਿਹੜੀਆਂ ਸੜਕਾਂ ਨੇ, ਇਹਦਾ ਆਲਾ ਦੁਆਲਾ ਇਹਦੇ ਵਿੱਚ ਉਹ ਵਿਚਰ ਸਕਣ। ਮੈਂ ਜਦੋਂ ਪੜ੍ਹਦਾ ਸੀ ਤਾਂ ਅਸੀਂ ਪੜ੍ਹਦੇ ਥੱਕ ਕੇ ਬਾਹਰ ਆ ਕੇ ਟਹਿਲਦੇ ਸੀ, ਤਾਜ਼ਾ ਦਮ ਹੁੰਦੇ ਸੀ, ਉਹ ਚਲੇ ਜਾਂਦੇ ਸੀ। ਕੀ ਸਾਡੀਆਂ ਕੁੜੀਆਂ ਨੂੰ ਤਾਜ਼ਾ ਦਮ ਹੋਣ ਦਾ ਅਧਿਕਾਰ ਵੀ ਹੈ ਕਿ ਉਹ ਬਾਹਰ ਆ ਕੇ ਤਾਜ਼ਾ ਦਮ ਹੋ ਕੇ ਉਹ ਚਾਹ ਪੀਣ, ਉਹ ਉਸ ਤੋਂ ਬਾਅਦ ਆਪਣੇ ਕਮਰਿਆਂ ਦੇ ਵਿੱਚ ਜਾਣ, ਉਹ ਆਰਾਮ ਕਰਨ? ਉਹ ਸਮੁੱਚੇ ਤੌਰ ਤੇ ਸਿੱਖਿਆਰਥੀ ਨੇ। ਸਿੱਖਿਆਰਥੀ ਹੋਣ ਦਾ ਮਤਲਬ ਸਿਰਫ ਕਿਤਾਬਾਂ ਦਾ ਰੱਟਾ ਮਾਰਨਾ ਨਹੀਂ ਹੁੰਦਾ ਹੈ। ਸਿੱਖਿਆਰਥੀ ਹੋਣ ਦਾ ਮਤਲਬ ਹੈ ਜ਼ਿੰਦਗੀ ਨੂੰ ਸਿੱਖਣਾ ਤੇ ਜ਼ਿੰਦਗੀ ਨੂੰ ਬਦਲਣ ਵਾਸਤੇ ਤਿਆਰ ਹੋਣਾ, ਤੇ ਇਹ ਤਿਆਰੀ ਜ਼ਿੰਦਗੀ ਨੂੰ ਬਦਲਣ ਵਾਸਤੇ ਹੋ ਰਹੀ ਹੈ। ਤੇ ਇਹ ਲੜਾਈ ਮਨੁੱਖੀਆਂ ਨੇ ਵੀ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਮੰਗ ਦਾ ਵਿਰੋਧ ਹੁੰਦਾ ਹੈ, ਬਿਨਾਂ ਸ਼ੱਕ ਇਸ ਮੰਗ ਦਾ ਵਿਰੋਧ ਕਰਨ ਵਾਲਿਆਂ ਨੂੰ ਜੇ ਨਾ ਵੀ ਪਤਾ ਹੋਵੇ, ਉਹ ਪਿਤਰ ਸੱਤਾ ਦੀਆਂ ਡੂੰਘੀਆਂ ਧਸੀਆਂ ਹੋਈਆਂ ਜਿਹੜੀਆਂ ਉਹਨਾਂ ਦੇ ਅੰਦਰ ਅਲਾਮਤਾਂ ਨੇ, ਉਹਦੇ ਕਰਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੇ ਨੇ। ਕਈ ਵਾਰ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਮੇਰੇ ਇੱਕ ਮਿੱਤਰ ਨੇ ਕਿਸੇ ਫੇਸਬੁੱਕ ਤੇ ਪੋਸਟ ਕੀਤਾ, ਕੁੜੀਆਂ ਨੇ ਤੈਅ ਕਰਨਾ ਕਿ ਉਹਨਾਂ ਨੂੰ ਕੀ ਚਾਹੀਦਾ, ਕਿ ਸਾਡੀਆਂ ਕੁੜੀਆਂ ਨੂੰ ਬਰਾਬਰੀ ਚਾਹੀਦੀ ਹੈ ਸਭ ਤੋਂ ਜ਼ਿਆਦਾ। ਤੇ ਜਦੋਂ ਇਹ ਕਹਿ ਜਾਂਦਾ ਕਿ ਮਾਪਿਆਂ ਨੂੰ ਪੁੱਛਿਆ ਜਾਵੇ, ਮੈਂ ਵੀ ਬਾਪ ਦੀ ਥਾਂ ਤੇ ਖੜਾ, ਮੈਨੂੰ ਵੀ ਪੁੱਛ ਲਿਓ ਮੈਂ ਕੀ ਚਾਹੁੰਦਾ, ਮੈਨੂੰ ਬਾਪ ਦੇ ਵਾਸਤੇ ਦਿੰਦੇ ਨਹੀਂ। ਮੈਂ ਇਸ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ, ਇਸ ਯੂਨੀਵਰਸਿਟੀ ਦੇ ਉਹਨਾਂ ਵੱਡੇ ਖਿਆਲਾਂ ਵਾਲੇ ਪ੍ਰੋਫੈਸਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਲੋਕ ਬਦਲ ਚੁੱਕੇ ਨੇ, ਕਿ ਜਿਹੜੇ ਬੱਚੇ ਜਿੱਥੋਂ ਆ ਰਹੇ ਨੇ ਉਹਨਾਂ ਥਾਵਾਂ ਤੋਂ ਆਉਣ ਤੋਂ ਬਾਅਦ ਉਹ ਮਾਂ-ਬਾਪ ਇਹੋ ਜਿਹੇ ਨਹੀਂ ਰਹਿੰਦੇ ਜਦੋਂ ਉਹ ਪਹਿਲਾਂ ਸੀ, ਜਿਹੋ ਜਿਹੇ ਜਦੋਂ ਉਹਨਾਂ ਦੀ ਕੁੜੀ ਜਾਂ ਮੁੰਡਾ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਏ ਸੀ, ਉਸ ਤੋਂ ਬਾਅਦ ਉਹ ਜਿਹੇ ਨਹੀਂ ਰਹਿੰਦੇ, ਉਹ ਬਦਲ ਚੁੱਕੇ ਨੇ।
ਤੁਸੀਂ ਇਕੱਠ ਕਰ ਲਓ ਇੱਥੇ, ਤੁਸੀਂ ਇੱਥੇ ਇਕੱਠ ਕਰੋ। ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਮਾਪਿਆਂ ਨੂੰ ਬੁਲਾਉਣਾ ਹੀ ਹੋਵੇ, ਪਰ ਨਾਲ ਕਿਰਪਾ ਕਰਕੇ ਇਹ ਵੀ ਪੁੱਛਿਓ ਕਿ ਅਸੀਂ ਫਿਰ ਇਹਨਾਂ ਨੂੰ ਕਿਹੋ ਜਿਹਾ ਪਾਠਕ੍ਰਮ ਪੜ੍ਹਾਈਏ। ਕਿ ਅਸੀਂ ਜਦੋਂ ਆਪਣੇ ਪਾਠਕ੍ਰਮ ਤੈਅ ਕਰਦੇ ਹਾਂ, ਅਸੀਂ ਤਾਂ ਪੰਜਾਬੀ ਲਿਟਰੇਚਰ ਦੇ ਸਾਰੇ ਵਿਦਿਆਰਥੀ ਇਸ ਦਾ ਪਿਆਰ ਕਰਨਾ ਵੀ ਪੜ੍ਹਾਉਣੇ, ਅਸੀਂ ਤਾਂ ਇਨਕਲਾਬ ਕਰਨਾ ਵੀ ਪੜ੍ਹਾਉਣੇ, ਅਸੀਂ ਤਾਂ ਉਹ ਸਾਹਿਤ ਪੜ੍ਹਾਉਣੇ ਆ ਜਿਹਦੇ ਵਿੱਚ ਕੁੜੀਆਂ ਤੇ ਮੁੰਡੇ ਆਪਣੀਆਂ ਮਰਜ਼ੀਆਂ ਕਰਦੇ ਨੇ। ਫਿਰ ਆਪਾਂ ਉਹ ਸਾਰਾ ਸਿਲੇਬਸ ਦੇ ਵਿੱਚੋਂ ਹਟਾ ਦਈਏ ਕਿ ਉਹ ਨਾ ਪੜ੍ਹਾਈਏ? ਕਿ ਅਸੀਂ ਬਿਲਕੁਲ ਹੀ ਸਧਾਰਨ ਜਿਹੜੇ ਸਾਡੇ ਮਾਪੇ ਨੇ, ਜਿਹੜੇ ਆਪਣੀਆਂ ਇਤਿਹਾਸਕ ਸਥਿਤੀਆਂ ਕਰਕੇ ਉਹ ਜਿਹੜੀਆਂ ਕਦਰਾਂ ਕੀਮਤਾਂ ਦੇ ਪੱਖੋਂ, ਗਿਆਨ ਦੇ ਪੱਖੋਂ ਪਛੜੇ ਹੋਏ ਨੇ, ਉਹਨਾਂ ਨੂੰ ਜੇ ਪੁੱਛੀਏ ਤਾਂ ਕੀ ਉਹ ਕਹਿਣਗੇ ਕਿ ਸਾਡੀਆਂ ਕੁੜੀਆਂ ਨੂੰ ਸਿਉਣਾ ਪਰਾਉਣਾ ਸਿਖਾ ਦਿਓ, ਫਿਰ ਕਿ ਸਾਡੀਆਂ ਕੁੜੀਆਂ ਨੂੰ ਰੋਟੀ ਬਣਾਉਣਾ, ਖਾਣਾ ਬਣਾਉਣਾ, ਵਧੀਆ ਵਿਅੰਜਨ ਪਕਵਾਨ ਬਣਾਉਣੇ ਸਿਖਾ ਦਿਓ। ਫਿਰ ਅਸੀਂ ਉਹ ਸਿਖਾਉਣਾ ਸ਼ੁਰੂ ਕਰ ਦਾਂਗੇ। ਉਹ ਚਾਹਣਗੇ ਕੁੜੀਆਂ ਨੂੰ ਚੰਗੀਆਂ ਬਹੂਆਂ ਬਣਾਉਣਾ ਸਿਖਾਓ, ਅਸੀਂ ਚੰਗੀਆਂ ਬਹੂਆਂ ਬਣਾਉਣਾ ਸਿਖਾਵਾਂਗੇ। ਤਾਂ ਕੀ ਯੂਨੀਵਰਸਿਟੀ ਇਸ ਵਾਸਤੇ ਹੁੰਦੀ ਹੈ? ਕਿ ਯੂਨੀਵਰਸਿਟੀ ਇਸ ਵਾਸਤੇ ਹੁੰਦੀ ਹੈ ਕਿ ਉਹਨੇ ਸਾਰੀ ਸੁਸਾਇਟੀ ਨੂੰ ਲੀਡ ਕਰਨਾ ਹੁੰਦਾ ਹੈ, ਉਸ ਨੇ ਪ੍ਰਤੀਮਾਨ ਸਥਾਪਿਤ ਕਰਨੇ ਹੁੰਦੇ ਨੇ ਕਿ ਸੁਸਾਇਟੀ ਕਿਹੋ ਜਿਹੀ ਹੋ। ਅਸੀਂ ਦੱਸਣਾ ਸਾਨੂੰ ਪ੍ਰਿਆ ਨੇ ਇਸ਼ਾਰਾ ਕੀਤਾ ਸੀ ਕਿ ਜੇ ਜੋ ਕੁਝ ਯੂਨੀਵਰਸਿਟੀ 'ਚ ਹੋ ਰਿਹਾ ਹੁੰਦਾ ਹੈ ਉਹ ਰਿਫਲੈਕਟ ਕਰਦਾ ਕਿ ਸਾਡੀ ਸੁਸਾਇਟੀ ਕਿੱਧਰ ਨੂੰ ਜਾ ਰਹੀ ਹੈ। ਅਸੀਂ ਜਿੱਧਰ ਨੂੰ ਜਾ ਰਹੇ ਹਾਂ, ਜੇ ਅਸੀਂ ਇੱਥੇ ਬਰਾਬਰੀ ਦੇ ਪ੍ਰਤੀਮਾਨ ਸਥਾਪਿਤ ਕਰਾਂਗੇ ਤਾਂ ਸਾਨੂੰ ਹੱਕ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਬਰਾਬਰੀ ਦੀ ਗੱਲ ਕਰ ਸਕਦੇ ਹੋਈਏ। ਕਈ ਵਾਰ ਅਸੀਂ ਅਕਾਦਮਿਕ ਤੌਰ ਤੇ ਸੈਮੀਨਾਰਾਂ ਦੇ ਵਿੱਚ ਬੜੀਆਂ ਵੱਡੀਆਂ ਸਿਧਾਂਤਕ ਗੱਲਾਂ ਕਰਦੇ ਹਾਂ, ਪਰ ਜਦੋਂ ਵਿਹਾਰ ਦੇ ਵਿੱਚ ਇਹਨਾਂ ਮਸਲਿਆਂ ਦੇ ਨਾਲ ਸਾਡਾ ਟਾਕਰਾ ਹੁੰਦਾ ਹੈ, ਉੱਥੋਂ ਸਾਡਾ ਸਾਰਾ ਜਿਹੜਾ ਗਿਆਨ ਹੈ ਉਹ ਰਿਸ ਜਾਂਦਾ, ਚੋ ਜਾਂਦਾ, ਉਹ ਸਾਡੀ ਸ਼ਖਸੀਅਤ ਦਾ ਕਿਉਂਕਿ ਹਿੱਸਾ ਨਹੀਂ ਹੁੰਦਾ। ਇਸ ਕਰਕੇ ਅਸੀਂ ਉਸ ਗਿਆਨ ਨੂੰ ਸਿਰਫ ਇਨਸਟਰੂਮੈਂਟਲੀ ਯੂਜ਼ ਕਰਦੇ ਹਾਂ, ਉਹਦੀ ਵਰਤੋਂ ਕਰਦੇ ਹਾਂ। ਉਹ ਗਿਆਨ ਸਾਡੀਆਂ ਸ਼ਖਸੀਅਤਾਂ ਦਾ, ਸਾਡੇ ਫੈਸਲਿਆਂ ਦਾ, ਸਾਡੇ ਘਰਾਂ ਦੇ ਵਿੱਚ ਉਹ ਹੁੰਦਾ ਨਹੀਂ। ਤੇ ਮੈਨੂੰ ਇਸ ਗੱਲ ਦੇ ਬਾਰੇ ਆਪਣੇ ਤਰ੍ਹਾਂ ਦੀ ਆਬਜ਼ਰਵੇਸ਼ਨ ਤੋਂ ਪਤਾ ਹੈ ਕਿ ਮੈਂ ਆਪਣੇ ਅਧਿਆਪਕ ਸਾਥੀ ਨਾਲ ਗੱਲ ਵੀ ਕਰਦਾ ਸੀ ਕਿ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਐਂਟਰ ਕੀਤੇ ਸੀ, ਉਸ ਤੋਂ ਪਹਿਲਾਂ ਦਾ ਦੇਖਿਆ ਹੋਇਆ ਸਮਾਜ ਤੇ ਉੱਥੇ ਉਹ ਪ੍ਰਤੀਮਾਨ ਸਾਡੇ ਦਿਮਾਗਾਂ ਦੇ ਵਿੱਚ ਰੂੜ ਹੋ ਚੁੱਕੇ ਨੇ। ਸਮਾਜ ਬਦਲ ਚੁੱਕਿਆ, ਅਸੀਂ ਖੜ ਗਏ ਆ, ਲੋਕ ਸਾਡੇ ਤੋਂ ਅੱਗੇ ਜਾ ਚੁੱਕੇ ਨੇ। ਤਾਂ ਇਹ ਲੜਾਈ ਜਿਹੜੀ ਆ ਇਹ ਇਸ ਮਕਸਦ ਲਈ ਹੈ ਕਿ ਇੱਥੋਂ ਦੀ ਜਿਹੜੀ ਅਕਾਦਮਿਕਤਾ, ਉਸ ਦੇ ਵਿੱਚ ਜਿਸ ਕਿਸਮ ਦੀ ਖੜੋਤ ਆ ਚੁੱਕੀ ਹੈ, ਉਸ ਖੜੋਤ ਦਾ ਪ੍ਰਗਟਾਵਾ ਹੀ ਸਾਡੇ ਫੈਸਲਿਆਂ ਦੇ ਵਿੱਚ ਹੁੰਦਾ। ਅਸੀਂ ਇਹਨਾਂ ਨੂੰ ਮੌਕਾ ਦੇ ਰਹੇ ਹਾਂ। ਜਦੋਂ ਇਹ ਕਿਹਾ ਗਿਆ ਕਿ ਉੱਥੇ ਬਾਹਰ ਜੇ ਕੁੜੀਆਂ ਫਿਰਨਗੀਆਂ ਪਤਾ ਨਹੀਂ ਕੀ ਹੋ ਜਾਊਗਾ, ਹਰ ਬੰਦਾ ਆਪਣੀ ਕਲਪਨਾ ਕਰਦਾ ਕਿ ਮੈਂ ਬਾਹਰ ਜੇ ਹੋਣਗੀਆਂ ਕੁੜੀਆਂ ਮੈਂ ਕੀ ਕਰੂੰਗਾ। ਨਹੀਂ, ਮੈਂ ਨਿੱਜੀ ਤੌਰ ਤੇ ਜੇ ਕਲਪਨਾ ਕਰਾਂ ਤੇ ਜੇ ਮੈਂ ਜਵਾਨ ਹੋ ਕੇ ਕਲਪਨਾ ਕਰਾਂ ਤਾਂ ਮੈਂ ਇਹ ਕਲਪਨਾ ਕਰੂੰਗਾ ਕਿ ਜੇ ਕੁੜੀਆਂ ਮੈਨੂੰ ਬਾਹਰ ਨਜ਼ਰ ਆਉਣਗੀਆਂ, ਮੈਂ ਸਾਊ ਹੋ ਕੇ ਤੁਰਨਾ ਸ਼ੁਰੂ ਕਰ ਦੂੰਗਾ। ਮੈਂ ਥੋੜਾ ਧਿਆਨ ਨਾਲ ਤੁਰੂੰਗਾ, ਮੈਂ ਆਪਣੇ ਬੋਲਣ ਚਾਲਣ ਦੇ ਵਿੱਚ, ਆਪਣੀ ਸਜਾਵਟ ਦੇ ਵਿੱਚ ਉਸ ਦੀਆਂ ਚੀਜ਼ਾਂ ਲੈ ਕੇ ਆਉਂਗਾ। ਤਾਂ ਜੇ ਉਹ ਬਾਹਰ ਕੁੜੀਆਂ ਤੁਰਦੀਆਂ ਫਿਰਦੀਆਂ ਨਜ਼ਰ ਆਉਣਗੀਆਂ ਤਾਂ ਅਸੀਂ ਇੱਕ ਇਹੋ ਜਿਹਾ ਸਮਾਜ, ਇੱਕ ਉਸ ਦਾ ਇੱਕ ਮਾਡਲ ਦੇ ਰਹੇ ਹੋਵਾਂਗੇ ਕਿ ਭਾਈ ਇਸ ਤਰੀਕੇ ਨਾਲ ਵੀ ਰਿਹਾ ਜਾ ਸਕਦਾ ਹੈ। ਕੁੜੀਆਂ ਤੇ ਮੁੰਡਿਆਂ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ ਹੈਗਾ। ਇਹ ਖਤਰਾ ਜਿਹੜਾ ਹੈਗਾ ਇਹ ਉਹ ਸੰਸਥਾਵਾਂ ਨੇ ਜਿਹੜੀਆਂ ਕਿ ਉਹਨਾਂ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਸਦਾ ਵਾਸਤੇ ਪਾੜਾ ਪਾ ਕੇ ਰੱਖਣਾ ਚਾਹੁੰਦੀਆਂ। ਮੈਂ ਅਕਸਰ ਆਪਣੀਆਂ ਜਮਾਤਾਂ ਦੀ ਗੱਲ ਕਹਿਣਾ ਹੁੰਦਾ ਕਿ ਤੁਸੀਂ ਇੱਕ ਵਾਰ ਖੋਲ ਦਿਓ, ਸਾਰੇ ਵਿਦਿਆਰਥੀ ਸਿੱਖ ਜਾਣਗੇ ਕਿ ਰਾਤ ਨੂੰ ਬਾਹਰ ਕਿਵੇਂ ਵਿਚਰਨਾ ਹੈ, ਕਿਸ ਕਿਸਮ ਦੀਆਂ ਗੱਲਾਂ ਕਰਨੀਆਂ ਨੇ, ਕਿਸ ਕਿਸਮ ਦੇ ਤੌਰ ਤਰੀਕੇ ਅਪਣਾਉਣੇ ਨੇ, ਕਿੰਨੀ ਉੱਚੀ ਆਵਾਜ਼ ਦੇ ਵਿੱਚ ਬੋਲਣਾ ਹੈ, ਕੀ ਬੋਲਣਾ ਹੈ। ਇਹ ਦਿਨਾਂ ਦੀ ਗੱਲ ਹੈ, ਸਿੱਖ ਜਾਣਗੇ। ਤੇ ਇਸ ਵਾਸਤੇ ਸਾਲ ਨਹੀਂ ਲੱਗਣਾ ਕਿ ਤੁਹਾਨੂੰ ਇਹ ਲੱਗੂਗੀ ਯੂਨੀਵਰਸਿਟੀ ਜਿਵੇਂ ਕਿ ਬਹੁਤ ਵੱਡੀ ਇੱਕ ਇਹੋ ਜਿਹੀ ਥਾਂ ਹੋਵੇ ਜਿੱਥੇ ਕਿ ਇੱਕ ਆਦਰਸ਼ਕ ਤਰੀਕੇ ਨਾਲ ਕੁੜੀਆਂ ਤੇ ਮੁੰਡਿਆਂ ਦੇ ਸੰਬੰਧਾਂ ਦਾ ਦੀਦਾਰ ਕਰ ਸਕੀ। ਤਾਂ ਜਿਹੜੀ ਇਹ ਅਸੰਭਾਵਨਾ ਜਤਾਈ ਜਾਂਦੀ ਹੈ ਵੀ ਇਸ ਗੱਲ ਨੂੰ ਕਰਨਾ ਸੰਭਵ ਨਹੀਂ ਹੈਗਾ। ਆਖਰੀ ਗੱਲ ਮੈਂ ਤੁਹਾਨੂੰ ਕਹਿਣੀ ਹੈ ਕਿ ਇਹ ਅਸੰਭਾਵਨਾ, ਇੰਪੋਸੀਬਿਲਿਟੀ ਇਹ ਪਹਿਲੀ ਵਾਰ ਨਹੀਂ ਜਤਾਈ ਜਾ ਰਹੀ। ਜਦੋਂ ਪਹਿਲੀ ਵਾਰ ਕੁੜੀਆਂ ਨੇ ਪੜ੍ਹਨ ਲਈ ਘਰ ਤੋਂ ਬਾਹਰ ਪਹਿਲਾ ਕਦਮ ਪੁੱਟਿਆ ਸੀ, ਉਦੋਂ ਵੀ ਇਹ ਅਸੰਭਾਵਨਾ ਜਤਾਈ ਗਈ ਸੀ। ਜਦੋਂ ਉਹਨਾਂ ਨੇ ਪਹਿਲੀ ਵਾਰ ਬੱਸਾਂ ਦੇ ਵਿੱਚ ਜਾ ਕੇ ਯਾਤਰਾ ਕਰਕੇ ਦੂਜੇ ਕਾਲਜਾਂ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ ਸੀ, ਉਦੋਂ ਵੀ ਐਵੇਂ ਕਿਹਾ ਗਿਆ ਸੀ ਪਤਾ ਨਹੀਂ ਕੀ ਹੋ ਜਾਊਗਾ। ਜਦੋਂ ਕੁੜੀਆਂ ਮੁੰਡਿਆਂ ਨੇ ਕੋ ਐਜੂਕੇਸ਼ਨ ਕਾਲਜਾਂ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ ਸੀ, ਉਦੋਂ ਵੀ ਐਵੇਂ ਹੋਇਆ ਸੀ। ਹੁਣੇ ਜੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਵਿੱਚ ਕੁੜੀਆਂ ਹੁੰਦੀਆਂ ਹੀ ਨਹੀਂ ਸੀ। ਕਹਿੰਦੇ ਕਿ ਪਹਿਲਾਂ ਸਾਰਾ ਸਮਾਜ ਬਦਲ ਲਓ ਫਿਰ ਅਸੀਂ ਇਹ ਅਧਿਕਾਰ ਦੇ ਦਾਂਗੇ। ਇਹਦਾ ਮਤਲਬ ਪਹਿਲਾਂ ਸਾਰੀ ਪੁਲਿਸ ਫੋਰਸ ਨੂੰ ਬਦਲ ਦੇ, ਫਿਰ ਉਸ ਤੋਂ ਬਾਅਦ ਕੁੜੀਆਂ ਨੂੰ ਉੱਥੇ ਭਰਤੀ ਕਰ ਦੇ। ਹੋਇਆ ਇਸ ਦੇ ਉਲਟ ਹੈ ਕਿ ਕੁੜੀਆਂ ਉਸ ਦੇ ਵਿੱਚ ਭਰਤੀ ਹੋਈਆਂ ਨੇ, ਅੱਜ ਪੁਲਿਸ ਫੋਰਸ ਬਦਲ ਚੁੱਕੀ ਹੈ।
ਨਹੀਂ ਬਦਲੂਗੀ। ਤਾਂ ਇਹ ਗੱਲ ਜਿਹੜੀ ਇੰਪੋਸੀਬਿਲਿਟੀ ਦੀ ਗੱਲ ਆ, ਮੈਂ ਆਪਣੇ ਜਿਹੜੇ ਖਾਸ ਤੌਰ ਤੇ ਮੁੰਡੇ ਬੈਠੇ ਨੇ ਇੱਥੇ ਤੇ ਨਾਲ ਉਹਨਾਂ ਦੇ ਕੁੜੀਆਂ ਜਿਹੜੀਆਂ ਇਹ ਸਮਝਦੇ ਨੇ ਕਿ ਕਈ ਗੱਲਾਂ ਇੰਪੋਸੀਬਲ ਹੁੰਦੀਆਂ ਨੇ, ਇਹਦੇ ਵਿੱਚ ਕਿਸੇ ਕਿਸਮ ਦੀ ਅਸੰਭਾਵਨਾ ਨਹੀਂ ਹੈਗੀ। ਅਸੰਭਾਵਨਾ ਹੁੰਦੀ ਆ ਅਸਲ ਦੇ ਵਿੱਚ ਨੀਤ ਦੀ। ਜਦੋਂ ਤੁਸੀਂ ਫੈਸਲਾ ਕਰਕੇ ਬੈਠੇ ਹੋਗੇ ਅਸੀਂ ਨਹੀਂ ਕਰਨਾ, ਫਿਰ ਉਹ ਗੱਲ ਇੰਪੋਸੀਬਲ ਲੱਗਦੀ ਹੈ। ਜਦੋਂ ਤੁਸੀਂ ਫੈਸਲਾ ਕਰ ਲਵੋ, ਜਦੋਂ ਇਹ ਤੁਸੀਂ ਨਿਤਾਰ ਲਵੋ ਕਿ ਇਹ ਗੱਲਾਂ ਹੋਣੀਆਂ ਨੇ, ਤਾਂ ਉਹ ਗੱਲਾਂ ਸੰਭਵ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅੱਜ ਸਾਡੀ ਅਧਿਕਾਰੀਆਂ ਨੂੰ ਚਾਹੀਦਾ ਕਿ ਉਹ ਇਹ ਗੱਲ ਮੰਨਣ ਕਿ ਇਹ ਗੱਲਾਂ ਸੰਭਵ ਨੇ, ਇਹ ਕਰਨੀਆਂ ਪੈਣਗੀਆਂ। ਕੁਝ ਅਧਿਕਾਰੀ ਇਹ ਕਹਿ ਰਹੇ ਨੇ ਕਿ ਅੱਜ ਨਹੀਂ ਤਾਂ ਕੱਲ, ਇਸ ਸਾਲ ਨਹੀਂ ਤਾਂ 2 ਸਾਲ ਨੂੰ, 2 ਸਾਲ ਨਹੀਂ ਤਾਂ 5 ਸਾਲ ਨੂੰ ਇਹ ਹੋਣਾ ਹੀ ਹੋਣਾ ਹੈ। ਇਹ ਇਕੱਲਾ ਪੰਜਾਬੀ ਯੂਨੀਵਰਸਿਟੀ 'ਚ ਨਹੀਂ ਹੋਣਾ, ਇਹ ਥਰੂ ਆਊਟ ਇੰਡੀਆ ਸਾਰੀਆਂ ਹੀ ਵਿਦਿਅਕ ਸੰਸਥਾਵਾਂ ਦੇ ਵਿੱਚ ਹੋਣਾ ਹੀ ਹੋਣਾ ਹੈ। ਇਹ ਕੁੜੀਆਂ ਤੇ ਮੁੰਡਿਆਂ ਦੀ ਇਸ ਕਿਸਮ ਦੀ ਸਮਾਂਬੰਦੀ ਦਾ ਜਿਹੜਾ ਵਿਤਕਰਾ ਹੈ ਉਹ ਖਤਮ ਕਰਨਾ ਪਊਗਾ। ਆਓ ਮੈਂ ਆਪਣੀ ਯੂਨੀਵਰਸਿਟੀ ਨੂੰ, ਅਥਾਰਟੀਆਂ ਨੂੰ ਕਹਿਣਾ ਕਿ ਹਰ ਯੂਨੀਵਰਸਿਟੀ ਕੋਈ ਨਾ ਕੋਈ ਨਵਾਂ ਕੰਮ ਕਰਦੀ ਹੈ, ਪਹਿਲਾ ਕੰਮ ਕਰਦੀ ਹੈ। ਆਓ ਪਹਿਲਾ ਕੰਮ ਆਪਾਂ ਕਰੀਏ। बीयूपी की धरती पे सत्ता की कब्र खुदेगी। बीयूपी की धरती पे ਬਸ ਮੈਂ ਇਹੀ ਇੱਕ ਤਰ੍ਹਾਂ ਸੱਦਾ ਦਿੰਨਾ ਆਪਣੇ ਨਾਲ ਦੇ ਅਧਿਆਪਕਾਂ ਨੂੰ, ਅਧਿਕਾਰੀ ਵਰਗ ਨੂੰ, ਤੁਸੀਂ ਸਾਰੇ ਤਾਂ ਪਹਿਲੀ ਇਸ ਸੱਦੇ ਦੇ ਵਿੱਚ ਸ਼ਾਮਲ ਹੋ ਕਿ ਇਸ ਯੂਨੀਵਰਸਿਟੀ ਨੂੰ ਪੰਜਾਬ ਦੀ, ਉੱਤਰ ਭਾਰਤ ਦੀ ਉਹ ਪਹਿਲੀ ਯੂਨੀਵਰਸਿਟੀ ਬਣਾ ਦਈਏ ਜਿਸ ਬਾਰੇ ਅਸੀਂ ਮਾਣ ਨਾਲ ਕਹਿ ਸਕਦੇ ਹੋਈਏ ਕਿ ਸਾਡੀ ਇਸ ਯੂਨੀਵਰਸਿਟੀ ਦੇ ਵਿੱਚ ਕੋਈ ਇਹੋ ਜਿਹੀ ਸਟਰਕਚਰਲ ਡਿਸਕ੍ਰਿਮੀਨੇਸ਼ਨ ਕੁੜੀਆਂ ਤੇ ਮੁੰਡਿਆਂ ਦੇ ਦਰਮਿਆਨ ਨਹੀਂ। ਥੈਂਕ ਯੂ ਸਰ। ਸਰ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹੁੰਦੀ ਹਾਂ, ਜਿਹੜੀ ਸਾਡੇ ਪੇਰੈਂਟਸ ਵਾਲੀ ਗੱਲ ਕੀਤੀ ਕਿ ਉਹਨਾਂ ਪੇ ਅਸਲ 'ਚ ਅਥਾਰਟੀ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਅਨਪੜ੍ਹ ਹੁੰਦੇ ਨੇ, ਇਹ ਮੰਨਦੇ ਨੇ। ਤਾਂ ਹੀ ਇਹਨਾਂ ਨੂੰ ਇਹ ਭੁਲੇਖਾ ਹੈ ਕਿ ਅਨਪੜ੍ਹ ਪੇਰੈਂਟਸ ਨੂੰ ਬੁਲਾਵਾਂਗੇ, ਉਹਨਾਂ ਨੂੰ ਇਹ ਹੋਊਗਾ ਕਿ ਕੁੜੀਆਂ ਬਾਹਰ ਆ ਹੀ ਨਹੀਂ ਸਕਦੀਆਂ, ਉਹਨਾਂ ਦਾ ਵਿਊ ਲਵਾਂਗੇ। ਅਸਲ 'ਚ ਇਹ ਵੀ ਆਪਦੇ ਆਪ ਨੂੰ ਬਹੁਤ ਉਹ ਮੰਨਦੇ ਨੇ ਕਿ ਜਿਹੜਾ ਪੜ੍ਹਿਆ ਲਿਖਿਆ ਤਬਕਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਤਾਂ ਹੀ ਇਹ ਉਹਨਾਂ ਪੇਰੈਂਟਸ ਤੋਂ ਪਰਮਿਸ਼ਨ ਦੀ ਗੱਲ ਕਰਦੇ ਨੇ। ਦੂਸਰੀ ਗੱਲ, ਮੈਂ ਕੁਝ ਅਨਾਉਂਸਮੈਂਟਸ ਕਰੂੰਗੀ। ਇੱਕ ਤਾਂ ਇਹ ਲੈਕਚਰ ਜਿਹੜੇ ਹੈਗੇ ਨੇ ਇਹ ਕੰਟੀਨਿਊਟੀ ਚੱਲਣਗੇ। ਅੱਜ ਦਾ ਲੈਕਚਰ ਤੁਸੀਂ ਆਪਣਾ ਚੱਲ ਰਿਹਾ, ਕੱਲ ਇੰਗਲਿਸ਼ ਡਿਪਾਰਟਮੈਂਟ ਤੋਂ ਡਾਕਟਰ ਧਰਮਜੀਤ ਉਹ ਆਪਣਾ ਲੈਕਚਰ ਡਿਲੀਵਰ ਕਰਨਗੇ ਇਸੇ ਟਾਈਮ 6 ਵਜੇ ਇਸੇ ਜਗ੍ਹਾ ਤੇ ਇਸ ਤੋਂ ਬਾਅਦ ਮਤਲਬ ਆਪਣਾ ਜਦੋਂ ਇਹ ਪ੍ਰੋਗਰਾਮ ਖਤਮ ਹੁੰਦਾ ਆਪਾਂ ਨਾਟਕ ਕਰਾਂਗੇ। ਕਿਸੇ ਨੇ ਜਾਣਾ ਨਹੀਂ, ਨਾਟਕ ਜ਼ਰੂਰ ਦੇਖ ਕੇ ਜਾਇਓ। ਤੇ ਇੱਕ ਸਾਡੇ ਵਿੱਚ ਵੱਖ-ਵੱਖ ਜਥੇਬੰਦੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ PSU ਲਲਕਾਰ, SFI, AISF, PRSU ਇਹ ਜਥੇਬੰਦੀਆਂ ਸਾਡੇ ਵਿਚਕਾਰ ਪਹੁੰਚੀਆਂ ਨੇ ਤੇ ਉਹ ਸਾਡੇ ਨਾਲ ਹਰ ਕਦਮ ਤੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ। ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਇਹ ਸੰਘਰਸ਼ ਕੱਲੀ DSO ਦਾ ਸੰਘਰਸ਼ ਨਹੀਂ, ਇਹ ਸੰਘਰਸ਼ ਸਾਂਝਾ ਸੰਘਰਸ਼ ਹੈ। ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਦੂਸਰਾ, ਸਾਡੇ ਵਿਚਕਾਰ ਪਟਿਆਲੇ ਤੋਂ ਲੋਕ ਸੰਗਰਾਮ ਮੰਚ, ਰੈੱਡ ਆਰਟਸ ਦੀ ਟੀਮ, ਲੋਕ ਸੰਘਰਸ਼ ਕਮੇਟੀ, ਰੈੱਡ ਆਰਟਸ ਤੇ ਇਨਕਲਾਬੀ ਲੋਕ ਮੋਰਚਾ, ਇਹਨਾਂ ਦੇ ਸਾਥੀ ਪਹੁੰਚੇ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਤੇ ਜੇ ਕੋਈ ਹੋਰ ਆਰਗੇਨਾਈਜੇਸ਼ਨ ਰਹਿ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਦੀ ਹਾਂ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਾਥੀ ਆਏ ਨੇ, ਮੈਂ ਉਹਨਾਂ ਦਾ ਵੀ ਇਸ ਮਤਲਬ ਪ੍ਰੋਗਰਾਮ 'ਚ ਪਹੁੰਚਣ ਤੇ ਸਵਾਗਤ ਕਰਦੀ ਹਾਂ। ਤੇ ਇੰਗਲਿਸ਼ ਡਿਪਾਰਟਮੈਂਟ 'ਚੋਂ ਸਾਡੇ ਵਿਚਕਾਰ ਬਹੁਤਾਤ ਟੀਚਰਸ ਪਹੁੰਚੇ ਨੇ, ਡਾਕਟਰ ਰਾਜੇਸ਼ ਸ਼ਰਮਾ, ਮੋਨਿਕਾ ਮੈਡਮ, ਧਰਮਜੀਤ ਸਰ। ਪਹਿਲਾਂ ਤਾਂ ਮੈਂ ਇੰਗਲਿਸ਼ ਡਿਪਾਰਟਮੈਂਟ ਦੇ ਜਿਹੜੇ ਸਟੂਡੈਂਟਸ ਨੇ, ਸਭ ਤੋਂ ਵੱਡੀ ਗਿਣਤੀ 'ਚ ਇਸ ਪ੍ਰੋਟੈਸਟ ਇੰਗਲਿਸ਼ ਡਿਪਾਰਟਮੈਂਟ ਹੈ, ਉਹ ਵਧਾਈ ਦੇ ਪਾਤਰ ਨੇ। ਦੂਸਰੀ ਗੱਲ, ਅੱਜ ਉਹਨਾਂ ਦੇ ਬਹੁਤਾਤ ਟੀਚਰਸ ਨੇ ਆ ਕੇ ਇਹ ਗੱਲ ਸਾਬਿਤ ਕਰਤੀ ਕਿ ਇੰਗਲਿਸ਼ ਡਿਪਾਰਟਮੈਂਟ 'ਚ ਕੀ ਪੜ੍ਹਾਇਆ ਜਾਂਦਾ, ਕੀ ਸਿਖਾਇਆ ਜਾਂਦਾ। ਤੇ ਪੰਜਾਬੀ ਡਿਪਾਰਟਮੈਂਟ ਆਪਣਾ ਸਦਾਬਹਾਰ ਡਿਪਾਰਟਮੈਂਟ ਹੈ ਜਿਹੜਾ ਹਮੇਸ਼ਾ ਬਾਕੀ ਇਹ ਨਹੀਂ ਹੈਗਾ ਕਿ ਬਾਕੀ ਡਿਪਾਰਟਮੈਂਟ ਮਾਈਨਸ ਨੇ,
ਸਾਰੇ ਹੈਗੇ ਨੇ, ਪਰ ਜਿਹੜੇ ਇਸ ਵਾਰ ਨਵੇਂ ਐਕਟਿਵ ਹੋਏ ਨੇ, ਮਤਲਬ ਜਿਹੜੇ ਬਹੁਤਾਤ ਚ ਨੇ, ਮੈਂ ਉਹਨਾਂ ਨੂੰ ਸਪੈਸ਼ਲੀ ਥੈਂਕਸ ਬੋਲਦੀ ਹਾਂ ਤੇ ਉਹਨਾਂ ਦੀ ਪਾਰਟਿਸਿਪੇਸ਼ਨ ਦੀ ਦਾਤ ਦਿੰਦੀ ਹਾਂ। ਪੋਲੀਟੀਕਲ ਸਾਇੰਸ ਤਾਂ ਆਲਰੇਡੀ ਇੱਕ ਜਿਹੜੇ ਡੀਐਸਓ ਦੀ ਨੀਂਹ ਆ, ਉਹ ਤਾਂ ਰਹੂਗਾ ਹੀ ਰਹੂਗਾ। ਤੇ ਦੂਸਰੀ ਗੱਲ ਆਲਮੋਸਟ ਮੇਰੀਆਂ ਸਾਰੀਆਂ ਹੋ ਗਈਆਂ ਜਿਹੜੀਆਂ ਮੈਂ ਇਨਫੋਰਮੇਸ਼ਨ ਦੇਣੀਆਂ ਸੀ। ਹੁਣ ਮੈਂ ਇੱਕ ਚੀਜ਼ ਕਹੂੰਗੀ ਕਿ ਆਪਾਂ ਡਿਸਕਸ਼ਨ ਸ਼ੁਰੂ ਕਰਦੇ ਹਾਂ। ਡਿਸਕਸ਼ਨ ਤੋਂ ਬਾਅਦ ਨਾਟਕ ਹੋਊਗਾ, ਜਾਣਾ ਨਹੀਂ ਕਿਸੇ ਨੇ, ਨਾਟਕ ਦੇਖ ਕੇ ਜਾਇਓ। ਤੇ ਡਿਸਕਸ਼ਨ ਦੇ ਮੈਂ ਕੁਝ ਚੀਜ਼ਾਂ ਬੋਲਣੀਆਂ ਨੇ। ਇੱਕ ਤਾਂ ਜਿਹੜੇ ਸਵਾਲ ਨੇ ਉਹ 1 ਬਾਏ 1 ਕਰਿਓ। ਆਪਾਂ ਬਹੁਤ ਸੂਝਵਾਨ ਵਿਦਿਆਰਥੀ ਆ। ਜੇ ਕੋਈ ਇੱਕ ਜਣਾ ਸਵਾਲ ਕਰ ਰਿਹਾ, ਦੂਸਰਾ ਆਪਣੇ ਆਪ ਰੁਕ ਜਾਵੇ, 2 ਮਿੰਟ ਲੱਗਣਗੇ ਅਗਲਾ ਸਵਾਲ ਆਉਣ ਤੱਕ, ਤਾਂ 1 ਬਾਏ 1 ਸਵਾਲ ਕੀਤੇ ਜਾਣ ਤੇ ਇੱਕ ਸਪੈਸੀਫਿਕ ਕਰ ਦਿੱਤੇ ਜਾਣ ਕਿ ਕਿਹੜਾ ਸਵਾਲ ਐਸਐਫਐਸ ਦੇ ਸਾਥੀ ਕਨੂਪ੍ਰਿਆ ਤੋਂ ਆ, ਕਿਹੜਾ ਸਵਾਲ ਡੀਐਸਓ ਤੋਂ। ਉਹ ਫਿਰ ਸਾਥੀ ਉਵੇਂ ਤੁਹਾਨੂੰ ਨਾਲ ਨਾਲ ਜਵਾਬ ਦਿੰਦੇ ਰਹਿਣਗੇ ਤਾਂ ਕਿ ਡਿਸਕਸ਼ਨ ਆ ਜਿਹੜੀ ਆਰਗੇਨਾਈਜ਼ਡ ਵੇ 'ਚ ਚਲਾਈ ਜਾ ਸਕੇ। ਹੁਣ ਮੈਂ ਮੰਚ ਤੇ ਸੱਦਾ ਦਿੰਦੀ ਹਾਂ ਜਸਪ੍ਰੀਤ, ਕਨੂਪ੍ਰਿਆ, ਗੁਰਵਿੰਦਰ, ਗਗਨ, ਚਾਲੋ ਜਾਣੇ ਮੰਚ ਦੇ ਨੇੜੇ ਆ ਜਾ। ਹੁਣ ਆਪਾਂ ਡਿਸਕਸ਼ਨ ਸ਼ੁਰੂ ਕਰਦੇ ਹਾਂ 1 ਬਾਏ 1। ਜਿਹਦਾ ਵੀ ਸਵਾਲ ਹੈ ਉਹ ਸਵਾਲ ਬੋਲ ਸਕਦਾ। ਪਲੀਜ਼ ਰੌਲਾ ਨਾ ਪਾਇਓ। ਇੱਕ ਗੱਲ ਹੋਰ, ਮੈਨੂੰ ਪਹਿਲਾਂ ਇਹ ਨੋਟਿਸ ਕਰਾਈ ਗਈ ਸੀ ਕਿ ਆਪਣੇ ਗਰਲਸ ਹੌਸਟਲਸ ਦੇ ਵਾਰਡਨਸ ਆਏ ਹੋਏ ਨੇ ਇੱਥੇ, ਪਤਾ ਨਹੀਂ ਉਹ ਕਿੱਥੇ ਨੇ, ਪਰ ਮਤਲਬ ਹੁੱਲੜਬਾਜ਼ੀ ਕੋਈ ਨਾ ਹੋਵੇ, ਢੰਗ ਨਾਲ ਡਿਸਕਸ਼ਨ ਚਲਾਵਾਂਗੇ ਬਹੁਤ ਸਾਜ਼ਗਾਰ ਤਰੀਕੇ ਦੇ ਨਾਲ। ਤਾਂ ਮੈਂ ਡਿਸਕਸ਼ਨ ਸ਼ੁਰੂ ਕਰਨ ਦਾ ਸੱਦਾ ਦਿੰਦੀ ਹਾਂ। ਜਿਹਦਾ ਵੀ ਸਵਾਲ ਹੈ 1 ਬਾਏ 1 ਸ਼ੁਰੂ ਕਰ ਲਓ। ਇੱਕ ਗੱਲ ਹੋਰ, ਇਹ ਇਸ਼ੂ ਕੁੜੀਆਂ ਨਾਲ ਜੁੜਿਆ ਹੋਇਆ। ਕਿਸੇ ਵੀ ਕੁੜੀ ਨੂੰ ਲੱਗੇ ਕਿ ਇਸ ਸਵਾਲ ਦਾ ਜਵਾਬ ਮੈਂ ਦੇਣਾ ਚਾਹੁੰਦੀ ਹਾਂ ਤਾਂ ਹੱਥ ਖੜੇ ਕਰਕੇ ਦੱਸ ਦਿਓ। ਸਾਡੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਆਈਆਂ ਹੋਈਆਂ ਨੇ, ਉਹਨਾਂ ਦੀਆਂ ਵੀ ਕੁੜੀਆਂ ਕਾਰਕੁਨ ਇੱਥੇ ਸ਼ਾਮਲ ਨੇ। ਕਿਸੇ ਦਾ ਵੀ ਇਹ ਲੱਗ ਰਿਹਾ ਕਿ ਇਸ ਸਵਾਲ ਨੂੰ ਅਸੀਂ ਐਡਰੈਸ ਹੋਣਾ ਚਾਹੁੰਦੇ ਹਾਂ ਤਾਂ ਉਹ ਹੱਥ ਖੜਾ ਕਰਕੇ ਆਪਦਾ ਗੱਲ ਹੈ ਜਿਹੜੀ ਉਹ ਕਹਿ ਸਕਦਾ। तो सवाल है ਮਾਈਕ ਇੱਥੇ ਸਾਰੇ ਜਾਣੇ ਚੁੱਪ ਕਰ ਜਾਓ, ਸਵਾਲ ਸੁਣ ਜੂਗਾ, ਚੁੱਪ ਕਰ ਜਾਓ। ਮੇਰਾ ਸਵਾਲ ਕਨੂਪ੍ਰਿਆ ਜੀ ਲਈ ਹੈ। ਕਨੂਪ੍ਰਿਆ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕ ਦੇਣਾ ਚਾਹੂੰਗਾ ਕਿ ਤੁਸੀਂ ਪਹਿਲੀ ਗਰਲਸ ਜਿਹੜੀ ਪੀਯੂ ਦੀ ਪ੍ਰਧਾਨ ਬਣੀ ਹੋ। बहुत शुक्रिया। ਤੇ ਮੇਰਾ ਇਹ ਸਵਾਲ ਇਹ ਹੈ ਕਿ ਪੀਯੂ ਚੰਡੀਗੜ੍ਹ ਹੈ, ਚੰਡੀਗੜ੍ਹ ਦੀ ਸਿਕਿਉਰਿਟੀ ਤਾਂ ਤੁਹਾਨੂੰ ਪਤਾ ਹੀ ਹੈ, ਜਿੱਥੇ ਸਭ ਤੋਂ ਘੱਟ ਕ੍ਰਾਈਮ ਹੁੰਦਾ ਹੈ। ਤੇ ਚਲੋ ਇਹ ਅੱਡ ਗੱਲ ਹੈ ਵੀ ਨਸ਼ਾ ਪੱਤਾ ਦਾ ਉੱਥੇ ਦੇ ਇੱਥੇ ਦਾ ਬਰਾਬਰ ਹੀ ਹੈ, ਪਰ ਕ੍ਰਾਈਮ ਦੇ ਮਾਮਲੇ 'ਚ ਚੰਡੀਗੜ੍ਹ ਤੇ ਪਟਿਆਲਾ ਦੇ ਬਹੁਤ ਜ਼ਿਆਦਾ ਫਰਕ ਹੈ। ਤੇ ਪਟਿਆਲਾ ਯੂਨੀਵਰਸਿਟੀ ਦੇ ਨੇੜੇ ਨੇੜੇ ਜਿਹੜੇ ਪਿੰਡ ਲੱਗਦੇ ਨੇ, ਇਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਕ੍ਰਾਈਮ ਰੇਟ ਹੈ। ਤੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਚੰਡੀਗੜ੍ਹ ਤਾਂ ਚਲੋ ਆਪਾਂ ਕਰ ਸਕਦੇ ਹਾਂ, ਪਰ ਜੇ ਆਪਾਂ ਕੁੜੀਆਂ ਨੂੰ ਉਰੇ ਛੂਟ ਦਿੱਤੀ ਜਾਵੇ ਤਾਂ ਬਾਹਰੋਂ ਆਊਟਸਾਈਡਰ ਆਉਣਗੇ। ਜਿਹੜੇ ਆਪਾਂ ਪੜ੍ਹਦੇ ਹਾਂ ਸਟੂਡੈਂਟਸ, ਚਲੋ ਹਾਂ ਆਪਾਂ ਤਾਂ ਪੜ੍ਹੇ ਲਿਖੇ ਹਾਂ, ਆਪਾਂ ਨੂੰ ਸੋਚ ਸਮਝ ਹੈਗੀ, ਆਪਾਂ ਵਧੀਆ ਫੈਮਿਲੀ ਤੋਂ ਆਉਂਦੇ ਹਾਂ, ਪਰ ਜਿਹੜੇ ਆਊਟਸਾਈਡਰਸ ਨੇ ਉਹਨਾਂ ਤੋਂ ਕੁੜੀਆਂ ਨੂੰ ਖਤਰਾ ਨਹੀਂ ਹੈਗਾ ਜੀ? ਤੁਹਾਡੇ ਕੀ ਵਿਚਾਰ? ਯੂਨੀਵਰਸਿਟੀ ਕੈਂਪਸ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਇਹ ਇੱਕ ਮਾਡਲ ਹੋਊਗਾ ਕਿ ਬਾਹਰ ਦਾ ਸਮਾਜ ਕਿੱਦਾਂ ਚਾਹੀਦਾ ਹੈ। ਤੇ ਜਦੋਂ ਤੁਸੀਂ ਚੰਡੀਗੜ੍ਹ ਦੀ ਵੀ ਗੱਲ ਕਰਦੇ ਹੋ ਤਾਂ ਉੱਥੇ ਵੀ ਜਦੋਂ ਕੁੜੀਆਂ ਆ ਕੇ ਬੋਲਦੀਆਂ ਨੇ, ਸਪੈਸ਼ਲੀ ਜਦੋਂ ਐਸਐਫਐਸ ਬਾਹਰ ਆ ਕੇ ਕਹਿੰਦਾ ਹੈ ਕਿ ਯੂਨੀਵਰਸਿਟੀ ਦਾ ਮਾਹੌਲ ਸੇਫ ਨਹੀਂ ਹੈ, ਯੂਨੀਵਰਸਿਟੀ ਸੇਫ ਨਹੀਂ ਹੈ, ਇੱਥੇ ਸਿਕਿਉਰਿਟੀ ਸੇਫ ਪੂਰਾ ਉੱਦਾਂ ਨਹੀਂ ਹੈਗਾ, ਇੱਥੇ ਕੁੜੀਆਂ ਨੂੰ ਬਰਾਬਰਤਾ ਨਹੀਂ ਹੈਗੀ, ਤਾਂ ਉੱਥੇ ਵੀ ਨਾ ਆਹ ਚੀਜ਼ ਉੱਠਦੀ ਹੈ ਕਿ ਸਟਾਪ ਡਿਫੇਮਿੰਗ ਪੀਯੂ, ਕਿ ਤੁਸੀਂ ਪੀਯੂ ਦੀ ਬੇਇੱਜ਼ਤੀ ਕਰ ਰਹੇ ਹੋ, ਤੁਸੀਂ ਚੰਡੀਗੜ੍ਹ ਦੀ ਬੇਇੱਜ਼ਤੀ ਕਰ ਰਹੇ ਹੋ। ਤਾਂ ਚੀਜ਼ਾਂ ਇਦਾਂ ਨਹੀਂ ਹੈ ਕਿ ਉਹ ਜਿਹੜਾ ਮਾਹੌਲ ਹੈ ਉਹ ਚੰਡੀਗੜ੍ਹ ਸਿਰਜ ਰਿਹਾ ਜਾਂ ਪਟਿਆਲਾ ਸਿਰਜ ਰਿਹਾ ਹੈ, ਉਹ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਹੈ। ਉਹ ਯੂਨੀਵਰਸਿਟੀਜ਼ ਵਿੱਚ ਜਿਹੜਾ ਕੌਨਸ਼ੀਅਸ ਸੈਕਸ਼ਨ ਪਹੁੰਚ ਰਿਹਾ ਹੈ, ਬਹੁਤ ਹੀ ਕੌਨਸ਼ੀਅਸ ਸੈਕਸ਼ਨ, ਕਹਿੰਦੇ ਕਰੀਮ ਹੁੰਦੀ 2% ਜਿਹੜੀ ਇੱਥੋਂ ਤੱਕ ਪਹੁੰਚ ਪਾਉਂਦੀ ਹੈ, ਬਾਕੀ ਤਾਂ ਕਾਲਜਾਂ 'ਚ, ਉਸ ਤੋਂ ਇਲਾਵਾ ਕਈ ਕਾਲਜਾਂ 'ਚ ਵੀ ਨਹੀਂ ਪਹੁੰਚੀ। ਤਾਂ ਜਿਹੜੀ ਇੱਥੇ ਕਰੀਮ 2% ਕੌਨਸ਼ੀਅਸ ਸੈਕਸ਼ਨ ਪਹੁੰਚੀ ਆ, ਉਹ ਇੰਨੀ ਕੁ ਤਾਂ ਜ਼ਿੰਮੇਵਾਰੀ ਲਏ ਕਿ ਇਹ ਯੂਨੀਵਰਸਿਟੀ ਵਿੱਚ ਉਹ ਮਾਡਲ ਨੂੰ ਐਸਟੈਬਲਿਸ਼ ਕਰ ਲਏ। ਫਿਰ ਉਹ ਗੱਲ ਚੰਡੀਗੜ੍ਹ ਪਟਿਆਲੇ ਦੀ ਨਹੀਂ ਹੋਊਗੀ, ਉਹ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀਜ਼ ਦੀ ਗੱਲ ਹੋਊਗੀ। ਕੈਂਪਸ ਕਿਤੇ ਵੀ ਜਾਂਦਾ ਆ, ਕੈਂਪਸ ਨੂੰ ਇੱਕ ਮਾਡਲ ਐਸਟੈਬਲਿਸ਼ ਕਰਨਾ ਹੈ, ਕੈਂਪਸ ਨੂੰ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ। ਤੇ ਉਹ ਜਿਹੜੀ ਆਊਟਸਾਈਡਰਸ ਵਾਲੀ ਗੱਲ ਹੈ, ਇੱਥੋਂ ਦੀਆਂ ਤਾਂ ਅੰਦਰ ਦੀਆਂ ਹੀ ਆਰਗੇਨਾਈਜੇਸ਼ਨਸ ਇਹਨਾਂ ਚੀਜ਼ਾਂ ਨੂੰ ਲੈ ਕੇ ਪਾਸੇ ਹੋ ਜਾਂਦੀਆਂ ਨੇ। ਇੱਥੋਂ ਦੇ ਤੇ ਅੰਦਰ ਦੀਆਂ ਹੀ ਆਰਗੇਨਾਈਜੇਸ਼ਨ ਇੱਕ ਉਲਟ ਮੈਮੋਰੈਂਡਮ ਦੇਣ ਨੂੰ ਤਿਆਰ ਹੋ ਜਾਂਦੀਆਂ ਨੇ
ਤਾਂ ਪਹਿਲਾਂ ਤਾਂ ਸਾਡਾ ਕੰਮ ਜਿਹੜਾ ਹੈਗਾ ਯੂਨੀਵਰਸਿਟੀ ਦੇ ਕਰਾਊਡ ਵਿੱਚ ਹੀ ਇੱਕ ਉਹ ਜਿਹੜਾ ਵਿਚਾਰਧਾਰਾ ਲੈ ਕੇ ਜਾਣ ਦਾ, ਉਹ ਵਾਲਾ ਮਾਈਂਡਸੈਟ ਲੈ ਕੇ ਜਾਣ ਦਾ। ਤੇ ਉਹ ਮਾਈਂਡਸੈਟ ਇਦਾਂ ਨਹੀਂ ਬਣੂਗਾ ਕਿ ਰੂਲ ਆ ਗਿਆ ਤੇ ਹੋ ਗਿਆ, ਮਤਲਬ ਇਦਾਂ ਦਾ ਕੋਈ ਸਿਕਿਉਰਿਟੀ ਵੱਧ ਕਰਤੀ ਤੇ ਹੋ ਗਿਆ। ਉਹ ਮਾਈਂਡਸੈਟ ਉਦੋਂ ਚੇਂਜ ਹੋਊਗਾ ਜਦੋਂ ਯੂਨੀਵਰਸਿਟੀ ਕੈਂਪਸ ਵਿੱਚ ਕੁੜੀਆਂ ਰਾਤ ਨੂੰ ਫ੍ਰੀਲੀ ਘੁੰਮਦੀਆਂ ਹੋਣਗੀਆਂ। ਇੱਕ ਕੁੜੀ ਨੂੰ ਉਦੋਂ ਫ੍ਰੀ ਨਹੀਂ ਫੀਲ ਨਹੀਂ ਹੋਊਗਾ ਜਦੋਂ ਇੱਥੇ ਲਾਈਨ ਵਿੱਚ ਸਿਕਿਉਰਿਟੀ ਗਾਰਡ ਖੜੇ ਆ ਜਾਂ ਬੜੇ ਸਾਰੇ ਕੈਮਰੇ ਲੱਗੇ ਆ। ਕੁੜੀ ਨੂੰ ਉਦੋਂ ਸਿਕਿਉਰ ਫੀਲ ਹੋਊਗਾ ਜਦੋਂ ਉਹਦੇ ਆਸ-ਪਾਸ ਹੋਰ ਵੀ ਕੁੜੀਆਂ 4-5 ਫਿਰ ਰਹੀਆਂ ਨੇ ਔਰ ਉਹ ਬੇਖੌਫ ਫਿਰ ਰਹੀਆਂ ਨੇ। ਔਰ ਉਹ ਬੇਖੌਫ ਮਾਹੌਲ ਦਾ ਜਿਹੜਾ ਕੈਂਪਸ ਹੈ ਨਾ, ਉਹ ਭਾਵੇਂ ਕਿਸੇ ਵੀ ਪਿੰਡ ਵਿੱਚ ਹੋਏ, ਭਾਵੇਂ ਕਿਤੇ ਵੀ ਹੋਏ, ਉਹ ਪਟਿਆਲਾ ਹੋਏ, ਚੰਡੀਗੜ੍ਹ ਹੋਏ, ਉਹ ਫਿਰ ਮੈਟਰ ਨਹੀਂ ਕਰੂਗਾ, ਉਹ ਕੈਂਪਸ ਸੈੱਟ ਕਰੂਗਾ। ਐਗਜ਼ਾਮਪਲ ਮੇਰਾ ਨਾਮ ਮਨਦੀਪ ਕੌਰ ਆ, ਮੈਂ ਇੰਡੀਅਨ 에ਅਰਫੋਰਸ ਤੋਂ ਆ। ਮੇਰਾ ਇੱਕ ਸਵਾਲ ਹੈ, ਯੂਨੀਵਰਸਿਟੀ ਵਿੱਚ ਬੜੀਆਂ ਆਰਗੇਨਾਈਜੇਸ਼ਨਸ ਅੱਜ ਇਕੱਠੀਆਂ ਹੋਈਆਂ, ਸਾਰੇ ਬॉयਜ਼ ਇਕੱਠੇ ਹੋਏ ਆ, ਗਰਲਸ ਇਕੱਠੇ ਹੋਏ ਆ। ਇਸ ਡਿਮਾਂਡ ਦੇ ਵਿੱਚ ਇੱਕ ਇਦਾਂ ਦੀ ਡਿਮਾਂਡ ਕਿਉਂ ਨਹੀਂ ਰੱਖੀ ਜਾਂਦੀ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ 5 ਸਾਲ ਲਈ ਮੁੰਡਾ ਤੇ 5 ਸਾਲ ਲਈ ਕੁੜੀ ਕਿਉਂ ਨਹੀਂ ਹੁੰਦਾ? ਜਦੋਂ ਇੱਕ ਕੁੜੀ ਮੈਂ ਸੀਮੈਟ ਪਾਇਲਟ ਆ 12 ਵਜੇ ਉੱਠ ਕੇ ਜਹਾਜ਼ ਚਲਾ ਸਕਦੀ ਆ, ਉਦੋਂ ਜੱਟਾਂ ਦੇ ਪੁੱਤ ਸੁੱਤੇ ਪਏ ਹੁੰਦੇ ਆ, ਉਦੋਂ ਉਸ ਕੁੜੀ ਨੂੰ ਕੁਝ ਖਾਣਾ ਨਹੀਂ। ਸਵਾਲ ਕਿਉਂ ਨਹੀਂ ਕਰਦਾ ਜਦੋਂ ਕਹਿਆ ਜਾਂਦਾ ਨਾ ਇੱਕ ਸਪੈਟੀ ਖੜੀ ਆ, ਉਹ ਸਪੈਟੀ ਰਾਤ ਨੂੰ 1 ਵਜੇ ਡਿਊਟੀਆਂ ਕਰਦੀ ਆ, ਉਦੋਂ ਸਵਾਲ ਕਿਉਂ ਨਹੀਂ ਕੀਤੇ ਜਾਂਦੇ? ਉਦੋਂ ਅੱਜ 8 ਵਜੇ ਸਾਨੂੰ ਕੀ ਖਾਣ ਲੱਗਿਆ, ਕਿਹੜਾ ਸਵਾਲ ਹੈ? ਸਾਡੀਆਂ ਆਰਗੇਨਾਈਜੇਸ਼ਨਸ ਇਕੱਠੀਆਂ ਹੋਈਆਂ ਨੇ, ਇੱਕ ਮੁੱਦਾ ਰੱਖਣਾ ਚਾਹੀਦਾ। ਯੂਨੀਵਰਸਿਟੀ ਦੀਆਂ ਜਿਹੜੀਆਂ 5 ਅਥਾਰਟੀਆਂ ਨੇ ਉਹਨਾਂ ਕੋਲੋਂ ਇਹ ਸਵਾਲ ਕਰਨਾ ਚਾਹੀਦਾ 5 ਸਾਲ ਦੇ ਟਿਊਰ ਦੇ ਵਿੱਚ 10 ਲੇਡੀਜ਼ ਆਫੀਸਰ ਹੋਣੀਆਂ ਚਾਹੀਦੀਆਂ ਨੇ। ਵੀਸੀ ਵਾਈਸ ਚਾਂਸਲਰ ਜ਼ਰੂਰੀ ਥੋੜਾ ਜਸਪਾਲ ਸਿੰਘ ਹੈ, ਫਿਰ ਕੋਮਲ ਸਿੰਘ ਹੈ, ਕੌਰ ਖਾਨ ਕਿਉਂ ਨਹੀਂ ਆ ਸਕਦੀਆਂ? ਤੁਸੀਂ ਆਪਣੇ ਸਵਾਲ ਨੂੰ 24 ਘੰਟੇ ਦੇ ਸਵਾਲ ਦੇ ਵਿੱਚ ਇੱਕ ਸਮਾਜ ਦੇ ਵਿੱਚ ਵੋਟ ਨਿਓਰ ਲੈ ਕੇ ਆਓ। ਯੂਨੀਵਰਸਿਟੀ ਦੇ ਵਿੱਚ ਇਹ ਹੋਣਾ ਚਾਹੀਦਾ ਜਿੰਨੀਆਂ ਆਲ ਇੰਡੀਆ ਦੇ ਵਿੱਚ ਯੂਨੀਵਰਸਿਟੀਜ਼ ਹੈ 5 ਸਾਲ ਬਾਅਦ ਇੱਕ ਕੁੜੀ ਤੇ 5 ਸਾਲ ਬਾਅਦ ਇੱਕ ਮੁੰਡਾ, ਫੇਰ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ। ਜਿੰਨਾ ਚਿਰ ਸਮਾਜ ਦੇ ਇੱਥੇ ਕੀ ਕੀਤਾ ਜਾਂਦਾ, ਪ੍ਰਮੋਸ਼ਨਾਂ ਦਿੱਤੀਆਂ ਜਾਂਦੀਆਂ ਨੇ, ਇਹ ਕੋਈ ਸਵਾਲ ਨਹੀਂ ਹੁੰਦੇ। ਹੈਡ ਲਵਾਓ, ਜੇ ਲਵਾਉਣ ਲੱਗਿਆ ਤਾਂ ਧਰੂ ਤਾਰੇ ਵਾਂਗ ਜਾਓ, ਅੰਬਰਾਂ ਤੇ ਉੱਡਣ ਦੀ ਕੋਸ਼ਿਸ਼ ਕਰਿਓ ਤਾਂ ਖੰਭ ਮੋਮ ਦੇਣਾ ਬਣਾਇਓ। ਜੰਮਦੇ ਇੱਕ ਮਾਂ ਦੇ ਕੁੱਖੋਂ ਪੈਦਾ ਹੋਇਓ, ਉਹ ਪੰਛੀ ਬਣ ਜਾਓ, ਉਹ ਸ਼ਾਬਾਸ਼ ਬਣ ਜਾਓ। ਕੀ ਕਰਨ ਲੱਗਿਆ? ਤਾਣੀਆਂ ਛਾਂਗਣ ਲੱਗਿਆ। ਪੱਤੇ ਆ, ਪੱਤਿਆਂ ਦਾ ਕੀ ਹੈ? ਫੇਰ ਹਰੇ ਹੋ ਜਾਣਾ। ਜੜ ਪੱਟ ਕੇ ਸੁੱਟੋ, ਨਾ ਮੋਮ ਬਣਦੀ ਹੈ ਨਾ ਰਵਾਬ ਬਣਨਾ, ਨੀਲ ਕਮਲ ਬਣ ਜਾਓ ਜਿਹੜਾ ਗੰਦ 'ਚ ਵੀ ਪੈਦਾ ਹੋ ਕੇ ਇਹਨਾਂ ਨੂੰ ਖਤਮ ਕਰ ਦੇ। ਇਸ ਯੂਨੀਵਰਸਿਟੀ ਨਾਲ ਮੇਰਾ ਲਿੰਕ ਹੈ, ਮੈਂ ਬਤੌਰ ਲੈਫਟੀਨੈਂਟ ਆ। ਤਾਂ ਸੋਨੂੰ ਸਵਾਲ ਪੈਦਾ ਕਰਦਾ, ਇੱਕ ਮੰਗ ਹੈ ਮੇਰੀ ਵੀ ਇਹ ਐਡ ਕਰੋ ਯੂਨੀਵਰਸਿਟੀ ਦੇ ਵਿੱਚ 5 ਸਾਲ ਲਈ ਲੇਡੀਜ਼ ਵਾਈਸ ਚਾਂਸਲਰ ਲੱਗਣੀ ਚਾਹੀਦੀ ਆ। ਬਹੁਤ ਚੰਗੇ ਵਿਚਾਰ ਰੱਖੇ ਮਨਦੀਪ ਕੌਰ ਨੇ। ਜੇ ਇੱਕ ਤਾਂ ਜਦੋਂ ਵੀ ਕੋਈ ਸਾਥੀ ਸਵਾਲ ਕਰੂ ਪਲੀਜ਼ ਹੱਸੋ ਨਾ, ਬਹੁਤ ਸੈਂਸਿਟਿਵ ਇਸ਼ੂ ਆ। ਬੜੇ ਲੰਬੇ ਸਮੇਂ ਬਾਅਦ ਸਾਡੀ ਯੂਨੀਵਰਸਿਟੀ ਦੇ ਭਾਗ ਜਾਗੇ ਨੇ ਕਿ ਅਸੀਂ ਇੱਥੇ ਗੱਲ ਕਰ ਰਹੇ ਹਾਂ। ਹੱਸਣਾ ਨਹੀਂ ਕਿਸੇ ਨੇ, ਆਪਾਂ ਸਿੰਸੀਅਰ ਡਿਬੇਟ ਨੂੰ ਸਿੰਸੀਅਰਟੀ ਨਾਲ ਚਲਾਈਏ। ਤੁਸੀਂ ਸਵਾਲ ਕੀਤਾ ਸੀ ਉਹਨਾਂ ਦੇ ਲਈ ਇਹ ਜਵਾਬ ਦੇਣਾ ਚਾਹੁੰਦੇ। ਇੱਥੋਂ ਇੱਕ ਮੁੰਡੇ ਨੇ ਸਵਾਲ ਹੁਣੀ ਖੜਾ ਕੀਤਾ ਸੀ ਕਿ ਬਾਹਰ ਸੇਫਟੀ ਨਹੀਂ ਹੈਗੀ, ਤਾਂ ਕੁੜੀਆਂ ਨੂੰ ਮਤਲਬ ਚੰਡੀਗੜ੍ਹ ਔਰ ਪਟਿਆਲਾ ਨੂੰ ਕੰਪੇਅਰ ਕੀਤਾ ਗਿਆ। ਤੁਹਾਨੂੰ ਨਹੀਂ ਲੱਗਦਾ ਤੁਸੀਂ ਇੱਕ ਗਲਤ ਸਵਾਲ ਇੱਕ ਗਲਤ ਇਨਸਾਨ ਨੂੰ ਪੁੱਛ ਰਹੇ ਹੋ, ਜਦੋਂ ਤੁਹਾਨੂੰ ਖੁਦ ਪਤਾ ਹੈ ਕਿ ਤੁਹਾਡੀ ਅਥਾਰਟੀਜ਼, ਤੁਹਾਡਾ ਸਿਸਟਮ ਇੱਕ ਸਿਕਿਉਰ এনवायरमेंट ਪੈਦਾ ਨਹੀਂ ਕਰ ਸਕਦਾ। ਬਜਾਏ ਕਿ ਕੁੜੀ ਤੋਂ ਪੁੱਛੋ ਕਿ ਤੂੰ ਬਾਹਰ ਕਿਉਂ ਜਾਣੀ ਹੈ, ਉਹ ਅਥਾਰਟੀਜ਼ ਤੋਂ ਪੁੱਛੋ ਕਿ ਤੁਸੀਂ ਇੰਨੇ ਨਾਕਾਬਿਲ ਹੋ, ਇੰਨੇ ਲਾਂਤੀ ਹੋ ਕਿ ਤੁਹਾਨੂੰ ਤੁਸੀਂ ਇੱਕ ਵਧੀਆ এনवायरमेंट ਨਹੀਂ ਦੇ ਸਕਦੇ। ਸਹੀ ਸਵਾਲ ਪੁੱਛੋ, ਸਹੀ ਲੋਕਾਂ ਨੂੰ ਪੁੱਛੋ ਪਲੀਜ਼। ਹਾਂਜੀ, ਮੁਸਕਾਨ ਲਾਅ ਡਿਪਾਰਟਮੈਂਟ ਤੋਂ। ਸੋ ਇੱਕ ਵੀ ਕਹਿ ਰਹੀ ਸੀ ਕਿ ਉਹ ਡੀਐਸਓ ਵਾਲੇ ਕਿ ਜੇ ਕੋਈ ਮੁੰਡਾ ਆਂਦਾ ਹੈ ਤਾਂ ਉਹਨੂੰ ਮਾਰੋ, ਹੈ ਨਾ, ਬਟ ਰਾਦਰ ਦੈਨ ਮਾਰਨ ਦੀ ਬਜਾਏ ਬਿਕਾਜ਼ ਮੈਂ ਇਸ ਚੀਜ਼ ਤੇ ਥੋੜਾ ਹੈਗਾ ਮੈਨੂੰ ਕਿ ਯਾਰ ਸਾਇੰਟੀਫਿਕਲੀ ਪ੍ਰੂਵਡ ਆ, ਸਾਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਹੈ ਕਿ ਹਾਂ ਕੁੜੀਆਂ ਇੱਕ ਟਾਈਮ ਤੇ ਆ ਕੇ ਫਿਜ਼ੀਕਲੀ ਵੀਕ ਹੋ ਜਾਂਦੀਆਂ। ਬਿਕਾਜ਼ one thing because ਜਦੋਂ ਮੈਂ ਆਪਣੇ ਬ੍ਰਦਰ ਨਾਲ ਭਾਵੇਂ ਮੇਰੇ ਤੋਂ ਅੱਧੀ ਉਮਰ ਦਾ ਮੇਰਾ ਭਰਾ ਆ, ਕਿੰਨੀ ਵਾਰ ਮੈਂ ਉਹਨਾਂ ਲੜਦੀ ਆ ਨਾ ਤਾਂ ਮੈਂ ਸ਼ਾਇਦ ਹਾਰ ਜਾਂਦੀ ਆ ਬਿਕਾਜ਼ ਉਹ ਟ੍ਰੇਨਿੰਗ ਇੱਕ ਤਾਂ ਬਿਕਾਜ਼ ਦਾ ਥਿੰਗ ਇਜ਼
ਕੁੜੀਆਂ ਨੂੰ ਸ਼ੁਰੂ ਤੋਂ ਹੀ ਉਹਨਾਂ ਕੰਮਾਂ ਦੇ ਵਿੱਚ ਨਹੀਂ ਇਨਵੋਲਵ ਕੀਤਾ ਜਾਂਦਾ, ਰਾਈਟ, ਮੁੰਡਿਆਂ ਨੂੰ ਕੀਤਾ ਜਾਂਦਾ ਆ। ਮੈਂ ਕੀ ਕਹਿ ਰਹੀ ਹਾਂ ਕਿ ਰਾਦਰ ਤੇ ਮਾਰਨ ਦੀ ਬਜਾਏ, ਗੱਲ ਅੱਗੇ ਵਧਾਉਣ ਦੀ ਬਜਾਏ, ਉਹਨੂੰ ਲੀਗਲੀ ਜਾਂ ਕਿ ਜਿਹੜਾ ਕਿ ਡਰੈਸ ਵਿੱਚ ਏਜੰਸੀ ਸੈੱਲ ਹੈਗਾ ਆ ਉਹਦੇ ਤੱਕ ਉਹ ਕੰਪਲੇਂਟ ਪਹੁੰਚਾਈ ਜਾਵੇ, ਫਿਰ ਉਸ ਤੋਂ ਬਾਅਦ ਲੀਗਲੀ ਐਕਸ਼ਨ ਲਿਆ ਜਾਵੇ, ਰਾਦਰ ਦੈਨ ਖੁਦ ਹੱਥ, ਬਿਕੋਜ਼ ਇਹ ਹੀ ਲਾਅ ਦੇ ਅਗੇਂਸਟ ਹੈ। ਆਪਾਂ ਲਾਅ ਨੂੰ ਆਪਣੇ ਹੱਥਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ, ਆਪਾਂ ਨੂੰ ਲੀਗਲੀ ਜਾ ਕੇ ਉਸ ਚੀਜ਼ ਨੂੰ ਐਡਰੈਸ ਕਰਨਾ ਚਾਹੀਦਾ ਆ। ਦਿਸ ਇਜ਼ ਸਮਥਿੰਗ, ਮਤਲਬ ਉਹ ਕਿਸ ਬਿਹਾਫ ਤੇ ਕਹਿ ਰਹੇ ਨੇ ਕਿ ਹਾਂ ਸਾਨੂੰ ਮਾਰਨੇ ਦਾ ਮਾਰ ਦੋ, ਅੱਗੇ ਜੇ ਕੋਈ ਮੁੰਡਾ ਆਂਦਾ ਛੇੜੇ ਤਾਂ ਉਹਨੂੰ ਮਾਰ ਦੋ, ਮੂੰਹ ਨਾਲ ਗੱਲ ਕਰੋ, ਜੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਸਮਝਦੇ ਤਾਂ ਗੋ ਫॉर redress ਏਜੰਸੀਜ਼ whatever in the university existing। ਮੁਸਕਾਨ ਦਾ ਸਵਾਲ ਬਹੁਤ ਹੀ ਕੰਸਰਨ ਚ ਆਇਆ, ਅਸੀਂ ਇਹਨਾਂ ਦੇ ਸਵਾਲ ਦਾ ਵੈਲਕਮ ਕਰਦੇ ਹਾਂ। ਇਹ ਸਵਾਲ ਦੇ ਦੋ ਐਸਪੈਕਟ ਨੇ, ਇੱਕ ਤਾਂ ਮਤਲਬ ਤੁਹਾਡੇ ਨਾਲ ਕੋਈ ਛੇੜਖਾਨੀ ਹੁੰਦੀ ਆ ਤਾਂ ਇੱਥੇ ਕਿਸੇ ਤਰ੍ਹਾਂ ਦੀ ਬਾਡੀ ਹੋਊਗੀ ਜਿਹੜੀ ਉਹਨੂੰ ਐਡਰੈਸ ਕਰੂਗੀ, ਔਰ ਉਸ ਬਾਡੀ ਦੇ ਨਾਲ ਜਿਹੜਾ ਸਾਡਾ ਪਿਛਲਾ ਐਕਸਪੀਰੀਅੰਸ ਰਿਹਾ ਹੁਣ ਤੱਕ ਦਾ, ਉਹ ਇੰਨੀ ਜ਼ਿਆਦਾ ਇਨਐਕਟਿਵ ਆ ਕਿ ਜਦੋਂ ਉਹਨਾਂ ਨੇ ਥਾਂ ਥਾਂ ਤੇ ਬੋਰਡ ਲਵਾਉਣੇ ਸੀ, ਆਪਦੇ ਹੈਲਪ ਨੰਬਰ ਲਵਾਉਣੇ ਸੀ, ਉੱਥੇ ਉਹਨਾਂ ਨੇ ਇਹ ਲਿਖਣ ਦੀ ਬਜਾਏ ਕਿ ਐਂਟੀ ਵਿਮਨ ਹਰਾਸਮੈਂਟ ਸੈੱਲ ਦੀ ਜਗ੍ਹਾ ਤੇ ਉਹਨਾਂ ਨੇ ਬੋਰਡ ਤੇ ਲਿਖਿਆ ਸੀ ਵਿਮਨ ਹਰਾਸਮੈਂਟ ਸੈੱਲ ਹੈਲਪਲਾਈਨ। ਉਹ ਡੀਐਸਓ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੋਕਾਂ ਤੋਂ ਛਿੱਤਰ ਖਾਓਗੇ, ਮੋਰੇ ਐਂਟੀ ਲਾ ਲਓ। ਉਹ ਕੰਮ ਕਿਸ ਤਰੀਕੇ ਦਾ ਕਰਨਗੇ ਉਹਨੂੰ ਆਪਾਂ ਅੱਗੇ ਪਾ ਲੈਂਦੇ ਹਾਂ। ਤੇ ਦੂਜੀ ਗੱਲ ਇੱਥੋਂ ਦੇ ਕਰਾਊਡ ਬਾਰੇ, ਅਸੀਂ ਲੰਮੇ ਸਮੇਂ ਤੋਂ ਇਸ ਤੇ ਡਿਸਕਸ਼ਨ ਕਰ ਰਹੇ ਹਾਂ। ਜਿਹੜਾ ਸਟੂਡੈਂਟ ਇੱਥੇ ਡਿਸਕਸ਼ਨ ਕਰਨ ਆਉਂਦਾ ਭਾਵੇਂ ਉਹ 100 ਵਾਰ ਆਵੇ, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ। ਪਰ ਇੱਥੇ ਨਾ ਇੱਕ এনवायरमेंट ਬਣਿਆ ਪਿਆ, ਜਿਵੇਂ ਇੱਥੇ ਹਮਲਾ ਹੋਇਆ ਨਾ, ਉਧਰ ਮੁੰਡਿਆਂ ਨੇ ਕੁੜੀਆਂ ਤੇ ਹਮਲਾ ਕੀਤਾ, ਵੀ ਡਾਂਗ ਥੱਲੇ ਮਾਰ ਕੇ ਤੁਸੀਂ ਮਾਹੌਲ ਖਰਾਬ ਕਰਦੇ ਹੋ। ਐਕਸਪਲੇਨ ਤਾਂ ਕਰੋ ਨਾ ਯਾਰ, ਵੀ ਕੀ ਮਾਹੌਲ ਖਰਾਬ ਕਰਦੇ ਹੋ। ਮਤਲਬ ਜਿਹੜੇ ਡਰ ਤੁਹਾਡੇ ਸਾਹਮਣੇ ਨੇ, ਜਿਹੜੇ ਸ਼ਬਦ ਤੁਸੀਂ ਬੋਲਣ ਤੋਂ ਝਿਜਕ ਰਹੇ ਹੋ, ਕਹੋ ਨਾ ਕਿ ਕੀ ਹੋ ਜਾਊਗਾ। ਤੁਹਾਡੀ ਡਿਬੇਟ ਨੂੰ ਵੀ ਉਦੋਂ ਕਲਿੰਚ ਕੀਤਾ ਜਾਊਗਾ ਜਦ ਤੁਹਾਡੇ ਸਵਾਲ ਆਉਣਗੇ। ਜਦ ਤੁਸੀਂ ਡਾਂਗ ਥੱਲੇ ਮਾਰ ਕੇ ਕਹਿਣਾ, ਗਾਲ ਕੱਢ ਕੇ ਕਹਿਣਾ ਵੀ ਮਾਹੌਲ ਖਰਾਬ ਕਰਦੇ ਹੋ, ਫਿਰ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਡਿਬੇਟ ਨਹੀਂ ਹੋ ਸਕਦੀ। ਉਹਦੇ ਨਾਲ ਜਿੰਨੀ ਦੇਰ ਅਸੀਂ ਪੀਯੂ ਕੈਸ਼ ਕੋਲ ਜਾਣਾ ਜਾਂ ਐਂਟੀ ਵਿਮਨ ਹਰਾਸਮੈਂਟ ਸੈੱਲ ਕੋਲ ਜਾਣਾ, ਉਦੋਂ ਤਾਂ ਬਹੁਤ ਪਾਣੀ ਅੱਗੇ ਲੰਘ ਜਾਣਾ। ਇਹ ਸਾਡੇ ਦੋ ਐਸਪੈਕਟ ਨੇ। ਅਸੀਂ ਕਦੇ ਵੀ ਡਿਬੇਟ ਨੂੰ ਮਾਈਨਸ ਨਹੀਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਅਸੀਂ ਸਟੂਡੈਂਟ ਨਾਲ ਡਿਬੇਟ ਕਰੀਏ। ਡਿਬੇਟ ਦੇ ਵਿੱਚੋਂ ਇਹ ਚੀਜ਼ਾਂ ਆਈਡੀਓਲੋਜੀਕਲੀ ਕਲਿੰਚ ਹੋਣ ਤਾਂ ਚੰਗਾ, ਪਰ ਕਈ ਜਗ੍ਹਾ ਤੇ ਮਤਲਬ ਪ੍ਰੋਬਲਮ ਐਵੇਂ ਦੀ ਬਣ ਜਾਂਦੀ ਹੈ ਜਦੋਂ ਇਹ ਸਭ ਕੁਝ ਕਰਨਾ ਪੈਂਦਾ। ਬਾਕੀ ਬਾਕਾਂ ਨੂੰ ਪ੍ਰੀਅਸ ਤੇ ਕੁਝ ਕਹਿਣਾ ਦੋਸਤ, ਜਿਹੜੀ ਮੈਂ ਵੀ ਦੋ ਐਸਪੈਕਟਸ ਤੇ ਗੱਲ ਕਰੂੰਗੀ। ਇੱਕ ਉਹ ਵਾਲਾ ਕਿ ਸਾਨੂੰ ਨਾ ਸ਼ੁਰੂ ਤੋਂ ਹੀ ਆ ਛੋਟੇ ਭਰਾ ਤੋਂ ਅਸੀਂ ਵੀਕ, ਸਾਨੂੰ ਸਾਬਿਤ ਕਰਨਾ ਇੱਕ ਤਰ੍ਹਾਂ ਦੀ ਮਿੱਠੀ ਪੈਟਰੀਆਰਕੀ ਹੈ ਕਿ ਛੋਟਾ ਭਰਾ ਤੁਹਾਡੇ ਨਾਲੋਂ ਵੱਧ ਤਕੜਾ ਹੋਈ ਜਾਂਦਾ। ਇਹ ਪੈਟਰੀਆਰਕੀ ਹੈ ਇੱਥੇ, ਤੇ ਉਹਦੇ ਵਿੱਚ ਕਮਜ਼ੋਰ ਔਰਤ ਕਿਸੇ ਵੀ ਐਸਪੈਕਟ ਤੋਂ ਨਹੀਂ ਹੈਗੀ। ਪਤਾ ਮਨੁਵਾਦੀ ਸੋਚ ਕੀ ਸਿਖਾਉਂਦੀ ਹੈ? women is soft by nature, women is so soft, women is for nourishment of the child and not to earn the bread, for the nourishment of the child। ਇੰਨਾ ਸੌਫਟ ਕਹਿ ਕੇ ਇਹ ਦਿਮਾਗਾਂ 'ਚ ਪਾਤਾ ਹੈ ਅੱਜ ਦੇ ਟਾਈਮ ਤੇ। ਵਿਮਨ ਨੂੰ ਵੀ ਖੁਦ ਤੇ ਸ਼ੱਕ ਹੋ ਰਿਹਾ ਹੁੰਦਾ ਹੈ ਕਿ ਕਿਤੇ ਮੈਂ ਫਿਜ਼ੀਕਲੀ ਵੀਕ ਤੇ ਨਹੀਂ ਹਾਂ ਇੱਕ ਮੈਂਸਟਰਲ ਪੀਰੀਅਡ ਤੋਂ ਬਾਅਦ। ਤਾਂ ਉਹ ਫਿਜ਼ੀਕਲੀ ਵੀਕ ਵਾਲਾ ਕਨਸੈਪਟ ਹੈ ਨਾ ਜਿਹੜਾ, ਉਹਨੂੰ ਤੋੜਨ ਲਈ ਸਭ ਤੋਂ ਪਹਿਲਾਂ ਪਰਿਵਾਰਾਂ ਤੋਂ ਚੀਜ਼ਾਂ ਸ਼ੁਰੂ ਹੋਣੀਆਂ। ਤੇ ਪੀਯੂ ਕੈਸ਼ ਪੰਜਾਬ ਯੂਨੀਵਰਸਿਟੀ ਦੀ ਅਗਰ ਐਗਜ਼ਾਮਪਲ ਦੇਵਾਂ ਤਾਂ ਉਹਦੇ ਜਿੰਨੀ ਇਨਐਕਟਿਵ ਬੋਡੀ ਕੋਈ ਨਹੀਂ ਹੈਗੀ, ਉਹਦੇ ਜਿੰਨਾ ਇਨਐਕਟਿਵ ਕੋਈ ਵੀ ਯੂਨੀਵਰਸਿਟੀ ਦਾ ਇੰਸਟੀਚਿਊਟ ਨਹੀਂ ਹੈਗਾ, ਕੋਈ ਵੀ ਐਦਾਂ ਦਾ ਸੈੱਲ ਨਹੀਂ ਹੈਗਾ ਜਿੰਨੀ ਪੀਯੂ ਕੈਸ਼ ਹੈ। ਪੰਜਾਬ ਯੂਨੀਵਰਸਿਟੀ ਕਮੇਟੀ ਅਗੇਂਸਟ ਸੈਕਸ਼ੂਅਲ ਹੈਰੈਸਮੈਂਟ ਵਿੱਚ ਜਿਹੜਾ ਇੱਕ ਐਡਵਰਟਾਈਜ਼ਮੈਂਟ ਤੁਸੀਂ ਤਾਂ ਲਗਵਾ ਲਿਆ, ਸਾਡੇ ਵਾਲੇ ਤਾਂ ਲਗਵਾਉਂਦੇ ਥੱਕ ਗਏ। ਉਹ ਸਾਲ ਪੂਰਾ ਹੋ ਗਿਆ, ਉਹਨਾਂ ਦਾ ਪਹਿਲੇ ਸਾਲ ਲੱਗਾ, ਉਹਦੇ ਬਾਅਦ ਉਹਨਾਂ ਦਾ ਕੋਈ ਐਡਵਰਟਾਈਜ਼ਮੈਂਟ ਵੀ ਨਹੀਂ ਲੱਗਾ। ਦੂਸਰਾ ਨੰਬਰ, ਇਹ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ, ਅਸੀਂ ਇਹਨਾਂ ਤੋਂ ਕੀ ਉਮੀਦ ਰੱਖਦੇ ਹਾਂ? ਇਹ ਅੱਗੇ ਸਾਡੇ ਕੇਸਿਸ ਨੂੰ ਕਿੱਦਾਂ ਪਰਸਿਊ ਕਰਨਗੇ? ਪੰਜਾਬ ਯੂਨੀਵਰਸਿਟੀ ਵਿੱਚ ਤਾਂ ਐਗਜ਼ਾਮਪਲ ਰਿਹਾ ਆ ਕਿ ਉਹ ਕੇਸ ਰੱਦ ਕੀਤੇ ਜਾਂਦੇ ਨੇ, ਉਹਨਾਂ ਵਿੱਚੋਂ ਅੱਧੇ ਕੇਸ ਤਾਂ ਐ ਵਾਪਸ ਵੀ ਕੁੜੀਆਂ ਤੋਂ ਕਰਾ ਲਿੱਤੇ ਜਾਂਦੇ ਨੇ ਪਿੱਛੇ ਪ੍ਰੈਸ਼ਰ ਪਵਾ ਕੇ। ਕਿਉਂਕਿ ਜਿਹੜਾ ਉਹ ਸਿਸਟਮ ਹੈ ਨਾ, ਉਹਦੇ ਜਿਹਦੇ ਵਿੱਚ ਪੀਯੂ ਕੈਸ਼ ਜਦੋਂ ਕੁਐਸਚਨਸ ਆਉਂਦੇ ਨੇ, ਉਹਦੀ ਜਿਹੜੀ ਕੰਪੋਜੀਸ਼ਨ ਹੈ, ਉਹਦੇ 'ਚ ਹੀ ਸਾਡੇ ਜਿਹਨੂੰ ਕਹਿ ਰਹੇ ਨੇ ਅਥਾਰਟੀਜ਼ ਬੈਠੀਆਂ ਨੇ, ਕਿ ਉਹਦੇ ਵਿੱਚ ਸਾਡੇ ਰਿਪਰੈਜ਼ੈਂਟੇਟਿਵ ਬੈਠੇ ਨੇ ਜਿਹੜੇ ਸਾਡੇ ਕੇਸਿਸ ਨੂੰ ਉਦਾਂ ਹੀ ਪਰਸਿਊ ਕਰਨਗੇ ਜਿੱਦਾਂ ਹੋਣਾ ਚਾਹੀਦਾ। ਤਾਂ ਇਹ ਚੀਜ਼ਾਂ ਨੂੰ ਨਾ ਬਹੁਤ ਹੀ, ਜਿੱਦਾਂ ਹੁਣ ਕਿੰਨਾ ਸੌਖਾ ਹੈ ਕਹਿਣਾ ਰੇਪ ਹੋ ਗਿਆ ਨਾ, ਕੋਰਟ ਪਿਆ ਹੈ, 100 ਤਰ੍ਹਾਂ ਦਾ ਰੂਲ ਪਿਆ ਹੈ, ਕਿੱਥੇ ਹੁੰਦਾ ਹੈ ਉਹ ਕੁਝ ਸਭ। ਤਾਂ ਉਸ ਟਾਈਮ ਤੇ ਆਹ ਵਾਲਾ ਜਿਹੜਾ ਚੀਜ਼ ਸੀਗਾ ਨਾ, ਇਹ ਮੈਨੂੰ ਰਿਐਕਸ਼ਨਰੀ ਨਹੀਂ, ਮੈਨੂੰ ਉਹਦਾ ਬਹੁਤ ਪ੍ਰੋਗਰੈਸਿਵ ਲੱਗਾ ਕਿ ਅਗਰ ਕੁਝ ਹੁੰਦਾ ਹੈ ਲਾ ਦੋ ਚਪੇੜ। ਮਤਲਬ ਮੈਨੂੰ ਮੌਕੇ ਤੇ ਜਿਹੜਾ ਰਿਸਪੌਂਸ ਹੈ ਨਾ, ਉਹ ਬਹੁਤ ਹੀ ਵਾਜਿਬ ਲੱਗਣ ਦਿਆ, ਕਿਉਂਕਿ ਅੱਜ ਦੇ ਸਿਸਟਮ ਵਿੱਚ ਅਸੀਂ ਉਹ ਜਿਹੜਾ ਲੀਗਲ ਕਰਦੇ ਰਹੇ ਆ ਨਾ, ਉਹ ਕਿਤੇ ਵੀ ਨਹੀਂ, ਉਹ ਫਾਸਟ ਟਰੈਕ ਕੋਰਟਸ ਉਹ ਕਿਤੇ ਵੀ ਫਿਜ਼ੀਬਲ ਨਹੀਂ ਦਿਖ ਰਹੇ। ਫਿਰ ਸੈਕਸ਼ੂਅਲ ਹੈਰੈਸਮੈਂਟ ਦੀ ਅਗੇਂਸਟ ਜਿਹੜੀ ਕਮੇਟੀਜ਼ ਆਏ ਤਾਂ ਬਹੁਤ ਹੀ ਥੱਲੇ ਰਹਿ ਜਾਂਦੀਆਂ ਨੇ ਉਹਨੂੰ ਲੈ ਕੇ। नहीं, वायलेंस केड़ा कंटेक्स्ट की होगा? कंटेक्स्ट के जे तो कोई सपोज करो मुंडा छेड़ रहा है, हाँ जी, तो ओदे थप्पड़ सुट दो जा।
ਅੱਛਾ This is ਤੇ ਆਪਾਂ ਉੱਥੋਂ ਛਿੜ ਕੇ ਤੇ ਮੈਂ ਆਈ ਕੰਪਲੇਨ ਟੁਮਾਰੋ ਦਿਸ ਇਜ਼ ਨਾਟ ਦ ਸੋਲੂਸ਼ਨ ਦਿਸ ਇਜ਼ ਨਾਟ ਡਨ I'm not saying to complete, but I'm saying ਕਿ ਉਹਨੂੰ ਇੱਕ ਵਾਰੀ ਪਿਆਰ ਨਾਲ ਟ੍ਰੀਟ ਕੀਤਾ ਜਾਵੇ। उसका बहुत सही कंसर्न है कि ਉਹਨੂੰ ਪਹਿਲਾਂ ਚਿੰਨਿਤ ਕਰਾਉਣਾ ਬਹੁਤ ਜ਼ਰੂਰੀ ਹੈ ਉਹਨੂੰ ਪਹਿਲਾਂ ਚਿੰਨਿਤ ਕਰਾਉਣਾ ਹਾਂ consistent ਹੈਗੀ ਆ whatever ਜਿੰਨਾ ਮਰਜ਼ੀ ਤਰੀਕੇ ਨਾਲ ਜੇ ਉਹ ਕਿ ਨਹੀਂ ਮੰਨਦਾ ਤਾਂ ਆਪਣੀ ਜਿੰਨਾ ਵੀ lawfully because ਹਰ ਚੀਜ਼ ਨੂੰ ਏਦਾਂ ਸਪੋਜ਼ ਕਰੋ ਮੈਨੂੰ ਕੋਈ ਮਾਰ ਕੇ ਗਿਆ ਤਾਂ ਮੈਂ ਨਹੀਂ ਸਹੀ ਸਮਝੂਗੀ ਉਹਨੂੰ ਜਾ ਕੇ ਮਾਰ ਦੋ ਠੀਕ ਹੈ ਮੈਂ ਸਮਝੂਗੀ ਕਿ ਜਾ ਕੇ ਮੈਂ ਹਾਂ ਕੁਝ ਸਹੀ ਤਰੀਕੇ ਹੈਗੇ ਨੇ ਆਪਣੀ ਜੁਡੀਸ਼ੀਅਰੀ ਤੇ ਟਰਸਟ ਕਰੋ ਨੋ ਡਾਊਟ ਇਟ ਰੈਸਲ ਇਸ ਡੇਟ ਓਵਰ देयर ਬਟ ਉਹਦੇ ਟਰਸਟ ਕੀਤਾ ਜਾਵੇ ਉਹਦੇ ਇੱਕ ਪੇਸ਼ੈਂਸ ਰੱਖੀ ਜਾਵੇ ਉਸ ਪੁਆਇੰਟ ਤੇ ਦੋਸ ਪੇਸ਼ੈਂਸ ਨਾਲ ਇੰਨੇ ਸਿਵੀਅਰ ਕੇਸਿਸ 'ਚ ਇੰਨਾ ਲੰਬਾ ਪੇਸ਼ੈਂਸ ਚੱਲਦਾ ਆਇਆ ਆ ਪਰ ਉਹਦਾ ਰਿਸਪੌਂਸ ਨਹੀਂ ਕੋਈ ਆ ਰਿਹਾ ਮਤਲਬ ਸਾਰਿਆਂ ਦੇ ਸਵਾਲ ਇੱਕ ਕੰਸਰਨ ਚੋਂ ਨਿਕਲ ਰਹੇ ਨੇ ਕੁਝ ਪਲੀਜ਼ ਰਿਐਕਟ ਨਾ ਕਰੋ ਸਵਾਲ ਮੈਚੁਰ ਹੋ ਸਕਦਾ ਇਮੈਚੁਰ ਹੋ ਸਕਦਾ ਜਿਵੇਂ ਦਾ ਮਰਜ਼ੀ ਹੋ ਸਕਦਾ ਸਵਾਲ ਦਾ ਵੈਲਕਮ ਕਰੋ ਪਲੀਜ਼ ਇੱਕ ਮੈਮ ਨੇ ਕੁਝ ਕਹਿਣਾ ਚਾਹੁੰਦੇ ਇਸ ਤੋਂ ਬਾਅਦ ਇਹ ਸਰਵੀਰ ਨੇ ਇਹਨਾਂ ਦੇ ਨਾਲ ਇਹ ਆਪਦਾ ਕੋਈ ਐਕਸਪੀਰੀਅੰਸ ਸਾਂਝਾ ਕਰਨਗੇ ਹੋਰ ਫਾਰਮ ਚ ਆਨਸਰ ਦੇਣਾ ਇਸ ਚੀਜ਼ ਦਾ ਵੀ ਯਾਰ ਮੈਨੂੰ ਨਾ ਇਹ ਜਿਹੜਾ ਸਵਾਲ ਆਇਆ ਸਵਾਲ ਬਹੁਤ ਸਾਰੇ ਜਨਤਾ ਦਾ ਹੀ ਹੋ ਸਕਦਾ ਹੈ ਜਿਹੜਾ ਮੁਸਕਾਨ ਵੱਲੋਂ ਆਇਆ ਬਟ ਜੋ ਮੈਂ ਇਸ ਤੋਂ ਦੇਖ ਰਿਹਾ ਉਹ ਇੱਕ ਨੌਮ ਚੋਂ ਸਵਾਲ ਆ ਰਿਹਾ ਹੈ ਵੀ ਲੜਕੀਆਂ ਨੂੰ ਇਨੋਸੈਂਟ ਮੰਨਿਆ ਜਾਂਦਾ ਹੈ ਹਰ ਜਗ੍ਹਾ ਤੇ ਜਿਵੇਂ ਆਪਾਂ ਚਿੜੀਆਂ ਦੀ ਗੱਲ ਕਰਦੇ ਹਾਂ ਨਾ ਵੀ ਚਿੜੀਆਂ ਮੰਨਿਆ ਜਾਂਦਾ ਹੈ ਜਦ ਕਿ ਆਪਣੇ ਘਰਾਂ 'ਚ ਕੀ ਚੱਲਦਾ ਹੈਗਾ ਜਦੋਂ ਬਾਪੂ ਬਾਹਰੋਂ ਕੋਈ ਖੁੰਡਾ ਚੱਕ ਕੇ ਲੈ ਕੇ ਆਉਂਦਾ ਹੈ ਡਾਂਗ ਚੱਕ ਕੇ ਲੈ ਕੇ ਆਉਂਦਾ ਹੈ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਜਾਂ ਘਰਾਂ 'ਚ ਆਪਣੇ ਰਿਵਾਲਵਰ ਵੀ ਪਈ ਹੁੰਦੀ ਹੈ ਉਹਨੂੰ ਵੀ ਐਪਰੀਸ਼ੀਏਟ ਕੀਤਾ ਜਾਂਦਾ ਹੈ ਉਦੋਂ ਨਹੀਂ ਕਦੇ ਵੀ ਇਹ ਗੱਲ ਆਉਂਦੀ ਹੈਗੀ ਕਿ ਆਪਾਂ ਸਾਹਮਣੇ ਵਾਲੇ ਬੰਦੇ ਦੇ ਨਾਲ ਯਾਰ ਇੱਕ ਪਿਆਰ ਨਾਲ ਗੱਲ ਕਰਾਂਗੇ ਜਾਂ ਜਿਹੜਾ ਲੈਜਿਸਲੇਚਰ ਹੈ ਸੋ ਕਾਲਡ ਲੈਜਿਸਲੇਚਰ ਹੈ ਇਹਦੇ ਵਿੱਚ ਰਹਿ ਕੇ ਗੱਲ ਕਰਾਂਗੇ ਉਦੋਂ ਇਸ ਕਿਸਮ ਦਾ ਸਵਾਲ ਨਹੀਂ ਆਉਂਦਾ ਹੈਗਾ ਵੀ ਲੜਕੀਆਂ ਨੂੰ ਇੱਕ ਨਾਮ ਦੇ ਅੰਡਰ ਜਦੋਂ ਦੇਖਿਆ ਜਾਂਦਾ ਨਾ ਕਿ ਲੜਕੀਆਂ ਇਨੋਸੈਂਟ ਨੇ ਜਾਂ ਲੜਕੀਆਂ ਨੇ ਸ਼ਾਂਤ ਰਹਿਣਾ ਹੈਗਾ ਇਹ ਉਹਦੇ ਚੋਂ ਸਵਾਲ ਨਿਕਲ ਕੇ ਆਉਂਦਾ ਹੈਗਾ ਲੜਕੀਆਂ ਨੇ ਵਾਇਲੈਂਸ ਨਹੀਂ ਕਰਨੀ ਲੜਕੀਆਂ ਨੇ ਵਾਇਲੈਂਸ ਨਹੀਂ ਕਰਨੀ ਇਹਨਾਂ ਜਿਹੜਾ ਕੰਸਰਨ ਹੈ ਕਿ ਲੜਕੀਆਂ ਨੂੰ ਨਾ ਰਿਡਰੈਸਲ ਜਿਹੜੇ ਉਹਨੇ ਆਫ ਗਰੁੱਪਸ ਨੇ ਉਹਨਾਂ ਵੱਲ ਜਾਣਾ ਚਾਹੀਦਾ ਹੈਗਾ ਪਹਿਲਾਂ ਤਾਂ ਆਹ ਐਗਜ਼ਾਮਪਲਸ ਆਪਣੇ ਸਾਹਮਣੇ ਨੇ ਪੀਯੂ ਕੈਸ਼ ਹੈ ਪੰਜਾਬ ਯੂਨੀਵਰਸਿਟੀ ਕਮੇਟੀ ਅਗੇਂਸਟ ਸੈਕਸ਼ੂਅਲ ਹਰਾਸਮੈਂਟ ਮੈਂ ਉੱਥੇ ਪੀਯੂ ਦੀ ਸਟੂਡੈਂਟ ਰਹੀ ਹਾਂ ਮੈਂ ਇਸ ਲਈ ਮੈਨੂੰ ਬਹੁਤ ਜ਼ਰੂਰੀ ਲੱਗ ਰਿਹਾ ਸੀ ਬੋਲਣਾ ਕਿਉਂਕਿ ਮੇਰੇ ਪਰਸਨਲ ਐਕਸਪੀਰੀਅੰਸ ਤੋਂ ਹੈ ਮੇਰੀ ਇੱਕ ਫਰੈਂਡ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਲੈ ਕੇ ਆਉਂਦੀ ਹੈ ਤੇ ਸਾਨੂੰ ਲੱਗਦਾ ਹੈ ਕਿ ਇੱਕ ਪ੍ਰੋਪਰ ਬੋਡੀ ਦੇ ਥਰੂ ਇਹ ਜਾਣਾ ਚਾਹੀਦਾ ਹੈਗਾ ਵੀ ਉਹਦਾ ਕੋਈ ਰਿਸਪੌਂਸ ਕੋਈ ਰਿਐਕਸ਼ਨ ਨਹੀਂ ਆਉਣਾ ਚਾਹੀਦਾ ਸੋ ਅਸੀਂ ਜਾਣਦੇ ਹਾਂ ਜਿਹੜੀ ਉੱਥੋਂ ਦੀ ਸੋ ਕਾਲਡ ਬੋਡੀ ਹੈ ਕਮੇਟੀ ਪੰਜਾਬ ਯੂਨੀਵਰਸਿਟੀ ਕਮੇਟੀ ਅਗੇਂਸਟ ਸੈਕਸ਼ੂਅਲ ਹਰਾਸਮੈਂਟ ਪੀਯੂ ਕੈਸ਼ ਸਵਾਲ ਅੱਛਾ ਬੈਠਦੇ ਆ ਜਾ ਕੇ ਕੰਪਲੇਂਟ ਅਸੀਂ ਕੰਪਲੇਂਟ ਕਰਨੀ ਹੈਗੀ ਹੈ ਆਹ ਸਾਡੇ ਇਸ਼ੂਜ਼ ਨੇ ਸਵਾਲ ਹੈ ਤੁਸੀਂ ਉਸ ਟਾਈਮ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਉਹ ਗੱਡੀ ਦਾ ਨੰਬਰ ਤੁਹਾਨੂੰ ਯਾਦ ਹੈ ਤੁਸੀਂ ਸ਼ੋਰ ਹੋ ਇਹੀ ਨੰਬਰ ਹੈ ਮਤਲਬ ਉਹ ਇੰਨੇ ਜ਼ਿਆਦਾ ਸਵਾਲ ਕਰਕੇ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਆ ਕੁੜੀਆਂ ਦੇ ਕੇਸ ਵਿੱਚ ਤਾਂ ਨਾ ਮੈਨੂੰ ਇੱਕ ਖਾਸ ਕਰਕੇ ਇਹ ਮੇਰਾ ਬਹੁਤ ਮੇਜਰ ਕੰਸਰਨ ਹੈ ਕਿ ਲੋਕ ਕਿੰਨਾ ਕੁ ਖੜਾ ਹੈ ਸਾਡੇ ਨਾਲ ਪ੍ਰੋਪਰਟੀ ਰਾਈਟਸ ਮਿਲੀਆਂ ਹੋਈਆਂ ਨੇ ਸਾਨੂੰ ਹੈ ਨਾ ਬਹੁਤ ਟਾਈਮ ਤੋਂ ਮਿਲੀਆਂ ਹੋਈਆਂ ਪਰ ਪ੍ਰੋਪਰਟੀ ਦਾ ਕਲੇਮ ਕੁੜੀ ਅੱਜ ਕਰਕੇ ਦਿਖਾ ਦੇਵੇ ਨਾਲ ਦੀ ਨਾਲ ਹੀ ਪੂਰਾ ਉਹਦੇ ਤੇ ਐਲੀਗੇਸ਼ਨ ਸ਼ੁਰੂ ਹੋ ਜਾਂਦੇ ਨੇ ਅੱਛਾ ਫਿਰ ਜੇ ਆਪਾਂ ਆਹ ਗੱਲ ਕਰੀਏ ਵੀ ਕੁੜੀਆਂ ਦੇ ਆਪਰੇਸ਼ਨ ਦੀ ਗੱਲ ਕਰੀਏ ਉਹਦੀਆਂ ਬੜੀਆਂ ਅਲੱਗ-ਅਲੱਗ ਫਾਰਮਸ ਨੇ ਕਠੂਆ ਰੇਪ ਹੈ ਨਾ ਕਠੂਆ ਰੇਪ ਕੇਸ ਤੋਂ ਬਾਅਦ ਹੁਣ ਲੀਗਲ ਉਹ ਚੱਲ ਰਿਹਾ ਆ ਕਿੰਨਾ ਟਾਈਮ ਹੋ ਗਿਆ ਕਠੂਆ ਰੇਪ ਕੇਸ ਨੂੰ ਹੈ ਨਾ ਦਿੱਲੀ ਦਾ ਜਿਹੜਾ ਗੈਂਗ ਰੇਪ ਸੀਗਾ ਉਹਦੇ ਚ ਦਾਮਿਨੀ ਰੇਪ ਕੇਸ ਹਾਂ ਡੈਫੀਨੇਟਲੀ ਆ ਦੇਖੋ ਜਿਹੜੀ ਸਾਡੀ ਲੀਗਲ ਸੈੱਲ ਹੈ ਲੀਗਲ ਬੋਡੀਜ਼ ਨੇ ਉਹ ਲੀਗਲ ਬੋਡੀਜ਼ ਇਸ ਜਿਹੜਾ ਇਹ ਇਹਦੇ ਖਿਲਾਫ ਜਿਹੜੀ ਇੱਕ ਲੀਗਲ ਪ੍ਰੋਸੈਸ ਚੱਲ ਰਹੀ ਹੈ ਉਹਦੇ ਚ ਬਾਧਾ ਬਣ ਰਹੇ ਨੇ ਪ੍ਰੋਟੈਸਟ ਕਰ ਰਹੇ ਨੇ ਕੇਸ ਹੀ ਨਹੀਂ ਫਾਈਲ ਹੋਣ ਦਿੱਤਾ ਜਾ ਰਿਹਾ ਹੈਗਾ ਤਾਂ ਸਾਡਾ ਇਹ ਕੰਸਰਨ ਬਹੁਤ ਜਾਇਜ਼ ਹੈ ਕਿ ਲੀਗਲ ਜਿਹੜਾ ਉਹ ਹੈ ਉਹ ਕਿਵੇਂ ਕੰਮ ਕਰੂਗਾ ਪਰ ਉਹਦੇ ਨਾਲ ਨਾਲ ਲੀਗਲ ਜਿਹੜੇ ਸੈਲਸ ਨੇ ਉਹਨਾਂ ਦੀ ਆਥੈਂਟਿਸਿਟੀ ਉਹ ਕਿੰਨਾ ਕੁ ਖੜੇ ਨੇ ਓਪਰੈਸਡ ਸੈਕਸ਼ਨ ਦੇ ਨਾਲ ਸਾਨੂੰ ਉਹ ਵੀ ਸਮਝ ਲੈਣਾ ਚਾਹੀਦਾ ਹੈਗਾ just yesterday I was going through shuffling through my Facebook page ਇੱਕ ਨਾ ਲੜਕੀ ਦੀ ਪੋਸਟ ਹੈ ਉਹ ਲੜਕੀ ਦੇ ਨਾਲ ਸ਼ਾਮ ਨੂੰ 6 ਵਜੇ ਕੋਈ ਇਨਸੀਡੈਂਟ ਹੁੰਦਾ ਆ she was ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਨਾਲ ਰੇਪ ਦਾ ਅਟੈਂਪਟ ਜਿਹੜਾ ਹੈ ਉਹ ਹੁੰਦਾ ਆ ਰੇਪ ਅਟੈਂਪਟ ਤੋਂ ਬਾਅਦ she went to the police station to file an FIR ਕਿੰਨੇ ਵਜੇ ਉਹ ਜਾਂਦੀ ਹੈ ਮੇਰੇ ਖਿਆਲ 9-10 ਵਜੇ ਉਹ ਉੱਥੇ ਪਹੁੰਚਦੀ ਹੈ ਉਹ ਗੱਲ ਕਰਦੀ ਹੈ ਕਿ 2 ਵਜੇ ਤੱਕ she was from legal profession itself
ਵੈਲ ਐਜੂਕੇਟਿਡ ਹੈ, ਲੀਗਲ ਬੈਕਗ੍ਰਾਉਂਡ ਦੀ ਹੈ, ਉਹਨੂੰ ਅਵੇਅਰਨੈਸ ਹੈ, ਉਹਨੂੰ ਪਤਾ ਹੈ ਆਪਣੇ ਰਾਈਟਸ ਦਾ, ਪਤਾ ਹੈ ਕਿ ਇਮੀਡੀਏਟ FIR ਜਿਹੜੀ ਉਹ ਹੋਏਗੀ, ਇਮੀਡੀਏਟ ਐਕਸ਼ਨ ਜਿਹੜਾ ਉਹ ਲਿਆ ਜਾਏਗਾ। ਬਟ 1:30-2 ਵਜੇ ਕਹਿੰਦੀ ਵੱਜ ਜਾਂਦੇ ਆ, ਕਹਿੰਦੀ ਮੇਰੇ ਖਿਲਾਫ ਮਤਲਬ ਕੋਈ ਰਿਪੋਰਟ ਵੀ ਨਹੀਂ ਫਾਈਲ ਕਰ ਰਹੀ, ਮੈਨੂੰ ਇੱਧਰ ਉੱਧਰ ਭੇਜਿਆ ਜਾ ਰਿਹਾ, ਉੱਧਰ ਭੇਜਿਆ ਜਾ ਰਿਹਾ। ਉਹਦੇ ਚੈੱਕਅਪ ਦੇ ਲਈ ਏਮਸ ਲੈ ਕੇ ਜਾਇਆ ਜਾਂਦਾ ਹੈ, ਔਰ ਏਮਸ 'ਚ ਜਿਹੜਾ ਜੋ ਹਾਲਤਾਂ ਨਹੀਂ ਜਿੱਥੇ ਉਹਦਾ ਚੈੱਕਅਪ ਹੋ ਰਿਹਾ ਹੈਗਾ, ਉਹ ਆਪਣੇ ਆਪ 'ਚ ਬਹੁਤ ਸ਼ਰਮਨਾਕ ਨੇ। ਇਹ ਬਹੁਤ ਅਲੱਗ-ਅਲੱਗ ਇਨਸੀਡੈਂਟਸ ਨੇ ਜਿਹੜੇ ਇਹ ਨਾ ਮੈਂਟੈਲਿਟੀ ਨੂੰ ਉਹ ਐਕਸਪੋਜ਼ ਕਰਦੇ ਨੇ, ਹੈ ਨਾ। ਆਪਾਂ ਸ਼ਾਇਦ ਬਹੁਤ ਆਈਸੋਲੇਸ਼ਨ 'ਚ ਦੇਖ ਲੈਂਦੇ ਹਾਂ ਇਨਸੀਡੈਂਟਸ ਨੂੰ ਵੀ ਇਹ ਤਾਂ ਇੱਕ ਇਨਸੀਡੈਂਟ ਹੈਗਾ ਆ, ਹੈ ਨਾ। ਇੱਕ ਬੜਾ ਆਰਗੇਨਾਈਜ਼ਡ ਔਰ ਬੜਾ ਇੰਸਟੀਟਿਊਸ਼ਨਲਾਈਜ਼ਡ ਪੈਟਰੀਆਰਕੀ ਜਿਹੜੀ ਹੈਗੀ ਨਾ ਉਹ ਪ੍ਰੀਵੇਲ ਕਰ ਰਹੀ ਹੈਗੀ ਹੈ। ਉਹਨੂੰ ਕਾਊਂਟਰ ਕਿਵੇਂ ਕਰਨਾ ਹੈ, ਕਿ ਵਾਇਲੈਂਸ ਨਾਲ ਕਰਨਾ ਹੈ, ਨਹੀਂ ਕਰਨਾ ਹੈ, ਬਹੁਤ ਮੇਜਰ ਸਵਾਲ ਨੇ। ਪਰ ਇੱਕ ਗੱਲ ਸਾਫ਼ ਹੈ ਕਿ ਜਿਹੜੀ ਇਹ ਲੀਗਲ bodies ਨੇ, illegal bodies, they are highly being questioned, और इन्हां ते सवाल करना बहुत जायज़ ते बहुत ज़रूरी है। ਉਹ ਚੀਜ਼ ਤੋਂ ਆਪਾਂ ਨੂੰ ਕਦੀ ਵੀ ਪਿੱਛੇ ਨਹੀਂ ਕਤਰਾਉਣਾ ਚਾਹੀਦਾ। ਬਹੁਤ ਵਾਰ ਆਪਾਂ ਇਹ ਕਹਿ ਦਿੰਦੇ ਆ ਕਿ ਲੀਗਲ ਬੋਡੀਜ਼ ਜਿਹੜੀਆਂ ਨੇ, ਲੀਗਲ ਬੋਡੀਜ਼ ਹਮੇਸ਼ਾ ਖੜੀਆਂ ਨੇ ਔਰਤਾਂ ਦੇ ਲਈ, ਪਰ ਬਹੁਤ ਐਗਜ਼ਾਮਪਲਸ ਨੇ ਜਿੱਥੇ ਆਪਾਂ ਕੁੜੀਆਂ ਨੂੰ ਸਫਰ ਕਰਦਿਆਂ ਹੋਇਆ ਦੇਖਦੇ, ਨਾਟ ਜਸਟ ਵਿਮਨ ਫॉर दैट ਮੈਟਰ, ਪੀਪਲ ਫਰੋਮ ਅਪਰੈਸਡ ਸੈਕਸ਼ਨਸ, ਦਲਿਤਸ ਨੇ। ਹੁਣ SC ST ਐਕਟ ਹੈ, ਉਹ ਹੋਇਆ ਹੈਗਾ ਹੁਣੇ, ਉਹਨੂੰ ਡਾਇਲੂਟ ਕੀਤਾ ਗਿਆ ਹੈਗਾ, ਹੈ ਨਾ। ਤਾਂ ਕੋਰਟ ਜਿਹੜੀ ਹੈ, ਲੀਗਲ ਬੋਡੀਜ਼ ਜਿਹੜੀਆਂ ਨੇ ਉਹ ਕਿੰਨਾ ਕੁ ਖੜੀਆਂ, ਉਹਨਾਂ ਦੀ ਬਹੁਤ ਜ਼ਰੂਰਤ ਹੈ। ਉਹਨੂੰ ਕੋਈ ਵੀ ਕੰਟੈਸਟ ਨਹੀਂ ਕਰ ਸਕਦਾ ਹੈਗਾ, ਉਹਨਾਂ ਦੀ ਜ਼ਰੂਰਤ ਹੈ, ਖੜੇ ਨੇ, ਪਰ ਉਹ ਕਿੰਨੀ ਕੁ ਐਗਜ਼ੀਕਿਊਸ਼ਨ ਦੇ ਵਿੱਚ ਕਿੰਨਾ ਕੁ ਉਹ ਅਪਰੈਸਡ ਸੈਕਸ਼ਨ ਦੇ ਨਾਲ ਖੜੇ ਨੇ, ਇਹਦਾ ਵੀ ਸਵਾਲ ਕਰਨਾ ਜਾਇਜ਼ ਹੈ, ਮੈਨੂੰ ਬਹੁਤ ਜ਼ਰੂਰੀ ਲੱਗਦਾ। ਥੈਂਕ ਯੂ। ਤੁਸੀਂ ਜੋ ਸਵਾਲ ਕੀਤਾ ਨਾ, ਬਹੁਤ ਪ੍ਰੈਕਟੀਕੈਲਿਟੀ ਨੂੰ ਵਿੱਚ ਲਿਆ ਕੇ ਤੇ ਰੀਜ਼ਨ ਨੂੰ ਵਿੱਚ ਲਿਆ ਕੇ ਕੀਤਾ। ਦੋ ਗੱਲਾਂ ਕੀਤੀਆਂ, ਇੱਕ ਕੀਤੀ ਕਿ ਲਾਅ ਦਾ ਸਹਾਰਾ ਲਓ, ਦੂਜਾ ਕਿ ਸਾਇੰਟੀਫਿਕਲੀ ਪ੍ਰੂਵਨ ਹੈ ਕਿ ਜੋ ਕੁੜੀ ਹੈ ਉਹ ਫਿਜ਼ੀਕਲੀ ਵੀਕ ਹੈ। ਪਹਿਲੀ ਗੱਲ ਤੇ ਆਉਂਦੇ ਆ ਲਾਅ ਤੇ। ਕਈ ਵਾਰ ਸਿਚੁਏਸ਼ਨਸ ਨਾ ਇਹੋ ਜਿਹੀਆਂ ਹੁੰਦੀਆਂ ਨੇ ਜਿੱਥੇ ਤੁਸੀਂ ਵੇਟ ਨਹੀਂ ਕਰ ਸਕਦੇ ਕਿ ਤੁਸੀਂ ਲਾਅ ਦਾ ਸਹਾਰਾ ਲਓਗੇ, ਤੁਹਾਨੂੰ ਸੈਲਫ ਡਿਫੈਂਸ ਦੇ ਵਿੱਚ ਪੈਣਾ ਪੈਂਦਾ ਹੈ, ਔਰ ਉਹ ਕੋਈ ਕੁੜੀ ਜਾਂ ਮੁੰਡੇ ਦੀ ਗੱਲ ਨਹੀਂ, ਉਹ ਐਨੀਮਲ ਇਨਸਟਿੰਕਟ ਹੈ। ਇਹ ਵੀ ਸਾਇੰਟੀਫਿਕਲੀ ਪ੍ਰੂਵਨ ਹੈ। ਦੂਸਰਾ ਜਿਹੜਾ ਤੁਸੀਂ ਆਉਂਦੇ ਹੋ ਨਾ ਫਿਜ਼ੀਕਲੀ ਵੀਕ, ਮੰਨ ਲੈਂਦੇ ਆ ਸਾਇੰਟੀਫਿਕਲੀ ਪ੍ਰੂਵਨ ਹੈ ਕਿ ਅਸੀਂ ਫਿਜ਼ੀਕਲੀ ਵੀਕ ਆ, ਮੈਂਟਲੀ ਵੀਕ ਤਾਂ ਨਹੀਂ ਨਾ। ਉੱਥੇ ਦਿਮਾਗ ਦਾ ਇਸਤੇਮਾਲ ਕਰੋ। ਇੱਥੋਂ ਤੱਕ ਕਿ ਜਿਹੜੀ ਤੁਹਾਡੀ ਬਾਲਾਂ ਚਲਾਉਣ ਵਾਲੀ ਸੂਈ ਹੈ ਨਾ, ਉਹ ਸਿਰਫ ਤੁਹਾਡੇ ਬਾਲ ਸੰਭਣ ਨੂੰ ਨਹੀਂ ਹੈਗੀ, ਉਹ ਬਹੁਤ ਕੰਮਾਂ ਲਈ ਯੂਜ਼ ਹੋ ਸਕਦੀ ਹੈ। ਇਹਦੀ ਜਗ੍ਹਾ ਇਹਨੂੰ ਇਸਤੇਮਾਲ ਕਰੋ। ਮੈਂ ਇਸ ਸਵਾਲ ਦੇ ਜਵਾਬ 'ਚ ਮੈਂ ਇੱਕ ਗੱਲ ਕਰਨੀ ਚਾਹੂੰਗੀ ਕਿ ਸਾਡੇ ਨਾ ਪੰਜਾਬੀ ਕਲਚਰ ਦੇ ਵਿੱਚ ਇੱਕ ਕਹਾਵਤ ਹੈ ਕਿ ਕੁੜੀਆਂ ਨੇ ਜਿਹੜੀਆਂ, ਸਾਡੇ ਪੈਰੈਂਟਸ ਕਹਿੰਦੇ ਆ ਕਿ ਕੁੜੀਆਂ ਕੌੜੀ ਵੇਲ ਵਾਂਗੂ ਵੱਧਦੀਆਂ। ਸਾਰੇ ਘਰਾਂ 'ਚ ਕਿਹਾ ਜਾਂਦਾ ਹੈ, ਕੋਠੇ ਜਿੱਡੀਆਂ ਹੋ ਜਾਂਦੀਆਂ, ਕੌੜੀ ਵੇਲ ਵਾਂਗੂ ਵੱਧਦੀਆਂ। ਇਹਦਾ ਭਾਵ ਇਹ ਹੈ ਕਿ ਸਾਨੂੰ ਖਾਧਾ ਪੀਤਾ ਲੱਗਦਾ ਹੈ ਨਾ, ਸਾਨੂੰ ਜੋ ਵੀ ਅਸੀਂ ਖਾ ਪੀ ਰਹੇ ਹਾਂ, ਸਾਡੀ ਗਰੋਥ ਹੋ ਰਹੀ ਹੈ, ਪ੍ਰੋਪਰ ਗਰੋਥ ਹੋ ਰਹੀ ਹੈ। ਤੇ ਮੈਨੂੰ ਲੱਗਦਾ ਕਿ ਫਿਜ਼ੀਕਲੀ ਵੀਕ ਹੋਣ ਦਾ ਫਿਰ ਉੱਥੇ ਕੋਈ ਕੰਸੈਪਟ ਰਹਿ ਨਹੀਂ ਜਾਂਦਾ ਕਿ ਕੁੜੀਆਂ ਫਿਜ਼ੀਕਲੀ ਵੀਕ ਨੇ। ਜੇ ਉਹਨਾਂ ਨੂੰ ਐਂ ਲੱਗਦਾ ਵੀ ਕੌੜੀ ਵੇਲਾਂ ਨੂੰ ਵਧੀ ਜਾਂਦੀਆਂ ਨੇ, ਮੁੰਡਿਆਂ ਤੋਂ ਉੱਚੀਆਂ ਹੋ ਗਈਆਂ ਨੇ, ਹਾਲਾਂਕਿ ਭਰਾ ਭਾਵੇਂ 4 ਸਾਲ ਛੋਟਾ ਹੋਵੇ ਤਾਂ ਵੀ ਉਹ ਐਡਾ ਦਿੰਦਾ ਹੁੰਦਾ ਵੀ 4 ਸਾਲ ਵੱਡਾ, ਪਰ ਤਾਂ ਵੀ ਸਾਨੂੰ ਇਹ ਕਿਹਾ ਜਾਂਦਾ ਵੀ ਇਹਦਾ ਇਹਨਾਂ ਨੂੰ ਖਾਧਾ ਪੀਤਾ ਬਹੁਤ, ਉਹ ਕਹਿ ਦਿੰਦੇ ਆ ਵੀ ਨਹੀਂ ਲੱਗਦਾ ਵੀਕ ਨੇ। ਪਰ ਜਿਹੜੀ ਇਹ ਕਹਾਵਤ ਆ, ਮੈਨੂੰ ਲੱਗਦਾ ਇਹ 'ਚ ਬਹੁਤ ਕੁਝ ਪਿਆ ਗਾ। ਇਹਦਾ ਮਤਲਬ ਇਹ ਹੈ ਕਿ ਸਾਡੇ ਭੌਤਿਕਤਾ ਤੇ ਇੱਕ ਦਾਬਾ ਪਾਇਆ ਹੋਇਆਗਾ। ਪਹਿਲਾਂ ਸਾਡੇ ਘਰ ਦੇ ਪਾਉਂਦੇ ਆ, ਘਰ ਤੋਂ ਬਾਅਦ ਜਦੋਂ ਇਦਾਂ ਦੀਆਂ ਸੋ ਕਾਲਡ ਅਥਾਰਟੀਜ਼ ਆ ਜਾਂਦੀਆਂ ਨੇ, ਉਹ ਪਾਉਂਦੀਆਂ ਨੇ, ਕਲਾਸਾਂ ਦੇ ਵਿੱਚ ਪਾਇਆ ਜਾਂਦਾ ਹੈ, ਜੋ ਵੀ ਚੱਲਦਾ ਹੈ ਫਿਲਮਾਂ ਦੇ ਥਰੂ, ਗੀਤਾਂ ਦੇ ਥਰੂ ਜੋ ਵੀ ਪਾਇਆ ਜਾਂਦਾ ਹੈ ਨਾ, ਕਿ ਹਿਟਲਰ ਵਾਂਗੂ ਤੇਰੀ ਰਾਖੀ ਕਰਨੀ ਪਊ, ਇਹ ਉਹ ਫਲਾਣਾ ਟਿਮਕਾਣਾ ਤੁਸੀਂ ਸੁਣਦੇ ਹੋ, ਹੈ ਨਾ। ਦੂਜੀ ਗੱਲ ਜਿਹੜੀ ਇਹ ਸਾਥੀ ਕਹਿ ਰਹੇ ਸੀਗੇ ਕਿ ਜੁਡੀਸ਼ੀਅਲੀ ਸਿਸਟਮ ਦੀ, DSO ਇੱਥੇ ਬੈਠੀ ਹੈ, DSO ਗਵਾਹ ਹੈ ਇਸ ਗੱਲ ਦੀ। ਮੈਂ ਵਿਕਟਮ ਸੀ ਉਸ ਸਮੇਂ, ਮੇਰੇ ਨਾਲ ਇਹ ਸੇਮ ਘਟਨਾ ਵਾਪਰੀ ਸੀ 0001 ਵਾਲੀ। ਸ਼ਾਇਦ ਅਮਰਜੀਤ ਨੇ ਤੁਹਾਨੂੰ ਇੱਕ ਵਾਰ ਦੱਸੀ ਵੀ ਸੀ ਕਿ ਜੋ ਮੇਰੇ ਨਾਲ ਹੋਇਆ ਸੀ, ਮੈਂ ਆ ਰਹੀ ਸੀ, ਈਵਟੀਜ਼ਿੰਗ ਦੀ ਘਟਨਾ ਹੋਈ। ਮੈਨੂੰ ਲੱਗਿਆ ਕਿ ਕੀ ਕਰਨਾ ਚਾਹੀਦਾ, ਮੈਂ ਇਹਨਾਂ ਨਾਲ ਗੱਲ ਕੀਤੀ, ਇਹ ਹੋਇਆ, ਇਹ ਸਾਥੀਆਂ ਨੇ ਅਸੀਂ ਇਕੱਠੇ ਹੋ ਕੇ ਕੰਪਲੇਂਟ ਕੀਤੀ ਸੀ ਆਪਣੇ ਉਹ ਸਿਕਿਉਰਿਟੀ ਆਫੀਸਰ ਕੋਲ। ਆਫੀਸਰ ਜੀ ਕਹਿੰਦੇ, ਆਪਣੇ ਕੈਪਟਨ ਸਾਹਿਬ ਕਹਿੰਦੇ ਕੁੜੀ ਨੂੰ ਕੱਲੀ ਨੂੰ ਭੇਜੋ ਕਿ DSO ਨਾ ਆਵੇ। ਕੱਲੀ ਨੂੰ ਜਾ ਕੇ ਮੈਨੂੰ ਇਹ ਕਿਹਾ ਗਿਆ ਕਿ ਦੋ ਗੱਲਾਂ ਨੇ, ਇੱਕ ਤਾਂ ਬੀਬਾ ਤੂੰ ਪੁਲਿਸ ਕੇਸ ਬਣਾ, ਦੂਜਾ ਅਥਾਰਟੀ ਕੋਲ ਰਹੂਗਾ। ਜੇ ਤੂੰ ਪੁਲਿਸ ਕੇਸ ਬਣਾਏਂਗੀ ਉਹਦੇ ਵਿੱਚ ਤੂੰ ਬਹੁਤ ਉਲਝੇਂਗੀ, ਤੇਰੇ ਘਰ ਦੇ ਉਲਝਣਗੇ, ਘਰ ਦੇ ਤੈਨੂੰ ਪੜਾਉਣੋਂ ਹਟਾ ਲੈਣਗੇ। ਮਤਲਬ ਮੈਨੂੰ ਬਹੁਤ ਤਰ੍ਹਾਂ ਏਦਾਂ ਦਾ ਮੇਰੇ ਨਾਲ ਡੀਲ ਕੀਤਾ ਗਿਆ। ਦੂਜਾ ਇਹ ਹੈ ਕਿ ਤੂੰ ਜੇ ਅਥਾਰਟੀ ਦੇ ਵਿੱਚ ਲੈ ਕੇ ਜਾਨੀ ਆ, ਇਸੇ ਅਥਾਰਟੀ ਤੁਸੀਂ ਵਿਚਰਨਾ। ਉਸ ਸਮੇਂ ਜਿਹੜਾ ਅਸੀਂ ਡਿਸੀਜਨ ਲਿਆ ਸੀਗਾ ਕਿ ਜੇ ਘਟਨਾ ਯੂਨੀਵਰਸਿਟੀ 'ਚ ਵਾਪਰੀ ਆ ਤਾਂ ਯੂਨੀਵਰਸਿਟੀ ਦੀ ਅਥਾਰਟੀ ਹੀ ਉਹਦੇ ਲਈ ਜ਼ਿੰਮੇਵਾਰ ਹੈ ਤੇ ਇਹਨੂੰ ਹੀ ਉਸ ਘਟਨਾ
ਦੇ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਇਸ ਲਈ ਅਸੀਂ ਇਹ ਸਾਰੀ ਘਟਨਾ ਸੀ ਜਿਹੜੀ ਡੀਐਸਓ ਨੇ ਕੰਪਲੇਂਟ ਕੀਤੀ ਤੇ ਲੜੇ ਇਸ ਘਟਨਾ ਤੇ ਹੈਰਾਨੀ ਦੀ ਗੱਲ ਇਹ ਹੈ ਜਿਹੜੇ ਸਾਥੀ ਕਹਿ ਰਹੇ ਨੇ ਕਿ ਭਰੋਸਾ ਕਰਨਾ ਚਾਹੀਦਾ ਸਾਨੂੰ ਨਿਆਂ ਸਿਸਟਮ ਤੇ, ਇੱਥੋਂ ਦੀ ਅਥਾਰਟੀ ਨੇ ਜਿਹੜੀ ਸੀਸੀਟੀਵੀ ਫੁਟੇਜ ਹੁੰਦੀ ਹੈ ਉਹ ਵੀ ਡਿਲੀਟ ਕਰਵਾਤੀ ਸੀ ਉਹਨਾਂ ਮੁੰਡਿਆਂ ਨੂੰ। ਤੇ ਮੈਂ ਬੈਠ ਕੇ ਉੱਥੇ ਉਹਨਾਂ ਨੂੰ ਪਹਿਚਾਣ ਕੇ ਆਈ ਸੀ ਕਿ ਆਹੀ ਦੋ ਮੁੰਡੇ ਆ, ਉਹੀ ਗੱਡੀ ਆ, 5 ਈਅਰ ਲਾਅ ਡਿਪਾਰਟਮੈਂਟ ਦੇ ਆ। ਮੇਰੇ ਸਾਹਮਣੇ ਉਹਨਾਂ ਨੇ ਮੰਨਿਆ ਸੀ ਕਿ ਅਸੀਂ ਲਾਅ ਡਿਪਾਰਟਮੈਂਟ ਦੇ ਆ ਤੇ 2 ਘੰਟਿਆਂ ਦੇ ਵਿੱਚ ਉਹਨਾਂ ਦੀ ਗੱਡੀ, ਉਹ ਮੁੰਡੇ, ਸਾਰਾ ਕੁਝ ਗਾਇਬ ਹੋ ਗਿਆ ਸੀ। ਸੀਸੀਟੀਵੀ ਫੁਟੇਜ ਗਾਇਬ ਹੋ ਗਈ ਸੀ, ਸਾਰਾ ਕੁਝ ਗਾਇਬ ਹੋ ਗਿਆ ਸੀ। ਉਸ ਤੋਂ ਬਾਅਦ ਡੀਐਸਓ ਦੇ ਸਾਥੀਆਂ ਨਾਲ ਤੁਸੀਂ ਕਦੇ ਵੀ ਗੱਲ ਕਰਕੇ ਦੇਖ ਲਿਓ, ਇਹ ਜਸਪ੍ਰੀਤ ਹੋ ਰਹੀ, ਸਾਰੇ ਕਿਰਨ ਹੋ ਰਹੀ, ਸਾਰੇ ਉਦੋਂ ਉਸ ਸੰਘਰਸ਼ ਦੇ ਵਿੱਚ ਸਾਡੇ ਨਾਲ ਕੀ ਕੁਝ ਹੋਇਆ। ਮੇਰੇ ਖਿਆਲ 'ਚ ਸ਼ਾਇਦ 1.5 ਮਹੀਨਾ ਅਸੀਂ ਉਹ ਸੰਘਰਸ਼ ਜਿਹੜਾ ਕੀਤਾ, ਧਰਨੇ ਲਾਏ, ਅਥਾਰਟੀ ਨੂੰ ਵਾਰ-ਵਾਰ ਮਿਲੇ। ਅਥਾਰਟੀ ਨੇ 0001 ਗੱਡੀ ਸੀ ਤੇ ਅਥਾਰਟੀ ਨੇ ਇਹ ਕਹਿ ਕੇ ਹੱਥ ਖੜੇ ਕਰਤੇ ਸੀ ਕਿ ਪਹੁੰਚ ਵਾਲੇ ਬੰਦੇ ਆ, ਅਸੀਂ ਉਹ 'ਚ ਕੁਝ ਨਹੀਂ ਕਰ ਸਕਦੇ। ਤੇ ਇੰਨਾ ਹੀ ਕਰਾਊਡ ਸੀ ਜਦੋਂ 1.5 ਮਹੀਨੇ ਬਾਅਦ ਆਪਦੇ ਢੰਗ ਨਾਲ ਲੜ ਕੇ, ਧਰਨੇ ਲਾ ਕੇ, ਰੈਲੀਆਂ ਕਰਕੇ ਉਹਨਾਂ ਤੋਂ ਲਿਖਤੀ ਮਾਫੀ ਮੰਗਵਾਈ ਸੀ। ਤੇ ਇਸ ਤੋਂ ਵੱਧ ਮੈਨੂੰ ਲੱਗਦਾ ਸਾਡੇ ਲਈ ਕੋਈ ਹੋਰ ਐਗਜ਼ਾਮਪਲ ਹੋ ਨਹੀਂ ਸਕਦੀ ਕਿ ਸਾਡਾ ਜਿਹੜਾ ਸਿਕਿਉਰਿਟੀ ਸਿਸਟਮ ਹੈ, ਨਿਆਂ ਪ੍ਰਬੰਧ ਹੈ, ਉਹ ਕਿੰਨਾ ਕੁ ਸਾਡੇ ਨਾਲ ਖੜਿਆ। ਪਿਛਲੇ ਸਮੇਂ 'ਚ ਇੱਕ ਘਟਨਾ ਵਾਪਰੀ ਸੀ, ਇੱਕ ਹੋਰ ਸਟੇਟ ਦੇ ਵਿੱਚ ਕੁੜੀ ਦੇ ਨਾਲ ਰੇਪ ਹੋਇਆ ਤੇ ਉਹ ਕੁੜੀ ਆਪਣੇ ਫਾਦਰ ਸਾਹਿਬ ਦੇ ਨਾਲ ਪੁਲਿਸ ਸਟੇਸ਼ਨ ਗਈ ਸੀ। ਤੁਸੀਂ ਸਾਰਿਆਂ ਨੇ ਪੜ੍ਹੀ ਹੈ। ਪੁਲਿਸ ਨੇ ਕੀ ਕੀਤਾ ਸੀ ਮੈਨੂੰ ਐਗਜ਼ੈਕਟ ਨਹੀਂ ਪਤਾ, ਮਨਸੌਰ ਦਾ ਕੇਸ ਸੀਗਾ ਉਹ, ਤੇ ਉਹਦੇ ਪਿਓ ਨੂੰ ਮਾਰ ਦਿੱਤਾ ਗਿਆ ਸੀ। ਉਹਦਾ ਪਿਓ ਮਰ ਗਿਆ ਸੀਗਾ ਪੁਲਿਸ ਥਾਣੇ ਇਨਸਾਫ ਲੈਣ ਗਿਆ ਕਿਉਂਕਿ ਬੀਜੇਪੀ ਦੇ ਲੀਡਰਾਂ ਨੇ ਕੁੜੀ ਦਾ ਰੇਪ ਕੀਤਾ ਸੀਗਾ। ਉਹ ਜਿਹੜਾ ਪਿਓ ਸੀਗਾ ਪੁਲਿਸ ਥਾਣਿਆਂ ਵਿੱਚ ਮਰ ਗਿਆ। ਕੁੜੀ ਬਾਅਦ ਵਿੱਚ ਕੋਸ਼ਿਸ਼ ਕਰਦੀ ਹੈ ਖੁਦ ਨੂੰ ਅੱਗ ਨਾਲ ਬਾਲਣ ਦੀ। ਇੱਕ ਨਾ ਗੱਲ ਆ ਰਹੀ ਹੈ ਕਿ ਕੁੜੀਆਂ ਬਹੁਤ ਫਿਜ਼ੀਕਲੀ ਵੀਕ ਹੁੰਦੀਆਂ ਨੇ। ਹਾਂ, ਤੇ ਜਿਹੜਾ ਇੱਕ ਔਰਤ ਜਦੋਂ ਪ੍ਰੈਗਨੈਂਟ ਹੁੰਦੀ ਆ ਤਾਂ ਜਿਹੜੀ ਉਹਦੀ ਹੱਡੀਆਂ ਟੁੱਟਣ ਦੀ ਪੇਨ ਹੁੰਦੀ ਆ ਉਹ ਨਾਰਮਲੀ ਇਨਸਾਨ ਨਹੀਂ ਸਹਿ ਸਕਦਾ, ਉਹ ਕੇਵਲ ਔਰਤ ਸਹਿ ਸਕਦੀ ਹੈ। ਤੇ ਜੋ ਫਿਜ਼ੀਕਲ ਵੀਕ ਹੋਵੇ ਤਾਂ ਉਹ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਤੇ ਜਿਹੜੀ ਸਾਇੰਟਿਫਿਕਲੀ ਜਿਹੜਾ ਪ੍ਰੂਵ ਕਰਨ ਦੀ ਗੱਲ ਹੈ ਕਿ ਔਰਤਾਂ ਕਮਜ਼ੋਰ ਹੁੰਦੀਆਂ ਨੇ ਫਿਜ਼ੀਕਲੀ, ਇਹ ਮੈਨੂੰ ਲੱਗਦਾ ਕਿ ਜਿਹੜਾ ਮੈਂਟਲੀ ਫਿਨੋਮੀਨਾ ਆਪਣਾ ਬਣਾਇਆ ਗਿਆ ਸੁਸਾਇਟੀ ਵੱਲੋਂ ਉਹ ਇੱਕ ਵੱਡਾ ਰੋਲ ਪਲੇ ਕਰਦਾ ਇਹਦੇ ਵਿੱਚ। ਇੱਕ ਅਨਾਉਂਸਮੈਂਟ ਹੈ, ਲੜਕੀਆਂ ਜਾਣ ਨਾ ਹੋਸਟਲ ਦੇ ਵਿੱਚ, ਕੋਈ ਗੱਲ ਨਹੀਂ, ਐਂਟਰੀ ਹੋ ਜੂਗੀ। ਕੋਈ ਵੀ ਜਾਇਓ ਨਾ, ਇਸ ਡਿਬੇਟ ਦਾ ਹਿੱਸਾ ਬਣ ਕੇ। ਉਸ ਤੋਂ ਬਾਅਦ ਨਾਟਕ ਹੋਣਾ, ਨਾਟਕ ਦੇਖ ਕੇ ਜਾਇਓ। मैं प्रवीण कुमारी एनएसजी स्टेट सेक्रेटरी हरियाणा से हूँ। वैसे आपको पता ही है कि हरियाणा हमेशा लड़कियाँ आगे ही रहती हैं, पंजाब में ऐसा नहीं है। क्यों ऐसा नहीं हो सकता कि यूनिवर्सिटी की एक ऐसी कमेटी बनाई जाए जिसमें जितने भी ऑर्गेनाइजेशन हैं वहाँ से 2-2 स्टूडेंट्स इंक्लूड किए जाए। वह कमेटी क्या करे, हमारी जब फीस डिसाइड होती है या हमारे एग्जाम कैसे होंगे, हमारा सिलेबस कैसा होगा, कभी भी किसी स्टूडेंट से नहीं पूछा जाता। बिल्कुल, क्यों नहीं ऐसी कमेटी हो यूनिवर्सिटी के अंदर जो हर ऑर्गेनाइजेशन से 2-2 स्टूडेंट्स इंक्लूड किए जाएं और ये भी उसके अंदर डिसाइड करें कितनी सीट्स हमारी होंगी, किस बेस पर एडमिशन होगा। लेकिन हमें कभी इंक्लूड नहीं किया जाता। सिलेबस बना दिया, हमने वो पढ़ना है, हमने एग्जाम देने हैं, जितनी फीस मांगी जाती है उतनी फीस हम देंगे। क्यों? क्योंकि स्टूडेंट से कभी नहीं पूछा कि आप यहाँ क्या चाहते हो, हमसे कभी नहीं पूछा हमने कौन सा कोर्स पढ़ना है, हमसे कभी नहीं पूछा गया कि आप क्या सब्जेक्ट पढ़ना चाहते हो। क्या ऐसी कमेटी नहीं होनी चाहिए हर यूनिवर्सिटीज के अंदर? आपका इसके बारे में क्या विचार? जो सबसे बड़ी भूल यूनिवर्सिटीज में ना कि यूनिवर्सिटी सोचती है स्टूडेंट्स हमारे लिए हैं। ये भूल जाते हैं कि हमारे स्टूडेंट्स के लिए यूनिवर्सिटीज है, यूनिवर्सिटी स्टूडेंट के लिए नहीं है, स्टूडेंट्स के लिए यूनिवर्सिटीज हैं और उनको स्टूडेंट्स के इंटरेस्ट के लिए काम करना है। तो स्टूडेंट्स का उसमें डिसीजन मेकिंग में भी थोड़ा पार्ट जहाँ पे चाहिए, जो सीनेट सिंडिकेट की मीटिंग्स में उनकी रिप्रेजेंटेशन चाहिए, वो बहुत ही कंपलसरी है। हम यूनिवर्सिटी, पंजाब यूनिवर्सिटी में इस चीज़ को लेके आगे फाइट बैक करते रहते हैं कि जब सीनेट की मीटिंग्स होती हैं तो उसमें हमारे जो काउंसिल के भी इवन इलेक्टेड मेंबर्स हैं उनको भी स्पेस नहीं दिया जाता। मतलब वो सिर्फ वहाँ पे सुन के आ सकते हैं, वो वहाँ पे अपना कुछ भी आगे ओपिनियन नहीं रख सकते। तो हम लोग तो इसी चीज़ पे स्टैंड रखते हैं कि स्टूडेंट्स की पार्टिसिपेशन उसमें भी ज़रूरी है, क्योंकि जब सिलेबस हमारा डिसाइड करना है, जब तुमको सीट्स हमारी डिसाइड करनी है, तो हम लोग क्यों नहीं होंगे उसमें? हम लोग का पार्टिसिपेशन क्यों नहीं होएगा? क्यों डर रहे हैं कि कहीं हम ज़्यादा सही बातें ना कर दें? एक रिक्वेस्ट है कि सवाल टू द पॉइंट रखो ते जेड़े इशू ते आपां गल कर रहे हैं जे खास करके उससे ते होवे तां ज़्यादा बेटर है, उससे ते रखा जाए। टू द पॉइंट सवाल होवे, वध ना। सर थोड़ा साइड मेरा थोड़ा ये ना क्वेश्चन समझ लेना, जो मैं थोड़ा डीपली होगा तू ऐसे मुद्दे ते होगा जिदा हुणे गल की कि बाप जाके थाने चो तू मार दिता गया, बाप नूं मार दिता गया, कुड़ी आजादी ਉਹਦਾ रेप होया, सॉरी
ਮੈਂ ਗੱਲ ਕਰਨਾ ਜਦੋਂ ਆਪਾਂ ਆਜ਼ਾਦੀ ਦੀ ਗੱਲ ਕਰਨੇ ਆ ਨਾ ਆਮ 101% ਐਗਰੀ ਦੈਟ ਹਰ ਪਰਸਨ ਨੂੰ ਆਜ਼ਾਦੀ ਚਾਹੀਦੀ ਹੈ, ਪਰ ਪਿੰਡ ਥੋੜਾ ਸਮਝਣ ਦੀ ਪਿੰਡ ਰਹੂਗਾ, ਸ਼ਹਿਰ ਰਹੂਗਾ। ਇੱਕ ਬੰਦੇ ਬਦਲਣਾ ਪਿੰਡ ਨਹੀਂ ਬਦਲਣਾ। ਮਾਫ ਕਰਨਾ ਸੋਚ ਮੇਰੀ ਗੱਲ ਨੂੰ ਸਮਝਣਾ। ਅਗਰ ਤੁਹਾਨੂੰ ਆਜ਼ਾਦੀ ਚਾਹੀਦੀ ਹੈ, ਪਤਾ ਲੱਗਾ ਕਿ ਪਿੰਡੋਂ ਆਏ ਸਾਡਾ ਮਾਹੌਲ ਹੋਰ ਸੀ, ਇੱਕਦਮ ਦੇਖ ਕੇ ਬੰਦੀ ਸੋਚ ਯਾਰ ਆ ਪਾਣਾ ਆ ਖਾਣਾ ਆ ਚਾ ਇੱਕਦਮ ਕਨਵਰਟ ਹੁੰਦਾ, ਆ ਪਾਈਏ ਆ ਖਾਈਏ, ਸਾਡੀ ਆਜ਼ਾਦੀ ਜ਼ਿੰਦਗੀ 'ਚ ਇਹ ਹੈ। ਬਟ ਅਗਰ ਕੋਈ ਪਿੰਡੋਂ ਆਉਂਦਾ ਨਾ, ਜਿੰਨਾ ਕੋਈ ਗਰੀਬ ਹੁੰਦਾ ਨਾ, ਉਹਦੇ ਸਿਰ ਤੇ ਉਨਾ ਹੀ ਜ਼ਿਆਦਾ ਰਿਸਪੌਂਸਿਬਿਲਿਟੀ, ਉਨਾ ਜ਼ਿਆਦਾ ਭਾਰ ਹੁੰਦਾ, ਉਨੀ ਜ਼ਿਆਦਾ ਹੀ ਭਾਰ ਹੁੰਦਾ। ਸਿਰਫ ਆਜ਼ਾਦੀ ਨੂੰ ਲੈ ਕੇ ਆਪਣੀਆਂ ਸਾਰੀ ਜ਼ਿੰਮੇਵਾਰੀਆਂ ਭੁੱਲ ਜਾਣੀਆਂ। ਪਤਾ ਲੱਗਾ ਕਿ ਮੈਂ ਆ ਘਰੇ ਗੋਇਆ ਚੱਕਣਾ, ਮੱਝਾਂ ਦਾ ਕੰਮ ਕਰਨਾ, ਇੱਥੇ ਆਜ਼ਾਦੀ ਦੇਖੀ 2 ਸਾਲ ਗਵਾਏ। अपनी रिस्पॉन्स अगर मैं आजादी चाहना सवाल किया सवाल रखो सवाल ही कर रहे हैं अगर मैं आजादी चाहना अगर मैं घरदियां तो पैसा लेके इत्थे पढ़न आया हाँ तो मेरी पढ़ाई के नाल आजादी मैनूं वो मुकाम हासिल करना पऊगा ते घर मतलब कि दोबारा फिर मैं घरे जावां ते आजादी दीयां गल्लां करां ते घरदियां नाल ही मेरा इंबैलेंस हो जाए। कुड़ियां भी अगर घरे जाके भांडे मांजणे ਦੋਸਤ ਆਜ਼ਾਦੀ ਵਿੱਚ ਅਸੀਂ ਕੰਮ ਕਿਵੇਂ ਨਹੀਂ ਕਰ ਸਕਦੇ? मैम ਜਿਹੜੀ मैं गल कर रहा ਜੇ ਅਸੀਂ ਕਿਸੇ ਵੀ ਘਰੋਂ ਆਈਏ, ਅਸੀਂ ਪਿੰਡਾਂ ਚੋਂ ਆਈਏ, ਅਸੀਂ ਸ਼ਹਿਰਾਂ ਚੋਂ ਆਈਏ, ਅਸੀਂ ਜਿੰਨੀ ਵੀ ਰਿਸਪੌਂਸਿਬਿਲਿਟੀ ਲੈ ਕੇ ਆਈਏ, ਉਹਦੇ 'ਚ ਆਜ਼ਾਦੀ ਅੜੰਗਾ ਕਿਵੇਂ ਪਾ ਰਹੀ ਹੈ? ਮੰਨੋ ਜਾਂ ਨਾ ਮੰਨੋ ਕਿਤੇ ਨਾ ਕਿਤੇ ਬੰਦਾ ਆਜ਼ਾਦੀ ਔਰ ਉਹ ਮਾਹੌਲ ਦੇਖ ਕੇ ਕਿਉਂਕਿ ਸ਼ਹਿਰੀ ਉਸ ਕਿਉਂਕਿ ਅਸੀਂ ਆਜ਼ਾਦੀ ਨੂੰ ਉਹ ਜਿਹੜਾ ਕਲਚਰ ਹੈ ਨਾ ਜਿਹਦੇ ਵਿੱਚ ਸ਼ਰਾਬਾਂ ਨੇ, ਜਿਹਦੇ ਵਿੱਚ ਕਲੱਬਸ ਨੇ, ਪਬਸ ਨੇ, ਉੱਥੋਂ ਤੱਕ ਦੇਖ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਇੱਥੇ ਚੀਜ਼ ਇੰਨੀ ਵਾਇਰਲ ਹੁੰਦੀ ਹੈ ਨਾ, ਇੱਕ ਨੈਗੇਟਿਵ ਥੋਟ ਤੁਸੀਂ ਆਪਣਾ ਸਵਾਲ ਰੱਖੋ ਕਿ ਸਾਡਾ ਟਾਈਮ ਬਹੁਤ ਲਿਮਿਟਡ ਹੈ। ਸਵਾਲ ਰੱਖੋ। ਸਵਾਲ ਮੇਰਾ ਇਹ ਹੈ ਕਿ ਆਜ਼ਾਦੀ ਦੇ ਨਾਲ ਰਿਸਪੌਂਸਿਬਿਲਿਟੀ ਵੀ ਆਉਂਦੀ ਹੈ। ਰਿਸਪੌਂਸਿਬਿਲਿਟੀ ਹੈ ਜਿਹੜਾ ਮਾਪਿਓ ਜਿਹੜਾ ਗਰੀਬ ਹੈ ਨਾ, ਜਿਹੜਾ 100 ਰੁਪਏ ਦਿਹਾੜੀ ਕਰਕੇ ਭੇਜਿਆ ਹਾਂਜੀ, ਉਹਨੂੰ ਨਾਲ ਲੈ ਕੇ ਚੱਲੋ, ਫਿਰ ਉਹ ਮੁਕਾਮ ਹਾਸਿਲ ਕਰੋ ਕਿ ਤੁਸੀਂ ਜਿੱਦਾਂ ਭੀਮਰਾਓ ਅੰਬੇਡਕਰ ਨੇ ਸੰਵਿਧਾਨ 'ਚ ਲਿਖਤਾ ਸੀ ਰਿਜ਼ਰਵੇਸ਼ਨ, ਹਾਂਜੀ, ਜਾਤ ਪਾਤ ਚੀਜ਼ਾਂ ਕੋਈ ਉਹਨੂੰ ਬਦਲ ਨਹੀਂ ਸਕਿਆ ਅੱਜ ਤੱਕ ਚੱਲਦੀ ਅੱਜ ਤੱਕ। ਆਪਣਾ ਸਵਾਲ ਕੀ ਹੈ ਦੋਸਤ? ਮੈਮ ਸਵਾਲ ਇਹ ਹੈ ਕਿ ਜਦੋਂ ਪਿੰਡ ਤੋਂ ਆਉਂਦੇ ਆ, ਜਦੋਂ ਆਪਾਂ ਪਿਛੋਕੜ ਨੂੰ ਭੁੱਲ ਕੇ ਇੱਕਦਮ ਆਜ਼ਾਦੀ ਦੀ ਗੱਲ ਕਰਦੇ ਅਸੀਂ ਆਪਣੇ ਪਿਛੋਕੜ ਨੂੰ ਭੁੱਲ ਕਿੱਦਾਂ ਰਹੇ? ਮਤਲਬ ਇਹਦੇ 'ਚ ਗਲਤ ਕੀ ਹੈ ਕਿ ਅਸੀਂ ਪਿੰਡੋਂ ਆ ਰਹੇ ਹਾਂ? ਰਿਸਪੌਂਸਿਬਿਲਿਟੀ ਬੰਦਾ ਭੁੱਲਦਾ ਆ, ਨਵੀਆਂ ਚੀਜ਼ਾਂ ਦੇਖ ਕੇ ਨਵੇਂ ਇੱਕ ਮਿੰਟ ਪਲੀਜ਼ ਇੱਕ ਮਿੰਟ ਇਹ ਸਵਾਲ ਨੂੰ ਅਸੀਂ ਥੋੜਾ ਐਕਸਪਲੇਨ ਕਰਨਾ ਚਾਹੁੰਦੇ ਆ। ਪੰਮਾ ਚੁੰਝਾਂ ਵਾਲੇ ਬੂਟ ਤੁਸੀਂ ਜਾਣਿਆ ਹੋਊਗਾ, ਇੰਟਰਟੇਨਮੈਂਟ ਵਾਲਾ ਗਾਣਾ ਗਾਏ ਉਹ ਠੀਕ ਹੈ, ਪਰ ਇਹਦਾ ਇੱਕ ਨੈਕਸਟ ਗਾਣਾ ਆਇਆ, ਜੇ ਅਸੀਂ ਕਿਸੇ ਕਲਚਰ ਦੇ ਖਿਲਾਫ ਬੋਲਦੇ ਅਸੀਂ ਇਹ ਸਵਾਲ ਨਾ ਉਸ ਚੋਂ ਨਿਕਲ ਕੇ ਆ ਰਿਹਾ, ਮਤਲਬ ਕਿ ਨਿੱਕਰ ਜੀ ਪਾ ਕੇ ਕਿਹੜਾ ਝੰਡਾ ਗੱਡਤਾ, ਇਹ ਇਹਨਾਂ ਦਾ ਗਾਣਾ। ਤੇ ਇਹ ਤੁਸੀਂ ਸਮਝ ਲਿਆ ਕਿ ਇਹ ਸਵਾਲ ਕੀ ਆ, ਮਤਲਬ ਇਹ ਜਿਹੜਾ ਪਿਛੋਕੜ ਹੈ ਨਾ ਇਕੱਲਾ ਕੁੜੀਆਂ ਤੇ ਲੱਦਿਆ ਜਾਂਦਾ। ਤੁਹਾਡੇ ਨਾਲ ਉਦੋਂ ਵੀ ਸਵਾਲ ਹੋਇਆ ਸੀ ਵੀ ਤੁਸੀਂ ਕੁੜਤਾ ਚਾਦਰਾ ਪਾ ਕੇ ਰਿਹਾ ਕਰੋ, ਆਪਦੇ ਪਿਛੋਕੜ ਨੂੰ ਨਾਲ ਲੈ ਕੇ ਆਇਆ ਕਰੋ। ਅੱਗੇ ਕੋਈ ਸਵਾਲ ਹੈ ਤਾਂ ਸਵਾਲ ਰੱਖੋ। ਅੱਗੇ ਕੋਈ ਉਹਨਾਂ ਦਾ ਸਵਾਲ? ਹਾਂਜੀ ਪਲੀਜ਼ ਸ਼ਾਂਤੀ ਰੱਖੋ। ਤੁਹਾਡੇ ਕਰਕੇ ਸ਼ਾਇਦ ਇੱਕ ਵੇਵ ਬਣ ਰਹੀ ਹੈ। ਥੈਂਕ ਯੂ ਸੋ ਮਚ ਸਰ। मैं असिस्टेंट प्रोफेसर इंग्लिश में टीच करता हूँ। हाँ जी, आई कंग्रेचुलेट यू कनुप्रिया जी। मतलब ਤੁਸੀਂ ਕੁੜੀਆਂ ਲਈ ਇੰਸਪੀਰੇਸ਼ਨ ਹੋਗੇ, ਮੈਨੂੰ ਐਦਾਂ ਲੱਗਦਾ ਵੀ ਮੁੰਡਿਆਂ ਲਈ ਵੀ ਉਨੀ ਇੰਸਪੀਰੇਸ਼ਨ ਹੋ ਤੁਸੀਂ। ਤੇ ਸਾਰਿਆਂ ਨੂੰ ਮੈਂ ਰਿਵੀਲ ਕਰ ਦਾਂਗਾ, ਇਹਦੇ 'ਚ ਮੈਨੂੰ ਕੋਈ ਸ਼ਰਮ ਨਹੀਂ ਹੈਗੀ। ਬਹੁਤੇ ਸ਼ਾਇਦ ਆਪਦੇ ਰਿਲੇਸ਼ਨ ਨੂੰ ਲੁਕੋ ਕੇ ਰੱਖਦੇ ਨੇ। ਮੈਂ ਆਈ ਵਿਲ ਬੀ ਸੂਨ ਮੈਰਿਡ, ਤੇ ਜਿਹੜੀ ਲੜਕੀ ਦਾ ਮੇਰੇ ਨਾਲ ਰਿਸ਼ਤਾ ਹੋਇਆ ਉਹ ਲੜਕੀ ਹਰਿਆਣੇ ਤੋਂ ਹੈ, ਤੇ ਹਰਿਆਣੇ ਦੇ ਵਿੱਚ ਲੜਕੀਆਂ ਨੂੰ ਕਿਵੇਂ ਰੈਸਟ੍ਰਿਕਟਡ ਵੇ ਦੇ ਨਾਲ ਰੱਖਿਆ ਜਾਂਦਾ, ਉਹਦੇ ਨਾਲ ਜਦੋਂ ਮੇਰਾ ਮਤਲਬ ਇੱਕ ਰਸਮ ਹੁੰਦੀ ਹੈ, ਰੋਕਾ ਹੁੰਦਾ ਹੈ, ਦੈਨ ਇੰਗੇਜਮੈਂਟ ਹੁੰਦੀ ਹੈ, ਸ਼ੁਰੂ ਦੇ ਵਿੱਚ ਮੈਂ ਉਹਦੇ ਨਾਲ ਕੰਫਰਟੇਬਲ ਨਹੀਂ ਫੀਲ ਕੀਤਾ ਹੈਗਾ, ਕਿਉਂਕਿ ਮੈਨੂੰ ਲੱਗਿਆ ਯਾਰ ਵੀ ਉਹ ਲੜਕੀ ਕਿਹੜੇ ਵੇ ਨਾਲ ਮਤਲਬ ਮੇਰੇ ਨਾਲ ਗੱਲ ਕਰ ਰਹੀ ਹੈ, ਮਤਲਬ ਇੱਕ ਇਨੋਸੈਂਸ ਜਿਹੜਾ ਆਪਾਂ ਕਹਿੰਦੇ ਹਾਂ, ਮੈਨੂੰ ਹੁਣ ਤੱਕ ਸਮਝ ਨਹੀਂ ਆਇਆ ਵੀ ਇਨੋਸੈਂਸ ਕੀ ਹੁੰਦਾ। ਮੈਨੂੰ ਤਾਂ ਇਹ ਸਮਝ ਹੀ ਨਹੀਂ ਲੱਗੀ ਹੈਗੀ ਹੁਣ ਤੱਕ ਵੀ ਤੁਸੀਂ ਕਿਵੇਂ ਡਿਫਾਈਨ ਕਰਦੇ ਹੋ ਇਨੋਸੈਂਸ ਨੂੰ। ਆਈ ਹੈਵ ਨੋ ਵਰਡਸ ਟੂ ਡਿਫਾਈਨ ਇਟ, ਮੈਨੂੰ ਪਤਾ ਹੀ ਨਹੀਂ ਕੀ ਹੁੰਦਾ ਇਨੋਸੈਂਸ। ਮੈਨੂੰ ਇੱਦਾਂ ਲੱਗਦਾ ਵੀ ਇਨੋਸੈਂਸ ਦਾ ਮਤਲਬ ਇਹ ਹੈ ਕਿ ਯੂ ਹੈਵ ਨੋ ਨੋਲੇਜ ਅਬਾਊਟ ਦ ਥਿੰਗਸ, ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ ਦੁਨੀਆਦਾਰੀ ਕੀ ਹੈ, ਇਹ ਇਨੋਸੈਂਸ ਹੁੰਦਾ। ਤੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਵੀ ਇਨੋਸੈਂਟ ਨਾ ਬਣਨਾ ਪਲੀਜ਼, ਕੋਈ ਵੀ ਇਨੋਸੈਂਟ ਨਾ ਬਣੇ। ਤੁਹਾਨੂੰ ਸਾਰੀ ਨੌਲੇਜ ਹੋਣੀ ਚਾਹੀਦੀ ਹੈ, ਸਾਰੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ, ਹਰ ਇੱਕ ਚੀਜ਼ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਜਿਹੜਾ ਇਹ ਥੋਪਿਆ ਜਾਂਦਾ ਹੈ ਨਾ ਵੀ ਤੁਸੀਂ ਇਨੋਸੈਂਟ ਹੋ, ਇਹ ਸਾਡੀ ਲੜਕੀ ਦਾ ਬਹੁਤ ਸਾਊ ਹੈ ਵੀ ਆਹ ਦਾ ਹੋਣਾ ਹੀ ਨਹੀਂ ਚਾਹੀਦਾ ਹੈਗਾ। ਇਹ ਬਿਲਕੁਲ ਮੈਂ ਇਹਦੇ ਅਗੇਂਸਟ ਹਾਂ, ਐਂਟੀ ਹਾਂ।
ਇਨੋਸੈਂਟ ਕੋਈ ਵੀ ਨਹੀਂ ਹੈਗਾ, ਨਾ ਮੁੰਡਾ ਹੈ ਨਾ ਕੁੜੀ ਹੈ, ਠੀਕ ਹੈ। ਤੇ ਪਲੀਜ਼ ਇਦਾਂ ਕਿਸੇ ਨੂੰ ਕੈਟੇਗਰਾਈਜ਼ ਨਾ ਕੀਤਾ ਜਾਵੇ ਕਿ ਕੋਈ ਇਨੋਸੈਂਟ ਹੁੰਦਾ। ਇਨੋਸੈਂਟ ਕੋਈ ਹੋਣਾ ਹੀ ਨਹੀਂ ਚਾਹੀਦਾ, ਸਾਰੀ ਨੌਲੇਜ ਉਹਨੂੰ ਹੋਣੀ ਚਾਹੀਦੀ ਹੈ। ਤੇ ਮੈਨੂੰ ਜਦੋਂ ਇਹਨਾਂ ਦਾ ਇਹ ਪ੍ਰੈਜ਼ੀਡੈਂਟ ਦੀ ਚੋਣਾਂ ਜਿੱਤਦੇ ਨੇ ਕਨੂਪ੍ਰਿਆ ਜੀ, ਮੇਰੇ WhatsApp ਸਟੇਟਸ ਦੇ ਉੱਤੇ ਇਹਨਾਂ ਦੀ 8 ਤੋਂ 10 ਦਿਨ ਫੋਟੋ ਰਹਿੰਦੀ ਹੈ, ਕਿਉਂਕਿ ਮੈਂ ਇੰਸਪਾਇਰਡ ਹਾਂ, ਹੈ ਨਾ। ਤੇ ਉਸ ਲੜਕੀ ਦੇ ਲਈ ਵੀ ਸ਼ੁਰੂ ਦੇ ਵਿੱਚ ਮੈਂ ਉਹਨੂੰ ਐਕਸੈਪਟ ਨਹੀਂ ਕਰ ਪਾਇਆ ਹੈਗਾ 8 ਤੋਂ 10 ਦਿਨ। ਮੈਂ ਉਹਨੂੰ ਇਹ ਕਹਿੰਦਾ ਰਿਹਾ, ਆਈ ਐਮ ਨਾਟ ਫੀਲਿੰਗ ਐਟ ਈਜ਼ ਟੂ ਐਕਸੈਪਟ ਯੂ, ਮੈਂ ਉਹਨੂੰ ਇਹ ਕਹਿਤਾ ਸੀਗਾ। ਤੇ ਉਹ ਲੜਕੀ ਮਤਲਬ ਇਦਾਂ ਉਹਨੂੰ ਫੀਲ ਹੋਇਆ ਵੀ ਯਾਰ ਮੇਰੀ ਫੈਮਿਲੀ ਦੇ ਵਿੱਚ ਕੀ ਹੋਊਗਾ, ਮੈਨੂੰ ਮਤਲਬ ਇਦਾਂ ਇੱਕ ਹੋ ਜਾਊਗਾ ਆਲੇ ਦੁਆਲੇ ਤੋਂ ਵੀ ਮੇਰਾ ਰਿਸ਼ਤਾ ਟੁੱਟ ਰਿਹਾ, ਮੈਂ ਹਾਂ ਕਰਕੇ ਨਾ ਕਰ ਰਿਹਾ। ਤੇ ਹਾਂਜੀ ਹਾਂ, ਤੇ ਉਹਨੇ ਐਕਸੈਪਟ ਕਰ ਲਿਆ, ਅਖੀਰ ਮੈਨੂੰ ਐਕਸੈਪਟ ਕਰ ਲਿਆ। ਮੇਰੇ ਜਿਹੜੇ ਫਰੈਂਡ ਸਰਕਲ ਨੇ ਦੇ ਆਰ ਅਸਿਸਟੈਂਟ ਪ੍ਰੋਫੈਸਰਸ, ਤਾਂ ਉਹਨਾਂ ਨੇ ਮੈਨੂੰ ਗੱਲ ਸਮਝਾਈ। ਈਵਨ ਮੇਰੇ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਨੇ ਗੱਲ ਸਮਝਾਈ ਕਿ ਕੋਈ ਗੱਲ ਨਹੀਂ, ਜੇ ਉਹ ਉੱਦਾਂ ਦੀ ਨਹੀਂ ਹੈਗੀ ਤੂੰ ਉਹਨੂੰ ਬਣਾ ਸਕਦਾ, ਤੂੰ ਉਹਨੂੰ ਫ੍ਰੀ ਕਰ ਸਕਦਾ, ਤੂੰ ਉਸ ਨੂੰ ਇਦਾਂ ਦਾ এনवायरमेंट ਦੇ ਸਕਦਾ ਜਿਹੜੀਆਂ ਚੀਜ਼ਾਂ ਤੋਂ ਉਹ ਓਵਰਕਮ ਕਰ ਸਕੂਗੀ, ਉਹ ਵੀ ਆਪ ਦਾ ਕੰਟਰੀਬਿਊਸ਼ਨ ਵਧੀਆ ਢੰਗ ਨਾਲ ਕਰ ਸਕੂਗੀ। ਤੇ ਮੈਂ ਇਸ ਢੰਗ ਨਾਲ ਮੈਨੂੰ ਬੜੀ ਖੁਸ਼ੀ ਹੈ ਕਿ ਐਟ ਲਾਸਟ ਕਿ ਆਈ ਐਮ ਰੈਡੀ ਟੂ ਐਕਸੈਪਟ ਹਰ, ਤੇ ਮੈਂ ਉਸ ਨੂੰ ਪੂਰਾ ਕਰਾਂਗਾ। ਤੇ ਦੂਜੀ ਗੱਲ, ਜਿਹੜਾ ਵੀ ਕੁਝ ਵੇਵ ਚੱਲ ਰਹੀ ਹੈ, ਮੈਨੂੰ ਇਹਦੇ ਬਾਰੇ ਪੂਰੀ ਡਿਟੇਲ 'ਚ ਨੌਲੇਜ ਨਹੀਂ ਹੈਗੀ। ਜਸਟ ਆਈ ਵਾਂਟਡ ਟੂ ਸ਼ੇਅਰ ਮਾਈ ਐਕਸਪੀਰੀਅੰਸ ਕਿ ਪਲੀਜ਼ ਕੋਈ ਵੀ ਇਨੋਸੈਂਟ ਨਾ ਬਣਨਾ ਜੀ, ਕੁਝ ਵੀ ਨਹੀਂ ਹੈਗਾ ਇਨੋਸੈਂਸ ਦੇ ਵਿੱਚ, ਠੀਕ ਹੈ। ਜਿਹੜੀਆਂ ਹੁੰਦੀਆਂ ਨੇ ਨਾ, ਸਾਡੇ ਪਰਿਵਾਰਾਂ ਦੇ ਵਿੱਚ ਕਿਹਾ ਜਾਂਦਾ ਵੀ ਆਹ ਲੜਕੀ ਹੈ, ਇਹ ਤਾਂ ਸਾਡੀ ਬਹੁਤ ਭੋਲੀ ਹੈ, ਉਹਨੂੰ ਪਲੀਜ਼ ਕਦੇ ਵੀ ਆਪਦੀ ਸਿਸਟਰ ਨੂੰ, ਕਦੇ ਵੀ ਆਪਦੇ ਈਵਨ ਜਿਹੜੇ ਨੇਬਰਸ ਦੇ ਵਿੱਚ ਲੜਕੀਆਂ ਨੇ, ਉਹਨਾਂ ਨੂੰ ਕਦੇ ਵੀ ਇਨੋਸੈਂਟ ਨਾ ਰਹਿਣ ਦਿਓ। ਯੂ ਸ਼ੁੱਡ ਨਾਟ ਲੈਟ them ਟੂ ਬੀ ਇਨੋਸੈਂਟ। ਉਹਨਾਂ ਨੂੰ ਨੌਲੇਜ ਦਿਵਾਓ, ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਨੂੰ ਸਿੱਖਿਆ ਲੈਣ ਦਾ ਪੂਰਾ ਹੱਕ ਹੈ, ਜਿੰਨਾ ਮੁੰਡਿਆਂ ਨੂੰ ਹੱਕ ਹੈ। ਥੈਂਕ ਯੂ ਸੋ ਮਚ। ਦੋਸਤੋ, ਇੱਕ ਤਾਂ ਸਵਾਲ ਰੱਖਿਓ ਪਲੀਜ਼, ਕਿਉਂਕਿ ਇੱਕ ਤਾਂ ਗਰਲਸ ਹੌਸਟਲ ਦਾ ਟਾਈਮ ਹੈ, ਉਹਨਾਂ ਨੂੰ ਫਿਰ ਵੀ ਡਰ ਰਹਿੰਦਾ। ਨਾਲੇ ਕਹਿਤਾ ਕਿ ਯਾਰ ਤੁਹਾਡੇ ਟਾਈਮ ਦਾ ਕੋਈ ਚੱਕਰ ਨਹੀਂ, ਪਰ ਫਿਰ ਵੀ ਸਾਡੇ ਦਿਮਾਗਾਂ 'ਚ ਬੈਠਾ ਹੁੰਦਾ, ਸਾਡੀ ਵੀ ਦਿੱਕਤ ਸਮਝੋ ਥੋੜੀ ਜਿਹੀ। ਤੇ ਅੱਗੇ ਬਾਈਟ ਲੈਣ ਲਈ ਬਹੁਤ ਕਾਹਲੀ ਕਰ ਰਹੇ ਨੇ, ਤੇ ਆਪਾਂ ਸਵਾਲ ਰੱਖੀਏ, ਅੱਗੇ ਸਵਾਲ ਰੱਖੋ ਜਿਹਦਾ ਵੀ ਕੋਈ ਹੈਗਾ। ਮਤਲਬ ਗੱਲਬਾਤ ਤਾਂ ਬਾਅਦ 'ਚ ਵੀ ਹੁੰਦੀ ਰਹੂਗੀ। ਸਭ ਪਲੀਜ਼, ਸਾਡਾ ਵੀ ਮਤਲਬ ਪਲਾਨਡ ਪ੍ਰੋਗਰਾਮ ਹੈ, ਕੋਆਪਰੇਟ ਕਰੋ। ਮੁਸਕਾਨ, ਤੁਹਾਡਾ ਸਵਾਲ ਹੈ ਦੋਸਤੋ, ਮੁਸਕਾਨ ਦਾ ਇੱਕ ਸਵਾਲ ਹੈ। ਮੇਰਾ ਇੱਥੇ ਸਵਾਲ ਸਾਰੇ ਬॉयਜ਼ ਤੋਂ ਹੈ, ਬਿਕੋਜ਼ ਮਤਲਬ ਇੱਕ ਐਕਸਪੀਰੀਅੰਸ ਹੀ ਹੈ ਕਿ ਅੱਜ ਕੱਲ੍ਹ ਜਿਹੜੀ ਸੋਸਾਇਟੀ ਹੈ, ਠੀਕ ਹੈ, ਉਹਦੇ ਵਿੱਚ ਨੋ ਡਾਊਟ ਵੂਮਨ ਇਜ਼ ਗੈਟਿੰਗ ਇੰਪਲੋਇਡ, ਰਾਈਟ। ਬਟ ਕੀ ਹੋ ਰਿਹਾ ਹੈ ਘਰਾਂ ਦੇ ਵਿੱਚ, ਵੂਮਨ ਕੀ ਸਾਰਾ ਦਿਨ ਕੰਮ ਕਰਕੇ ਆਉਂਦੀ ਹੈ, ਪਹਿਲਾਂ ਸਵੇਰ ਦੀ ਰੋਟੀ ਪਕਾਉਂਦੀ ਹੈ, ਫਿਰ ਉਸ ਤੋਂ ਬਾਅਦ ਦੁਪਹਿਰ ਦੀ ਰੋਟੀ ਤੁਹਾਡੀ ਪਕਾ ਕੇ ਜਾਂਦੀ ਹੈ, ਫਿਰ ਰਾਤ ਦੀ ਰੋਟੀ ਵੀ ਪਕਾਉਂਦੀ ਆ ਕੇ, ਠੀਕ ਹੈ। ਮੇਰੀ ਇੱਕ ਪਰਸਨਲ ਐਕਸਪੀਰੀਅੰਸ ਆ ਕਿ ਮੈਨੂੰ ਮੇਰੇ ਪੇਰੈਂਟਸ ਦੀ ਆਈਡੀਓਲੋਜੀ ਚੇਂਜ ਕਰਨ ਨੂੰ ਬਹੁਤ ਟਾਈਮ ਲੱਗੇਗਾ। ਮਤਲਬ ਮੈਂ ਬਹੁਤ ਟਰਾਈ ਕਰਦੀ ਹਾਂ, ਬਟ ਸਟਿਲ ਇੱਕ ਹੱਦ ਤੱਕ ਮੈਂ ਹਾਰ ਮੰਨ ਜਾਂਦੀ ਕਈ ਵਾਰ ਕਿ ਆਈ ਐਮ ਨਾਟ ਏਬਲ ਟੂ ਡੂ ਦੈਟ ਥਿੰਗ, ਠੀਕ ਹੈ। ਤੇ ਆਈ ਜਸਟ ਐਕਸਪੈਕਟ from all of you boys standing over here ਕਿ ਜੇ ਤੁਸੀਂ ਸੋਸਾਇਟੀ ਨੂੰ, ਤੁਹਾਡੀ ਫੰਡਾਮੈਂਟਲ ਡਿਊਟੀ ਵੀ ਹੈ ਕੁਝ ਸੋਸਾਇਟੀ ਨਾਲ, ਰਾਈਟ, ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਵੇਂ ਇੱਕ ਵੂਮਨ ਨੂੰ ਇਕੁਏਟ ਕਰਨਾ ਆ, ਠੀਕ ਹੈ। ਉਹਦੇ ਲਈ ਆਈ ਜਸਟ ਐਕਸਪੈਕਟ ਫਰਮ ਆਲ ਆਫ ਯੂ ਕਿ ਤੁਸੀਂ ਜਿਸ ਵੂਮਨ, ਜੇ ਤੁਹਾਡੀ ਵਾਈਫ ਹੈ, ਜੇ ਤੁਹਾਡੀ ਸਵੇਰ ਦੀ ਰੋਟੀ ਬਣਾ ਕੇ ਜਾਂਦੀ ਹੈ ਨਾ, ਤੁਸੀਂ ਰਾਤ ਦੀ ਰੋਟੀ ਬਣਾਓ। ਕਿਆ ਤੁਸੀਂ ਇਸ ਚੀਜ਼ ਨੂੰ ਐਗਰੀ ਕਰਦੇ ਹੋ? ਨਾਲੇ ਤੇ ਕਿੰਨੇ ਮੁੰਡਿਆਂ ਨੂੰ ਕੁਕਿੰਗ ਆਉਂਦੀ ਹੈ? ਇੱਕ ਕੁਐਸਚਨ ਨੂੰ, ਕਿੰਨੇ ਮੁੰਡਿਆਂ ਨੂੰ ਕੁਕਿੰਗ ਆਉਂਦੀ ਹੈ? ਸੱਚ ਦੱਸਿਓ, ਸੱਚ ਆਉਂਦੀ ਹੈ ਤਾਂ ਪਲੀਜ਼ ਇੱਕ ਪ੍ਰੋਮਿਸ, ਇੱਕ ਪਲੇਜ ਕਰ ਲਓ ਅੱਜ ਤੋਂ, ਪਲੀਜ਼ ਬੀਇੰਗ ਦਾ ਫੰਡਾਮੈਂਟਲਿਸਟ, ਬੀਇੰਗ ਦਾ ਸਿਟੀਜ਼ਨ ਆਫ ਇੰਡੀਆ, ਕਿ ਆਹ ਚੀਜ਼ ਕਰ ਲਓ ਪਲੀਜ਼, ਕਿ ਪਲੀਜ਼ ਜੇ ਤੁਹਾਡੀ ਕੋਈ ਵਾਈਫ ਆਈ, ਤੁਸੀਂ ਆਪਣੇ ਪੇਰੈਂਟਸ ਨੂੰ, ਬਿਕੋਜ਼ ਸੱਸਾਂ ਦੀਆਂ ਮੇਨਲੀ ਮਦਰਸ ਦੀ ਆਈਡੀਓਲੋਜੀ ਹੁੰਦੀ ਹੈ ਕਿ ਹਾਂ ਆਪਣੀ ਕੁੜੀਆਂ ਤੋਂ ਕੰਮ ਕਰਵਾਉਣਾ, ਬਹੂਆਂ ਤੋਂ ਕੰਮ ਕਰਾਉਣਾ, ਬਿਕੋਜ਼ ਆਪਾਂ ਵੀ ਉਹ ਕੰਮ ਕੀਤਾ ਆ। ਤਾਂ ਮੈਂ ਐਕਸਪੈਕਟ ਕਰਦੀ ਹਾਂ ਕਿ ਪਲੀਜ਼ ਤੁਸੀਂ ਵੀ ਕੰਮ ਕਰਿਓ। ਥੈਂਕ ਯੂ। ਯਾਰ ਪਤਾ ਨਹੀਂ, ਤਾਂ ਆਪਾਂ ਬਹੁਤ ਜ਼ਿਆਦਾ ਐਕਸਾਈਟਡ ਆ, ਗੱਲਾਂ ਬਹੁਤ ਨੇ ਕਹਿਣ ਨੂੰ, ਪਤਾ ਨਹੀਂ ਮੈਂ ਕਨਵੇ ਨਹੀਂ ਕਰ ਪਾ ਰਹੀ। ਪਲੀਜ਼ ਸਵਾਲ ਰੱਖੋ।
ਤੇ ਹਾਂਜੀ ਇੱਕ ਮਿੰਟ ਇੱਕ ਨਾ ਤਾਰ ਹੈ ਹੈਲੋ ਗਾਇਸ ਇੱਕ ਨਾ ਤਾਰ ਹੈ ਉਹਦੇ ਕੋਲ ਨਾ ਸਾਈਨ ਲੱਗਿਆ ਕੋਈ ਹੱਥ ਨਾ ਲਗਾਈਓ ਤਾਰ ਨੂੰ ਬਿਜਲੀ ਦੀ ਤਾਰ ਹੈ ਤੇ ਤੁਹਾਨੂੰ ਦੂਰ ਮਾਰੇਗੀ ਭਗਾ ਕੇ ਠੀਕ ਹੈ ਜੇ ਉਹਨੂੰ ਕੋਈ ਹੱਥ ਲਗਾਉਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੈ ਬਿਜਲੀ ਬੋਰਡ ਉਵੇਂ ਅਗਰ ਗਰਲਸ ਬਾਹਰ ਆਉਂਦੀਆਂ ਠੀਕ ਹੈ ਅਗਰ ਆਪਣੇ ਅਥਾਰਟੀ ਕਹਿੰਦੀ ਹੈ ਕਿ ਹਾਂ ਕਿ ਬॉयਜ਼ ਖਤਰਾ ਹੈ ਤੁਹਾਡੇ ਲਈ 8 ਵਜੇ ਤੁਸੀਂ ਹੋਸਟਲ 'ਚ ਵੜ ਜਾਓ ਤਾਂ ਤੁਸੀਂ ਕਿਉਂ ਨਹੀਂ ਅੰਦਰ ਜਾਣਾ ਚਾਹੁੰਦੇ ਮਤਲਬ ਤੁਸੀਂ ਉਸ ਵਾਇਰ ਨੂੰ ਕਿਉਂ ਹੱਥ ਪਾਉਂਦੇ ਹੋ ਇਹ ਤੁਹਾਡੇ ਲਈ ਕੁਐਸਚਨ ਹੈ ਅੱਗੇ ਜਵਾਬ ਮੈਂ ਜਵਾਬ ਬਈ ਤਾਰਾ ਨੰਗੀਆਂ ਕਿਉਂ ਰੱਖੀਆਂ ਤੇ ਉਹ ਲਾਲ ਦੀ ਅਸੀਂ ਬਹੁਤ ਸੋਹਣਾ ਜਵਾਬ ਆ ਗਿਆ ਉਹ ਤਾਰਾਂ ਨੰਗੀਆਂ ਕਿਉਂ ਰੱਖੀਆਂ ਨੇ ਮਤਲਬ ਜਿਹੜਾ ਮੁੰਡਿਆਂ ਦਾ ਅਧਿਕਾਰ ਆ ਨਾ ਕਿ ਅਸੀਂ ਕੁੜੀ ਨੂੰ ਕੁਝ ਵੀ ਕਹਿ ਸਕਦੇ ਇਹਦਾ ਮਤਲਬ ਤਾਰ ਨੰਗੀ ਆ ਉਹ ਨੰਗੀ ਤਾਰ ਆਪਦੇ ਆਪ ਨੂੰ ਢੱਕ ਕੇ ਰੱਖੇ ਕੁੜੀਆਂ ਸਿਕਿਉਰ ਨੇ जो दोनों अथॉरिटी कह रही है कि हाँ अथॉरिटी आप हैंडल नहीं कर पाती यार अथॉरिटी हैंडल नहीं कर पा रही एक मिनट प्लीज हो हल्ला ना करो प्लीज हो हल्ला ना करो ਇਹ ਸਵਾਲ ਤੁਸੀਂ ਅਥਾਰਟੀ ਨੂੰ ਕਰੋ ਦੋਸਤ ਤਾਂ ਚੰਗਾ ਰਹੂਗਾ ਜਦੋਂ ਅਥਾਰਟੀ ਨੇ ਕਹਿਤਾ ਕਿ ਤੁਸੀਂ 8 ਵਜੇ ਪਹਿਲਾਂ ਆਪਦੇ ਹੋਸਟਲ ਚਲੇ ਜਾਓ ਠੀਕ ਹੈ ਤੇ ਜੇ ਅਗਰ ਉਸ ਤੋਂ ਬਾਅਦ ਅਗਰ ਤੁਸੀਂ ਪ੍ਰੋਟੈਸਟ ਕਰਦੇ ਹੋ ਤੇ ਰਾਤ ਨੂੰ ਕਿਸੇ ਕੁੜੀ ਨਾਲ ਕੁਝ ਹੁੰਦਾ ਇੱਥੇ ਠੀਕ ਹੈ ਤਾਂ ਉਹਦੇ ਲਈ ਕੀ ਅਥਾਰਟੀ ਜ਼ਿੰਮੇਵਾਰ ਹੈ ਕਿ ਅਥਾਰਟੀ ਕਹਿੰਦੇ ਅਸੀਂ ਤਾਂ ਕਿਹਾ ਸੀ 8 ਵਜੇ ਪਹਿਲਾਂ ਅੰਦਰ ਜਾਓ ਨਹੀਂ ਦਿਨੇ ਮੈਂ ਬੇਨਤੀ ਕਰਦਾ ਸਾਰੇ ਵਿਦਿਆਰਥੀਆਂ ਨੂੰ ਮੈਂ ਇੱਕ ਮਾਂ-ਬਾਪ ਦੇ ਨਾਤੇ ਹੋਣ ਦੇ ਨਾਤੇ ਜਾਣੀ ਇਸ ਸਵਾਲ ਦਾ ਜਵਾਬ ਦਿੰਦਾ ਕਿ ਅਸੀਂ ਆਪਣੀਆਂ ਜ਼ਮੀਨਾਂ ਵੇਚਦੇ ਹਾਂ ਗਹਿਣੇ ਕਰਦੇ ਹਾਂ ਤੇ ਗਹਿਣੇ ਗੱਟੇ ਜਿਹੜੀ ਸਾਡੀਆਂ ਦਾਦੀਆਂ ਪੜਦਾਦੀਆਂ ਦੇ ਆ ਉਹ ਵੇਚ ਕੇ ਸਾਡੇ ਬੱਚਿਆਂ ਨੂੰ ਇੱਥੇ ਪੜ੍ਹਾਉਣ ਲਈ ਭੇਜਦੇ ਆ ਇਸ ਲਈ ਨਹੀਂ ਭੇਜਦੇ ਕਿ ਤੂੰ ਨੰਗੀ ਤਾਰ ਨੂੰ ਹੱਥ ਪਾ ਅਸੀਂ ਜਿਹਨੂੰ ਰੁਪਈਏ ਅਸੀਂ ਦਿੰਨੇ ਆ ਇਸ ਅਥਾਰਟੀ ਨੂੰ ਇਸ ਵਾਸਤੇ ਦਿੰਨੇ ਕਿ ਸਾਡੀ ਕੁੜੀਆਂ ਸਿਕਿਉਰਿਟੀ ਵੀ ਰਹਿਣ ਤੇ ਪੜ੍ਹਨਗੀਆਂ ਕਿਉਂਕਿ ਇਸ ਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਕੁੜੀਆਂ ਵੀ ਭੇਜਤੀਆਂ ਤੇ ਅਸੀਂ ਇਹਨਾਂ ਨੂੰ ਗੁਲਾਮ ਬਣਾਉਣ ਵਾਸਤੇ ਭੇਜੀਆਂ ਨੇ ਜ਼ਮੀਨਾਂ ਵੀ ਵੇਚਤੀਆਂ ਗਹਿਣੇ ਗੱਟੇ ਵੀ ਅਸੀਂ ਵੇਚਦੇ ਤੇ ਅਸੀਂ ਸਾਰਾ ਕੁਝ ਬਰਬਾਦ ਕਰਕੇ ਵੀ ਫੇਰ ਵੀ ਸਾਡੀ ਧੀਆਂ ਤੇ ਜਿਹੜੀ ਕੋਈ ਹੱਥ ਚੱਕੇ ਤੇ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਮੈਂ ਇੱਕ ਧੀ ਦਾ ਪਿਓ ਹੋਣ ਦੇ ਨਾਤੇ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਅਸੀਂ ਇਹੋ ਜਿਹੀ ਅਥਾਰਟੀ ਦੇ ਨਾਲ ਲੜਾਂਗੇ ਵੀ ਤੇ ਜਿੱਤਾਂਗੇ ਵੀ ਤੇ ਦੱਸਾਂਗੇ ਵੀ ਤੇ ਸਾਡੀ ਆਜ਼ਾਦੀ ਕੀ ਹੈ ਤੇ ਸੋ ਮੈਂ ਸਾਡੀਆਂ ਧੀਆਂ ਜਿਹੜੀਆਂ ਐਸਐਫਐਸ ਵੱਲੋਂ ਕਿਉਂ ਪ੍ਰਿਆਰੀ ਆਈਆਂ ਨੇ ਤੇ ਨਿੱਕੂ ਸਾਡੀ ਭਾਣਜੀ ਵੀ ਲੱਗਦੀ ਆ ਉਹ ਭਾਵੇਂ ਸਾਨੂੰ ਨਾ ਵੀ ਪਛਾਣਦੀ ਹੋਵੇ ਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਫਿਰ ਵਿਸ਼ਵਾਸ ਦਿੰਦਾ ਤੇ ਤੁਹਾਨੂੰ ਸ਼ਾਬਾਸ਼ ਵੀ ਦਿੰਦਾ ਤੇ ਲੜਾਈ ਜਾਰੀ ਰੱਖੋ ਤੇ ਜਿੱਤਾਂਗੇ ਇਹ ਸਾਡਾ ਵਿਸ਼ਵਾਸ ਹੈ ਸੋ ਸਾਰਿਆਂ ਦਾ ਧੰਨਵਾਦ ਕਨੂਪ੍ਰਿਆ ਜੀ ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਨਹੀਂ ਪਤਾ ਵੀ ਮੇਰਾ ਇਹ ਸਵਾਲ ਮਤਲਬ ਮੇਰੇ ਅੰਦਰ ਇੱਕ ਕਨਫਲਿਕਟ ਆ ਰਿਹਾ ਸੀਗਾ ਤਾਂ ਮੈਂ ਸਾਡੇ ਮਤਲਬ ਜੋ ਵੀ ਸਟੂਡੈਂਟਸ ਨੇ ਉਹਨਾਂ ਨੂੰ ਪੁੱਛਣਾ ਚਾਹ ਰਿਹਾ ਕਿ ਜਦੋਂ ਕਨੂਪ੍ਰਿਆ ਜੀ ਇੱਥੇ ਆਏ ਸੀਗੇ ਉਹਨਾਂ ਨੇ ਆਪਦੀ ਇੰਟਰੋ ਵੀ ਨਹੀਂ ਦਿੱਤੀ ਮੇਰਾ ਖਿਆਲ ਤੇ ਉਹਨਾਂ ਨੇ ਇਹ ਨਹੀਂ ਦੱਸਿਆ ਸੀਗਾ ਵੀ ਮੈਂ ਐਸਐਫਐਸ ਨੂੰ ਰਿਪਰੈਜ਼ੈਂਟ ਕਰਦੀ ਹਾਂ ਜਾਂ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਆਈ ਹਾਂ ਪਰ ਸੌਰੀ ਪੰਜਾਬ ਯੂਨੀਵਰਸਿਟੀ ਤੋਂ ਆ ਰਹੀ ਹਾਂ ਤੇ ਹਾਂ ਘਬਰਾ ਜਾਂਦਾ ਮੇਰਾ ਕਨਫਲਿਕਟ ਇਹ ਸੀਗਾ ਕਿ ਇੱਥੇ ਜਦੋਂ ਇਹ ਆਪਣਾ ਇੱਕ ਪ੍ਰੋਟੈਸਟ ਹੋ ਰਿਹਾ ਸੀ ਤਾਂ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਡੀਐਸਓ ਆਰਗੇਨਾਈਜ਼ ਕਰ ਰਹੀ ਹੈ ਪ੍ਰੋਟੈਸਟ ਨੂੰ ਤੇ ਹੋਰ ਮੇਰੇ ਨਾਲ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਇਹ ਡੀਐਸਓ ਆਰਗੇਨਾਈਜ਼ ਕਰ ਰਹੀ ਹੈ ਤਾਂ ਮੇਰਾ ਖਿਆਲ ਉਹ ਗੱਲ ਇੱਕ ਵਾਰੀ ਚੰਗੀ ਲੱਗਦੀ ਆ ਵੀ ਅਸੀਂ ਡੀਐਸਓ ਇਸ ਚੀਜ਼ ਨੂੰ ਆਰਗੇਨਾਈਜ਼ ਕਰ ਰਹੀ ਆ ਤੇ ਬਾਰ-ਬਾਰ ਅਗਰ ਆਪਾਂ ਕਹਿੰਦੇ ਆ ਵੀ ਡੀਐਸਓ ਆਰਗੇਨਾਈਜ਼ ਕਰ ਰਹੀ ਹੈ ਤਾਂ ਇਹ ਸ਼ਾਇਦ ਕਿਤੇ ਸਹੀ ਨਹੀਂ ਲੱਗ ਰਿਹਾ ਬਸ ਹੋਰ ਕੋਈ ਗੱਲ ਨਹੀਂ ਠੀਕ ਹੈ ਕਿਉਂਕਿ ਇਹਦਾ ਮਤਲਬ ਇਹ ਕੋਈ ਡੀਐਸਓ ਦੀ ਇਕੱਲੀ ਦੀ ਸਮੱਸਿਆ ਨਹੀਂ ਹੈਗੀ ਇਹ ਪੂਰੇ ਸਮਾਜ ਦੀ ਸਮੱਸਿਆ ਹੈਗੀ ਜੇ ਦੇਖਿਆ ਜਾਵੇ ਤਾਂ दोस्त मैं कहूँगी कि मेरी गलती रह गई एक बहुत ही बड़ी मैंने रियलाइज़ हुई है दोस्त ने चिन्हित कराई है कि मैं कनुप्रिया PUCSC प्रेजेंट रिप्रेजेंटिंग SFS स्टूडेंट्स फॉर सोसाइटी फ्रॉम पंजाब यूनिवर्सिटी ते इवेंट ऑर्गेनाइज्ड बाय DSO कोई गल नहीं अगला सवाल
ਮੈਮ ਸਭ ਤੋਂ ਪਹਿਲਾਂ ਤਾਂ ਮਤਲਬ ਮੈਂ ਐਗਰੀ ਕਰਦਾ ਜੋ ਇਹ ਇਸ਼ੂ ਹੈ ਕਿ ਫਰੀडम ਕੁੜੀਆਂ ਦੀ ਵੀ ਹੋਣੀ ਚਾਹੀਦੀ ਹੈ, ਬਟ ਦੂਸਰੀ ਗੱਲ ਜਦੋਂ ਕੋਈ ਵੀ ਨੋਰਮਸ ਜਾਂ ਕੋਈ ਵੀ ਰੂਲ ਬਣਾਉਣੇ ਆ ਆਪਾਂ ਉਹਦੇ ਨੈਗੇਟਿਵ ਆਸਪੈਕਟ ਵੀ ਨਾਲ ਲੈ ਕੇ ਚੱਲਦੇ ਹੁੰਦੇ ਆ, ਠੀਕ ਹੈ। ਤੇ ਮਤਲਬ ਕਈਆਂ ਦੇ ਮਾਈਂਡ ਦੇ ਵਿੱਚ ਇਹ ਕੁਐਸਚਨ ਹੋਊਗਾ, ਮੇਰਾ ਕੁਐਸਚਨ ਕਿ ਮੰਨ ਲਓ ਮੈਂ ਖੁਦ ਕਹਿੰਦਾ ਵੀ ਫਰੀडम ਹੋਣੀ ਚਾਹੀਦੀ ਹੈ, ਅਗਰ ਗੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਫੇਸ ਕਰਾਂਗੇ ਕਿ ਕੱਲ ਨੂੰ ਕਿ ਆਪਾਂ ਨਾ ਚਾਹੀਏ ਵੀ ਕੁੜੀ ਨਾਲ ਕੋਈ ਹਰਾਸਮੈਂਟ ਹੁੰਦੀ ਹੈ ਤਾਂ ਫਿਰ ਉਸ ਨੂੰ ਕੋਈ ਕਿਸ ਤਰ੍ਹਾਂ ਫੇਸ ਕਰਾਂਗੇ ਉਹਨੂੰ, ਕਿਉਂਕਿ ਹਰ ਚੀਜ਼ ਦੇ ਦੋ ਐਸਪੈਕਟ ਹੁੰਦੇ ਨੇ, ਆਪਾਂ ਉਹਨੂੰ ਕਿਸ ਤਰ੍ਹਾਂ ਨਾਲ ਲੈ ਕੇ ਚੱਲਾਂਗੇ। ਦੇਖੋ ਇਹ ਚੀਜ਼ਾਂ ਰਿਪੀਟ ਹੋ ਰਹੀਆਂ ਨੇ, ਜਿਵੇਂ ਅਸੀਂ ਪਹਿਲਾਂ ਕਿਸੇ ਪ੍ਰੋਬਲਮ ਨੂੰ ਫੇਸ ਕਰਦੇ ਹਾਂ ਅਸੀਂ ਐਗਜ਼ੈਕਟ ਉਸੇ ਤਰੀਕੇ ਨਾਲ ਕਰਾਂਗੇ। ਸਰਵੀਰ ਨੇ ਆ ਕੇ ਤੁਹਾਡੇ ਨਾਲ ਆਪਦਾ ਐਕਸਪੀਰੀਅੰਸ ਸਾਂਝਾ ਕੀਤਾ, ਅਸੀਂ ਡਿਟੋ ਉਸੇ ਤਰੀਕੇ ਨਾਲ ਉਸ ਪ੍ਰੋਬਲਮ ਨੂੰ ਫੇਸ ਕਰਾਂਗੇ। ਹੋਰ ਕੋਈ ਸਵਾਲ? ਜਿਹੜਾ ਵੀ ਆਪੇ ਤੋਂ ਬਾਹਰ ਹੁੰਦਾ ਜਾਂ ਤਾਂ ਉਹ ਜਿਹੜਾ ਮਤਲਬ ਨੁਕਸਾਨ ਕਰਦਾ ਹੈ, ਇੱਧਰ ਉੱਧਰ ਵੱਜਦਾ, ਜਾਂ ਤੇ ਜਾਨਵਰ ਹੁੰਦਾ ਜਾਂ ਦਿਮਾਗੀ ਤੌਰ ਤੇ ਉਹ ਠੀਕ ਨਹੀਂ ਹੁੰਦਾ। ਤੇ ਜਿਹੜਾ ਦਿਮਾਗੀ ਤੌਰ ਤੇ ਠੀਕ ਨਹੀਂ ਹੁੰਦਾ ਉਹਨੂੰ ਇਲਾਜ ਕਰਾਉਣਾ ਚਾਹੀਦਾ ਉਹਦਾ, ਤੇ ਉਹਨੂੰ ਪਿੰਜਰੇ 'ਚ ਰੱਖਣਾ ਚਾਹੀਦਾ, ਉਹਨੂੰ ਬੰਨ੍ਹ ਕੇ ਰੱਖਣਾ ਚਾਹੀਦਾ, ਨਾ ਕਿ ਜਿਹਨੂੰ ਨੁਕਸਾਨ ਪਹੁੰਚਾਉਂਦਾ ਹੋਵੇ। ਥੈਂਕ ਯੂ ਅਮਨ। ਅੱਗੇ ਹਾਂਜੀ ਦੋਸਤੋ ਸਵਾਲ ਕਿਸੇ ਦਾ? ਮੇਰਾ ਇੱਕ ਸਵਾਲ ਤੇ ਨਹੀਂ, ਮੇਰਾ ਇੱਕ ਐਕਸਪੀਰੀਅੰਸ ਹੈ ਇੱਕ ਇਨਸਾਨੀਅਤ ਦੇ ਨਾਤੇ, ਜਿੱਦਾਂ ਸ਼ਾਰਟ ਦੇ ਵਿੱਚ ਗੱਲ ਕਰਦਾ ਕਿ ਮਤਲਬ ਜਿਵੇਂ ਥੀਏਟਰ ਦੇ ਸਟੂਡੈਂਟ ਵੀ ਆ ਤੇ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਜਦੋਂ ਜੀਨੇ ਆ ਨਾ ਤਾਂ ਅਸੀਂ ਮੁੰਡੇ ਆ ਸਾਰੇ, ਤੇ ਅਸੀਂ ਆਪਣਾ ਇਹ ਭਾਵ ਵੀ ਰੱਖੀਏ ਕਿ ਜਦੋਂ ਅਸੀਂ ਰਾਤ ਨੂੰ 11 ਵਜੇ ਉੱਠ ਕੇ ਦਿਲ ਕਰਦੇ ਨਾ ਵੀ ਅਸੀਂ ਰਾਤ ਨੂੰ ਤਾਰੇ ਵੇਖੇ, ਤੇ ਜਿਵੇਂ ਸਰ ਨੇ ਗੱਲ ਕਰੀ ਸੀ ਸੁਰਜੀਤ ਸਰ ਨੇ, ਤੇ ਉਦੋਂ ਜਦੋਂ ਯੂਨੀਵਰਸਿਟੀ ਦਾ ਸੁੰਨਾ ਮਾਹੌਲ ਹੁੰਦਾ ਹੈ ਤੇ ਖਤਰਾ ਕਿਹਨੂੰ ਹੈ, ਕਿਹਦੇ ਤੋਂ ਖਤਰਾ ਹੈ। ਜੇ ਮੇਰੇ ਨਾਲ 4 ਕੁੜੀਆਂ ਬੈਠੀਆਂ ਨੇ ਤਾਂ ਉਹਨਾਂ ਨੂੰ ਇਹ ਵਿਸ਼ਵਾਸ ਹੈ ਕਿ ਇਹ ਸਾਡੇ ਨਾਲ ਕੁਝ ਗਲਤ ਨਹੀਂ ਕਰੂਗਾ। ਸਾਨੂੰ ਕਿਹਦੇ ਤੋਂ ਖਤਰਾ ਹੈ? ਜਿਹੜਾ ਬੰਦਾ ਦਿਮਾਗ ਤੋਂ ਕਰਪਟ ਹੈ ਤੇ ਉਹਦਾ ਇਲਾਜ ਵੀ ਸਾਡੇ ਕੋਲ ਹੁੰਦਾ ਹੈ। ਤੇ ਜੇ ਅਸੀਂ ਗੱਲ ਕਰਦੇ ਹਾਂ ਨਾ ਕਿ ਵੀ ਸਾਡਾ ਦਿਲ ਕਰਦਾ ਮੁੰਡੇ ਦਾ ਤੇ ਦਿਲ ਕੁੜੀਆਂ ਦਾ ਵੀ ਕਰਦਾ, ਤੇ ਤੁਸੀਂ 1 ਮਿੰਟ ਲਈ, ਜ਼ਿਆਦਾ ਨਹੀਂ ਸਿਰਫ 1 ਮਿੰਟ ਲਈ ਸੋਚ ਕੇ ਵੇਖੋ, ਜੇ 1 ਦਿਨ ਲਈ ਮੁੰਡਿਆਂ ਨੂੰ 8 ਵਜੇ ਤੋਂ ਅੰਦਰ ਰਹਿਣਾ ਪਏ ਤੇ ਹੱਲੜ ਬੱਜੀ ਮਰ ਜਾਏ। ਥੈਂਕ ਯੂ। ਹਾਂਜੀ ਇਹਦੇ ਰਿਲੇਟਡ ਹੀ ਆ, ਮਤਲਬ ਜਦੋਂ ਅਸੀਂ ਸਿਗਨੇਚਰ ਕੰਪੇਨ ਕਰੀ ਸੀ ਜਾਂ ਹੁਣ ਵੀ ਇਹੀ ਸਵਾਲ ਆਉਂਦਾ ਸੀ ਵੀ ਕੁੜੀਆਂ 24 ਘੰਟੇ ਕਰਕੇ ਕਰਨਗੀਆਂ ਕੀ। ਤਾਂ ਮੇਰਾ ਹਮੇਸ਼ਾ ਮੇਰੇ ਮੈਂ ਕਹਿੰਦਾ ਸੀ, ਮੇਰੇ ਨਾਲ ਦੀ ਵੀ ਕਹਿੰਦੀ ਸਾਡਾ ਦਿਲ ਕਰਦਾ ਰਾਤ ਨੂੰ 12 ਵਜੇ ਇੱਥੇ ਲੋਗੋ ਕੋਲ ਬੈਠਣ ਦਾ, ਸਾਡਾ ਵੀ ਦਿਲ ਕਰਦਾ। ਇਹੀ ਸਵਾਲ ਹੁੰਦਾ ਸੀ ਮੇਰਾ। ਦੋ ਸਵਾਲ ਜਿਹੜੇ ਆਏ ਉਹ ਰਿਲੇਟਡ ਸੀ ਕਿਤੇ ਨਾ ਕਿਤੇ। ਪਹਿਲੀ ਤਾਂ ਤੁਸੀਂ ਜਿਹੜੀ ਨੰਗੀ ਤਾਰ ਵਾਲੀ ਗੱਲ ਕਰੀ, ਉਹ ਮੈਨੂੰ ਉਹੀ ਗੱਲ ਯਾਦ ਕਰਵਾਉਂਦੀ ਹੈ ਜਦੋਂ ਮੇਰੀ ਇੱਕ ਮੇਲ ਟੀਚਰ ਨੇ ਮੈਨੂੰ ਕਿਹਾ ਸੀ ਕਿ ਕੁੜੀ ਨੇ ਇੱਕ ਟੌਫੀ ਵਰਗੀ ਹੈ, ਜੇ ਤਾਂ ਕਵਰਡ ਹੋਊਗੀ ਤਾਂ ਬਚੀ ਰਹੂਗੀ, ਜੇ ਕਵਰ ਹਟਾ ਦਿਓ ਤਾਂ ਮੱਖੀਆਂ ਆਉਣਗੀਆਂ। ਔਰ ਤੁਹਾਡੀ ਫਿਰ ਆਹ ਆਈ ਬਿਜਲੀ ਦੀ ਤਾਰ ਵਾਲੀ। ਇੱਥੋਂ ਪਤਾ ਕੀ ਸ਼ੋਅ ਹੁੰਦਾ ਕਿ ਤੁਸੀਂ ਅੱਜ ਵੀ ਕੁੜੀ ਨੂੰ ਆਬਜੈਕਟੀਫਾਈ ਕਰਦੇ ਹੋ। ਕੁੜੀ ਨਾ ਤਾਂ ਨੰਗੀ ਤਾਰ ਹੈ, ਨਾ ਕੁੜੀ ਉਹ ਟੌਫੀ ਹੈ। ਤੁਹਾਨੂੰ ਆਬਜੈਕਟੀਫਾਈ ਕਰਨਾ ਬੰਦ ਕਰੋ। ਮੈਟਾਫੋਰਿਕਲ ਹੋ ਰਹੇ ਹੋ ਪਰ ਉਸਦੇ ਵਿੱਚ ਆਬਜੈਕਟੀਫਾਈ ਨਾ ਕਰੋ। ਮੁੰਡੇ ਨੂੰ ਕਿਹਾ ਗਿਆ ਉਹ ਵੀ ਨਾ ਕਰੋ। ਔਰ ਜਿਹੜੀ ਗੱਲ ਤੁਹਾਡੀ ਇਹ ਹੁੰਦੀ ਹੈ ਨਾ, ਦੂਸਰੀ 1 ਮਿੰਟ ਹੁਣ ਬੋਲ ਲੈ ਲਓ। ਔਰ ਜਿਹੜੀ ਗੱਲ ਤੁਸੀਂ ਇਹ ਕਹੀ ਨਾ ਯਾਰ, 1 ਮਿੰਟ, ਜਿਹੜੀ ਗੱਲ ਤੁਸੀਂ ਆਹ ਕਹੀ ਨਾ ਕਿ ਕੁੜੀਆਂ ਨੂੰ ਜਦੋਂ ਇੱਕ ਵਾਰ ਵਾਰਨ ਕਰਤਾ ਔਰ ਉਸ ਤੋਂ ਬਾਅਦ ਉਹ 8 ਵਜੇ ਤੋਂ ਬਾਹਰ ਆਉਂਦੀਆਂ ਨੇ ਔਰ ਉਹਨਾਂ ਨੇ ਕੁਝ ਗਲਤ ਹੁੰਦਾ ਫਿਰ ਤਾਂ ਅਥਾਰਟੀ ਕਹੂਗੀ ਇਸ ਤਰ੍ਹਾਂ ਕਿਹਾ ਸੀ। ਅਸੀਂ ਆਹੀ ਐਕਸਕਿਊਜ਼ ਖਤਮ ਕਰਨਾ ਹੈ ਕਿ ਜਿਹੜਾ ਤੁਸੀਂ ਕੁੜੀਆਂ ਨਾਲ ਗਲਤ ਕਰਦੇ ਹੋ ਔਰ ਬਾਅਦ 'ਚ ਐਕਸਕਿਊਜ਼ ਬਣਾ ਦਿੰਦੇ ਹੋ ਨਾ ਕਿ ਅਸੀਂ ਤਾਂ ਵਾਰਨ ਕੀਤਾ ਸੀ। ਅਸੀਂ ਆਹੀ ਖਤਮ ਕਰਨਾ ਹੈ ਕਿ ਜਦੋਂ ਤੁਸੀਂ ਸਾਡੇ ਨਾਲ ਕੁਝ ਗਲਤ ਕਰੋਗੇ ਨਾ, ਅਸੀਂ ਤੁਹਾਨੂੰ ਇਹ ਕਹਾਂਗੇ ਕਿ ਤੁਹਾਡੇ ਕੈਰੈਕਟਰ ਦੇ ਵਿੱਚ ਗਲਤੀ ਸੀ, ਅਸੀਂ ਗਲਤ ਨਹੀਂ ਸੀ। ਇਹੀ ਐਕਸਕਿਊਜ਼ ਖਤਮ ਕਰਨ। ਮੇਰਾ ਕੁਐਸਚਨ ਹੀ ਆਹ ਸੀਗਾ ਕਿ ਤੁਸੀਂ ਇਹਦਾ ਜਵਾਬ